ਕੀ ਲੱਗਦਾ ਹੈ ਅੱਜ ਦੀ ਜਿਹੜੀ ਸਥਿਤੀ ਹੈ ਉਹਦੇ ਮੁਤਾਬਕ ਕਿਹੜੀ ਪਾਰਟੀ ਲੱਗਦਾ ਕਿ ਸਭ ਤੋਂ ਉੱਪਰ ਜਾ ਰਹੀ ਹੈ? ਅੱਜ ਸਾਡੀ ਸਿਆਸਤ ਤਾਂ ਇੱਥੇ ਆ ਗਈ ਜਿਹੜੀ ਜਿਹਨੂੰ ਅਸੀਂ ਸਿਆਸਤ ਕਹਿ ਰਹੇ ਹਾਂ ਵੀ ਤੱਥ ਵੀ ਬਦਲ ਕੇ ਦੇ ਦਿਓ, ਤੱਥ ਵਿੱਚੋਂ ਚੁਣ ਕੇ ਦੇ ਦਿਓ ਆਪਣੀ ਮਰਜ਼ੀ ਦੇ, ਬਾਕੀ ਸਾਰੇ ਛੱਡ ਦਿਓ। ਅਕਾਲੀ, ਕਾਂਗਰਸ ਤੇ ਆਪ ਇਹਨਾਂ ਦਾ ਅਜੇ ਵੀ ਉੱਤੇ ਹੱਥ ਹੈ। ਚੌਥਾ ਇਹਨਾਂ ਨੂੰ ਕਿਸਾਨ ਜਿਹੜਾ ਸੰਯੁਕਤ ਸਮਾਜ ਮੋਰਚਾ ਉਹ ਟੱਕਰ ਜਾਏਗਾ। ਜਿਹਨੂੰ ਟਿਕਟ ਨਹੀਂ ਮਿਲਦਾ ਉਹ ਦੂਜੇ ਪਾਸੇ ਛਾਲ ਮਾਰਦਾ। ਇਸ ਤੋਂ ਇਹ ਪਤਾ ਲੱਗਦਾ ਵੀ ਆਪਾਂ ਜੋ ਮਰਜ਼ੀ ਕਿਆਸਰਾਈਆਂ ਲਾ ਲਈਏ, ਜਿਹੜਾ ਮਰਜ਼ੀ ਜਿੱਤੇ ਉਹ ਤਾਂ ਸਿਰਫ ਟਿਕਟ ਲੈਣਾ ਚਾਹੁੰਦੇ ਨੇ। ਜਿਹੜਾ ਬੰਦਾ ਐਮਐਲਏ ਚੁਣਿਆ ਹੋਇਆ ਹੈ, ਜੇ ਉਹ ਪਾਰਟੀ ਛੱਡ ਕੇ ਦੂਜੀ ਪਾਰਟੀ ਰਲਦਾ ਤਾਂ ਕੋਈ ਲਾਲਚ ਤਾਂ ਹੋਣਾ ਉਹਦਾ। ਜਿਹੜੀ ਆਪ ਹੈ ਉਹਦੀ ਵੋਟ ਤਾਂ ਬਹੁਤੀ ਫਲੋਟਿੰਗ ਹੈ। ਬੀਜੇਪੀ ਕੋਲ 5% ਵੋਟ ਸੀ, ਉਹ ਹੁਣ ਘਟੂਗੀ ਵੱਧਦੀ। ਦਿੱਲੀੋਂ ਆ ਕੇ ਤੁਸੀਂ ਦਿਖਾ ਰਹੇ ਹੋ ਵੀ ਰੇਤਾ ਇੱਥੋਂ ਜਾ ਰਹੀ ਹੈ। ਇਹਦਾ ਮਤਲਬ ਇੱਥੇ ਵਾਲੀ ਜਿਹੜੀ ਉਹਨਾਂ ਦੀ ਪਾਰਟੀ ਹੈ, ਰਾਜ ਇੱਥੇ ਦੀ ਪਾਰਟੀ ਨੇ ਕਰਨਾ ਕਿ ਦਿੱਲੀ ਵਾਲੇ ਨੇ ਕਰਨਾ? ਤੁਸੀਂ ਤਾਂ ਉਹਦੀ ਨਿੱਕੀ ਨਿੱਕੀ ਗੱਲ ਵੀ ਜਿਹੜੀ ਦਿਖਾਉਣੀ ਆ, ਕੋਈ ਅਨਾਊਂਸਮੈਂਟ ਕਰਨੀ ਤਾਂ ਵੀ ਦਿੱਲੀ ਵਾਲੇ ਆ ਕੇ ਕਰ ਰਹੇ ਨੇ, ਤੇ ਪੰਜਾਬ ਦੇ ਤਾਂ ਹੋਈ ਨਾ। ਵਿਕਰਮ ਸਿੰਘ ਮਜੀਠੀਆ ਨੇ ਜਿਹੜੇ ਇਲਜ਼ਾਮ ਲਗਾਏ ਚਰਨਜੀਤ ਸਿੰਘ ਚੰਨੀ ਤੇ, ਉਹ ਕਹਿੰਦੇ ਕਿ ਸਾਰਾ ਪੈਸਾ ਇਹ ਹਣੀ ਦੇ ਰਾਹੀਂ ਹੈਗਾ ਮੁੱਖ ਮੰਤਰੀ ਤੱਕ ਵੀ ਪਹੁੰਚਦਾ ਰਿਹਾ। ਜਿਹੜੇ ਜਾਂਦੇ ਸਿਵਲ ਸਰਜਨ ਜਿਹਨੇ ਪੈਸੇ ਲਾਏ ਹੁੰਦੇ ਸੀ ਜਿਨ੍ਹਾਂ ਤੋਂ, ਉਹਨੂੰ ਕਹਿੰਦੇ ਯਾਰ ਤੁਸੀਂ ਪੱਕਾ ਦੇ ਦਿਓ, ਇੱਕ ਦਿਨ ਪਰਾਂ ਹੋ ਜਾਓ, ਪਰਾਂ ਹੋ ਕਰਕੇ ਉਹ ਚੰਨੀ ਸਾਹਿਬ ਦਾ ਦੌਰਾ ਸ਼ਾਇਦ ਇਸੇ ਬਾਤ 2018 ਚ ਕੈਪਟਨ ਸਾਹਿਬ ਇਹਦਾ ਵੀ ਸੂਟਕੇਸ 'ਚ ਪੈਸੇ ਆਏ। ਇਹ ਕੈਪਟਨ ਸਾਹਿਬ ਦੀ ਸਰਕਾਰ ਵੇਲੇ ਫਾਜ਼ਿਲਕਾ ਦੇ ਵਿੱਚ ਅਟੈਕ ਹੋਇਆ ਸੀ। ਉਹ ਜਿਹਨੇ ਸਟਿੰਗ ਕਰਿਆ ਉਹਦਾ ਕੀ ਇੰਟਰਸਟ ਸੀ? ਉਹਦਾ ਇੰਟਰਸਟ ਆਪਦਾ ਕੋਈ ਹੋਰ ਹੋ ਸਕਦਾ। ਬਥੇਰੇ ਸਟਿੰਗ ਕਰਦੇ ਨੇ, ਫਿਰ ਕਹਾਇਆ ਵੀ ਜਾਂਦਾ ਹੈ। ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਜਤਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਿਆਸਤ ਦੇ ਰੰਗ। ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਗੱਲ ਕਰਾਂਗੇ। ਪੰਜਾਬ ਦੀ ਸਿਆਸਤ ਕਿਸ ਪਾਸੇ ਨੂੰ ਜਾ ਰਹੀ ਹੈ, ਪੰਜਾਬ ਦੀ ਸਿਆਸਤ ਦੇ ਵਿੱਚ ਕੀ ਕੁਝ ਵੱਖਰਾ ਵਾਪਰ ਰਿਹਾ ਹੈ, ਪੰਜਾਬ ਦੇ ਜਿਹੜੇ ਸਿਆਸਤਦਾਨ ਨੇ ਕਿਸ ਤਰ੍ਹਾਂ ਲੋਕਾਂ ਨੂੰ ਭਰਮਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ, ਤੇ ਆਖਰਕਾਰ ਇਹਨਾਂ ਚੋਣਾਂ ਦੇ ਵਿੱਚ ਹੁਣ ਦੇ ਹਾਲਾਤਾਂ ਮੁਤਾਬਕ ਕੀ ਲੱਗਦਾ ਕਿ ਕਿਸ ਦੀ ਜਿੱਤ ਹੋਵੇਗੀ। ਹੋਰ ਵੀ ਮੁੱਦੇ ਜਿਹੜੇ ਪੰਜਾਬ ਦੇ ਨਾਲ ਜੁੜੇ ਹੋਏ ਵੱਖ-ਵੱਖ ਹੋਣਗੇ। ਬੀਤੇ ਦਿਨ ਵਿਕਰਮ ਮਜੀਠੀਆ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ, ਉਹਦੇ ਵਿੱਚ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉੱਤੇ ਕਈ ਇਲਜ਼ਾਮ ਲਗਾਏ ਗਏ। ਇੱਕ ਸਟਿੰਗ ਦਾ ਦਾਅਵਾ ਕੀਤਾ ਗਿਆ ਸੀ। ਉਹ ਸਟਿੰਗ ਦੇ ਉੱਤੇ ਪੰਜਾਬ ਦੇ ਲੋਕ ਕਿਸ ਤਰ੍ਹਾਂ ਦੇਖਦੇ ਹੈ, ਕਿਸ ਤਰ੍ਹਾਂ ਦੀ ਸਿਆਸਤ ਜਿਹੜੀ ਉਹਦੇ ਉੱਤੇ ਭਖਦੀ ਨਜ਼ਰ ਆ ਰਹੀ ਹੈ, ਜਾਂ ਉਸ ਦਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਕੀ ਨੁਕਸਾਨ ਹੋਊਗਾ, ਇਹਦਾ ਜ਼ਿਕਰ ਵੀ ਕਰਾਂਗੇ। ਇਸ ਤੋਂ ਇਲਾਵਾ ਗੱਲ ਕਰਾਂਗੇ ਮੁਹੰਮਦ ਮੁਸਤਫਾ ਦੀ। ਇੱਕ ਵਿਵਾਦਿਤ ਬਿਆਨ ਮੁਹੰਮਦ ਮੁਸਤਫਾ ਦੇ ਵੱਲੋਂ ਬੀਤੇ ਦਿਨ ਦਿੱਤਾ ਗਿਆ ਸੀ, ਜਿਸ ਤੋਂ ਬਾਅਦ FIR ਵੀ ਉਹਨਾਂ ਦੇ ਉੱਤੇ ਦਰਜ ਹੋ ਗਈ ਹੈ। ਕੀ ਮਾਇਨੇ ਸੀ ਉਸ ਬਿਆਨ ਦੇ ਉੱਤੇ? ਕਿ ਵਾਕਿਆ ਹੀ ਜਿਹੜੀ ਗੱਲ ਪ੍ਰਚਾਰੀ ਜਾ ਰਹੀ ਹੈ ਉਹੀ ਉਹਨਾਂ ਦੇ ਬਿਆਨ ਦਾ ਮਤਲਬ ਸੀਗਾ, ਜਾਂ ਕੁਝ ਕਹਿਣਾ ਹੋਰ ਚਾਹੁੰਦੇ ਸੀ ਤੇ ਬਾਅਦ ਦੇ ਵਿੱਚ ਉਹਨੂੰ ਬਣਾ ਕੁਝ ਹੋਰ ਦਿੱਤਾ ਗਿਆ? ਇਸ ਤੇ ਵੀ ਜ਼ਿਕਰ ਕਰਾਂਗੇ। ਹੋਰ ਵੀ ਵੱਖ-ਵੱਖ ਪੰਜਾਬ ਦੇ ਜਿਹੜੇ ਮੁੱਦੇ ਹੈ, ਜੋ ਚਲੰਤ ਮੁੱਦੇ ਨੇ, ਉਹਨਾਂ ਉੱਤੇ ਗੱਲਬਾਤ ਕਰਾਂਗੇ, ਚਰਚਾ ਕਰਾਂਗੇ। ਔਰ ਚਰਚਾ ਕਰਨ ਦੇ ਲਈ ਸਾਡੇ ਨਾਲ ਹੋਣਗੇ, ਆਪਾਂ ਕਹਿ ਸਕਦੇ ਹਾਂ ਕਿ ਵੱਖ-ਵੱਖ ਮੁੱਦਿਆਂ ਦੇ ਉੱਤੇ ਉਹ ਪਕੜ ਰੱਖਦੇ ਆ, ਉਹਨਾਂ ਦੀ ਪਛਾਣ ਜਿਹੜੀ ਹੈ ਉਹ ਸਭ ਜਾਣਦੇ ਆ। ਮੈਨੂੰ ਆਪਣੇ ਮੂੰਹੋਂ ਕਹਿਣ ਦੀ ਲੋੜ ਨਹੀਂ ਹੈ, ਪਰ ਫਿਰ ਵੀ ਜੇਕਰ ਆਪਾਂ ਉਹਨਾਂ ਨੂੰ ਅੱਜ ਦੇ ਹਾਲਾਤਾਂ ਮੁਤਾਬਕ ਚਰਚਾ ਦੇ ਵਿੱਚ ਜਿਸ ਤਰ੍ਹਾਂ ਲੈ ਕੇ ਆਏ ਹਾਂ, ਤਾਂ ਫਿਰ ਆਪਾਂ ਰਾਜਨੀਤਿਕ ਸਲਾਹਕਾਰ ਉਹਨਾਂ ਨੂੰ ਕਵਾਂਗੇ, ਰਾਜਨੀਤਿਕ ਮਾਹਿਰ ਕਵਾਂਗੇ, ਰਾਜਨੀਤਿਕ ਵਿਸ਼ੇਸ਼ज्ञ ਕਵਾਂਗੇ। ਡਾਕਟਰ ਪਿਆਰੇ ਲਾਲ ਗਰਗ ਜੀ ਸਾਡੇ ਨਾਲ ਹੋਣਗੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਤੇ ਫਿਰ ਇਹਨਾਂ ਮੁੱਦਿਆਂ ਦੇ ਉੱਤੇ ਇੱਕ-ਇੱਕ ਕਰਕੇ ਜਿਹੜੀ ਆ ਉਹ ਗੱਲਬਾਤ ਵੀ ਉਹ ਸ਼ੁਰੂ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਸਾਡੇ ਚੈਨਲ ਦੇ ਉੱਤੇ ਜੀ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ। ਡਾਕਟਰ ਸਾਹਿਬ, ਸਿਆਸਤ ਜਿਹੜੀ ਆ ਹੁਣ ਭਖੀ ਹੋਈ ਆ ਪੂਰੀ, ਕਿਉਂਕਿ ਚੋਣਾਂ ਨੂੰ ਕੁਝ ਕੁ ਹੀ ਦਿਨ ਬਾਕੀ ਰਹਿ ਗਏ ਆ। ਪੰਜਾਬ ਦੇ ਜਿੰਨੇ ਵੀ ਸਿਆਸਤਦਾਨ ਹੈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਆ ਕਿ ਕਿਵੇਂ ਨਾ ਕਿਵੇਂ ਅਸੀਂ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਖਰੇ ਉਤਰੀਏ, ਲੋਕਾਂ ਨੂੰ ਇਸ ਤਰ੍ਹਾਂ ਦੇ ਵਾਅਦੇ ਜਿਹੜੇ ਆ ਉਹ ਅਸੀਂ ਕਰਕੇ ਦਿਖਾਈਏ ਕਿ ਜਿਹਦੇ ਨਾਲ ਲੋਕ ਸਾਡੇ ਤੇ ਭਰੋਸਾ ਕਰਨ, ਤੇ ਆਖਰਕਾਰ ਉਹਨਾਂ ਦੀ ਵੋਟ ਜਿਹੜੀ ਹੈ ਉਹ ਸਾਡੀ ਪੇਟੀ ਦੇ ਵਿੱਚ ਆ ਕੇ ਡਿੱਗ ਪਵੇ, ਜਾਂ ਫਿਰ ਸਾਡਾ ਜਿਹੜਾ ਚੋਣ ਨਿਸ਼ਾਨ ਹੈ ਉਹਦੇ ਉੱਤੇ ਉਹਨਾਂ ਦੀ ਉਂਗਲ ਬਦੋਬਦੀ ਦੱਬੀ ਜਾਵੇ। ਤਾਂ ਜਿਹੜੇ ਹੁਣ ਦੇ ਹਾਲਾਤ ਨੇ ਉਹਦੇ ਮੁਤਾਬਕ ਕੀ ਲੱਗਦਾ ਹੈ ਅੱਜ ਦੀ ਜਿਹੜੀ ਸਥਿਤੀ ਹੈ ਉਹਦੇ ਮੁਤਾਬਕ ਕਿਹੜੀ ਪਾਰਟੀ ਲੱਗਦਾ ਕਿ ਸਭ ਤੋਂ ਉੱਪਰ ਜਾ ਰਹੀ ਹੈ, ਜੇਕਰ ਆਪਾਂ ਗ੍ਰਾਫ ਦੀ ਗੱਲ ਕਰੀਏ ਤਾਂ? ਦੇਖੋ, ਜੇ ਪਹਿਲੀ ਗੱਲ ਤਾਂ ਇਹ ਹੈ ਵੀ ਸਿਆਸਤ ਇਹ ਚੋਣਾਂ ਦੀ ਸਿਆਸਤ ਆ। ਸਿਰਫ ਸਿਆਸਤਾਂ ਸਾਰੀ ਉਮਰ ਕਰਨੀ ਹੁੰਦੀ ਹੈ, ਜਦ ਚੋਣਾਂ ਜਿੱਤ ਲੈਂਦੇ ਉਦੋਂ ਬਾਅਦ ਵੀ ਕਰਨੀ ਹੁੰਦੀ ਹੈ। ਪਰ ਹੁਣ ਇਹ ਸਿਰਫ ਲੋਕਾਂ ਕੋਲ ਜਾ ਕੇ ਸਿਆਸਤ ਕਰਦੇ ਨੇ, ਫਿਰ ਇਹ ਆਪਸ ਵਿੱਚ ਕਰਦੇ ਨੇ ਇੱਕ ਦੂਜੇ ਨਾਲ।
ਹੁਣ ਵੀ ਆਪਸ ਵਿੱਚ ਵੀ ਕਰਦੇ ਨੇ, ਇੱਕ ਦੂਜੇ ਮਿਹਣੇ ਮੁਨੀ ਵੀ ਹੁੰਦੇ ਨੇ, ਪਰ ਫਿਰ ਬਿਲਕੁਲ ਹੀ ਇਹੀ ਰਹਿ ਜਾਂਦੀ ਹੈ ਵੀ ਮਿਹਣੇ ਮੁਨੀ ਉਹ, ਬਾਕੀ ਲੋਕਾਂ ਨੂੰ ਤਾਂ ਬੇਵਕੂਫ ਜੋ ਬਣਾਉਣਾ ਬਣਾਈ ਜਾਓ। ਇਹ ਇੱਕ ਸਿਆਸਤ ਦਾ ਪ੍ਰੋਬਲਮ ਹੈ। ਸਿਆਸਤ ਕਿਸਾਨਾਂ ਦੀ ਵੀ ਜਿਹੜਾ ਐਡਾ ਵੱਡਾ ਅੰਦੋਲਨ ਸੀ ਉਹ ਵੀ ਸਿਆਸਤ ਸੀ। ਸਿਆਸਤ ਕੀ ਹੈ? ਸਿਆਸਤ ਇੱਕ ਵਿਵਸਥਾ ਹੈ। ਉਹ ਵਿਵਸਥਾ ਕੁਝ ਲੋਕਾਂ ਨੂੰ ਫਿੱਟ ਨਹੀਂ ਆ ਰਹੀ, ਕੁਝ ਕਮਿਊਨਿਟੀ ਨੂੰ ਫਿੱਟ ਨਹੀਂ ਆ ਰਹੀ, ਕਿਸੇ ਰਿਲੀਜਨ ਨੂੰ ਫਿੱਟ ਨਹੀਂ ਆ ਰਹੀ, ਕਿਸੇ ਲੈਂਗੁਏਜ ਮਿਨੋਰਟੀ ਨੂੰ ਫਿੱਟ ਨਹੀਂ ਆ ਰਹੀ। ਉਹਦੇ ਉੱਤੇ ਇਤਰਾਜ਼ ਕਰਦਾ ਹੈ ਕਿ ਜੀ ਤੁਸੀਂ ਆਹ ਬਣਾ ਰਹੇ ਹੋ, ਇਹ ਗਲਤ ਹੈ। ਕਿਸੇ ਨੂੰ ਇਕਨੋਮਿਕਲੀ ਫਿੱਟ ਨਹੀਂ ਆ ਰਹੀ, ਕਿਸੇ ਕਿੱਤੇ ਨੂੰ ਫਿੱਟ ਨਹੀਂ ਆ ਰਹੀ। ਇਹ ਸਾਰੀ ਸਿਆਸਤ ਹੁੰਦੀ ਹੈ। ਇਹ ਸਿਆਸਤ ਨੂੰ ਅਸੀਂ ਰਿਡਿਊਸ ਕਿੱਥੇ ਕਰਤਾ? ਇਹਦੇ 'ਚ ਇੱਕ ਬੌਂਡ ਹੁੰਦਾ ਹੈ ਪਵਿੱਤਰਤਾ ਦਾ। ਇਹ ਜਿਹੜਾ ਵੀ ਕੁਝ ਕਹਿਣਾ ਸੱਚ ਬੋਲ ਕੇ ਕਹਿਣਾ ਹੈ, ਆਪਦੀ ਗੱਲ ਦੀ ਦਲੀਲ ਦੇਣੀ ਹੈ, ਨਾ ਕਿ ਤੱਥ ਹੀ ਗਲਤ ਦੇਣੇ। ਬਿਲਕੁਲ। ਅੱਜ ਸਾਡੀ ਸਿਆਸਤਿਕਤਾ ਇੱਥੇ ਆ ਗਈ, ਜਿਹਨੂੰ ਅਸੀਂ ਸਿਆਸਤ ਕਹਿ ਰਹੇ ਹਾਂ ਵੀ ਤੱਥ ਵੀ ਬਦਲ ਕੇ ਦੇ ਦਿਓ, ਤੱਥ ਵਿੱਚੋਂ ਚੁਣ ਕੇ ਦੇ ਦਿਓ ਆਪਦੀ ਮਰਜ਼ੀ ਦੇ, ਬਾਕੀ ਸਾਰੇ ਛੱਡ ਦਿਓ। ਇਹ ਤਾਂ ਹੋ ਸਕਦਾ ਹੁੰਦਾ ਸਿਆਸਤਦਾਨ ਜਿਹੜੇ ਉਹਦੇ ਹੱਕ ਦੇ ਤੱਥ ਨੇ ਉਹ ਥੋੜਾ ਪ੍ਰੋਜੈਕਟ ਕਰਕੇ ਕਹੇਗਾ, ਆਪਾਂ ਅਦਾਲਤਾਂ 'ਚ ਵੀ ਦੇਖਦੇ ਹਾਂ। ਦੂਜੇ ਨੂੰ ਥੋੜਾ ਥੱਲੇ ਕਰਕੇ ਕਹੇਗਾ ਵੀ ਨਹੀਂ ਗੱਲ ਤਾਂ ਹੈਗੀ ਆ, ਪਰ ਕੋਈ ਵੱਡੀ ਗੱਲ ਨਹੀਂ ਹੈ। ਪਰ ਜੇ ਉਹਨੂੰ ਤੁਸੀਂ ਬਿਲਕੁਲ ਇਗਨੋਰ ਮਾਰ ਦਿਓ ਤੇ ਆਪਦੇ ਚਾਰ ਗੱਲਾਂ ਜੋੜ ਦਿਓ, ਫਿਰ ਇਹ ਸਿਆਸਤ ਨਹੀਂ ਰਹਿੰਦੀ। ਫਿਰ ਮੈਂ ਕਹਾਂਗਾ ਉਹ ਝੂਠ ਤੂਫਾਨ ਬਣ ਜਾਂਦਾ ਹੈ। ਤੇ ਉਹ ਅੱਜ ਸਾਡੀ ਸਿਆਸਤ ਦਾ ਸਾਰੀਆਂ ਪਾਰਟੀਆਂ 'ਚ ਹਾਲ ਹੈ। ਜਿਹੜਾ ਦੂਜਾ ਤੁਹਾਡਾ ਸਵਾਲ ਹੈ ਬਈ ਅੱਜ ਜੇ ਆਪਾਂ ਅੱਜ ਦੀ ਹਾਲਤ ਦੇਖੀਏ, ਕਿਉਂਕਿ ਰੋਜ਼ ਪਰ ਹਾਲਤ ਬਦਲਦੇ ਰਹਿੰਦੇ ਨੇ। ਤੁਹਾਨੂੰ ਪਤਾ ਪਿਛਲੀ ਵਾਰੀ ਕਿੱਦਾਂ ਹਾਲਤ ਬਦਲ ਰਹੀ ਸੀ, ਪਾਰਲੀਮੈਂਟ ਦੀ ਚੋਣ ਵੇਲੇ ਕਿੱਦਾਂ ਬਦਲ ਰਹੀ ਸੀ। ਪੁਲਵਾਮਾ ਨਾ ਹੁੰਦਾ ਤੇ ਅੱਜ ਸਰਕਾਰ ਸ਼ਾਇਦ ਹੋਰ ਹੁੰਦੀ ਉੱਥੇ। ਸੋ ਉਹਦੇ ਵਿੱਚ ਇਹ ਹੈ ਕਿ ਇਸ ਵਕਤ ਤੱਕ ਜਿਹੜੀਆਂ ਸਾਰੀਆਂ ਪਾਰਟੀਆਂ ਨੇ ਉਹ ਪੋਲ ਸਰਵੇ ਤਾਂ ਬਹੁਤ ਕੁਝ ਕਹਿੰਦੇ ਨੇ, ਪਰ ਮੈਨੂੰ ਅਜੇ ਵੀ ਲੱਗਦਾ ਵੀ ਇਹ ਜਿਹੜੇ ਤਿੰਨ ਧੜੇ ਨੇ ਖਾਸ ਕਰਕੇ, ਜਿਨ੍ਹਾਂ ਦੇ ਵਿੱਚ ਅਕਾਲੀ, ਕਾਂਗਰਸ ਤੇ ਆਪ, ਇਹਨਾਂ ਦਾ ਅਜੇ ਵੀ ਉੱਤੇ ਹੱਥ ਹੈ। ਚੌਥਾ ਇਹਨਾਂ ਨੂੰ ਕਿਸਾਨ ਜਿਹੜਾ ਸੰਯੁਕਤ ਸਮਾਜ ਮੋਰਚਾ ਹੈ ਉਹ ਟੱਕਰ ਜਾਏਗਾ। ਤੇ ਜਿਹੜੇ ਹੈਗੇ ਨੇ ਬੀਜੇਪੀ ਤੇ ਉਹਨਾਂ ਦੇ ਭਾਈਵਾਲ ਤੇ ਜਿਹੜਾ ਸਾਰਾ ਕੁਝ ਹੋ ਰਿਹਾ ਹੈ ਉਹਦਾ ਕੋਈ ਬਹੁਤ ਜ਼ਿਆਦਾ ਉਹਨਾਂ ਨੂੰ ਵੋਟ ਵਗੈਰਾ ਦਾ ਸੰਭਾਵਨਾ ਘੱਟ ਹੈ, ਜਿੰਨਾ ਚਿਰ ਕੋਈ ਖਾਸ ਹੀ ਗੱਲ। ਇਸ ਵਕਤ ਜਿਹੜੀ ਕਾਂਗਰਸ ਹੈ ਉਹਦੇ ਵਿੱਚ ਵੀ ਆਪਸ ਵਿੱਚ ਆਪਾਂ ਨੂੰ ਪਤਾ ਹੀ ਹੈ ਟੁੱਟ ਭੱਜ ਟੱਕਰ ਚੱਲੀ ਜਾ ਰਹੀ ਹੈ। ਜਿਹਨੂੰ ਟਿਕਟ ਨਹੀਂ ਮਿਲਦਾ, ਅਸਲ ਸਾਰੀਆਂ ਪਾਰਟੀਆਂ 'ਚ ਇਹ ਹੋ ਗਿਆ। ਬਿਲਕੁਲ। ਜਿਹਨੂੰ ਟਿਕਟ ਨਹੀਂ ਮਿਲਦਾ ਉਹ ਦੂਜੇ ਪਾਸੇ ਛਾਲ ਮਾਰਦਾ। ਇਸ ਤੋਂ ਇਹ ਪਤਾ ਲੱਗਦਾ ਵੀ ਆਪਾਂ ਜੋ ਮਰਜ਼ੀ ਕੈਸਰਾਈਆਂ ਲਾ ਲਈਏ, ਜਿਹੜਾ ਮਰਜ਼ੀ ਜਿੱਤੇ, ਉਹ ਤਾਂ ਸਿਰਫ ਟਿਕਟ ਲੈਣਾ ਚਾਹੁੰਦੇ ਨੇ। ਜਦ ਬੰਦੇ ਦਾ ਸੀਮਤ ਰਿਜ਼ਲਟ ਇਹ ਆ ਜੇ, ਮੈਂ ਟੀਚਰ ਰਿਹਾ ਮੈਡੀਕਲ ਕਾਲਜ ਦਾ, ਜੇ ਬੱਚਾ ਇਹ ਫੈਸਲਾ ਕਰੇ ਮੈਂ ਤਾਂ ਪਾਸ ਹੋਣਾ ਹੈ, ਫਿਰ ਉਹ ਹੇਰਾ ਫੇਰੀ, ਠੱਗੀ, ਨੰਬਰ, ਹੋਰ ਸਭ ਕੁਝ, ਝੂਠ ਤੂਫਾਨ ਸਭ ਕੁਝ ਕਰੇਗਾ, ਕਿਉਂਕਿ ਉਹਨੇ ਨਿਸ਼ਾਨਾ ਬਣਾ ਲਿਆ ਮੈਂ ਤਾਂ ਪਾਸ ਹੋਣਾ, ਬਸ ਜੋ ਮਰਜ਼ੀ ਹੋ ਜੇ। ਉਹ ਦੂਜੇ ਨੂੰ ਵੀ ਬਿਠਾਉਂਦਾ ਹੈ। ਮੈਂ ਫੜੇ ਨੇ ਦੂਜੇ ਬਿਠਾਏ ਹੋਏ ਯੂਨੀਵਰਸਿਟੀ ਦੇ ਇਮਤਿਹਾਨ 'ਚ। ਤੇ ਉਹਦੇ ਵਿੱਚ ਕੀ ਹੈ ਵੀ ਅੱਜ ਸਾਡੀ ਸਿਆਸਤ 'ਚ ਆਪਾਂ ਦੇਖਦੇ ਹਾਂ ਕਾਂਗਰਸ ਦੇ ਵਿੱਚੋਂ ਟਪੂਸੀ ਮਾਰ ਕੇ ਫਟਾਫਟ ਚਲੇ ਜਾਂਦੇ ਨੇ। ਜਿਹੜਾ ਬੰਦਾ ਸਾਰੀ ਉਮਰ ਕਹਿੰਦਾ ਮੈਂ ਕਾਂਗਰਸੀ ਰਿਹਾ, ਉਹ ਬੀਜੇਪੀ ਦਾ ਬਣ ਜਾਂਦਾ। ਜਿਹੜਾ ਕਹਿੰਦਾ ਮੈਂ ਤਾਂ ਜੀ ਇਹ ਤਾਂ ਕਾਂਗਰਸ ਪਾਰਟੀ ਹੈ, ਉਹ ਬੜਾ ਉਹ ਵੀ ਉਹਨੂੰ ਬੁਲਾ ਲੈਂਦੇ ਫਟਾਫਟੀ, ਉਹਦੇ ਉੱਤੇ ਕੋਈ ਪਾਣੀ ਛਿੜਕਦੇ ਨੇ, ਕਹਿੰਦੇ ਹੁਣੇ ਪਵਿੱਤਰ ਹੋ ਗਿਆ। ਸੋ ਇਸ ਕਰਕੇ ਇਹ ਨਿਝਿਜਕ ਹੋ ਕੇ ਪਾਪ ਕਮਾਉਂਦੇ ਨੇ ਤੇ ਫਿਰ ਨਹਾ ਕੇ ਕਹਿ ਦਿੰਦੇ ਵੀ ਅਸੀਂ ਹੁਣ ਪਵਿੱਤਰ ਹੋ ਗਏ, ਉਤਰ ਗਏ ਸਾਰੇ। ਸੋ ਇਹ ਜਿਹੜੀ ਸਮੱਸਿਆ ਇਹ ਵੱਡੀ ਹੈ। ਇਹ ਗਾਹਾਂ ਦੋ ਪਾਰਟੀਆਂ 'ਚ ਘੱਟ ਹੈ। ਬੀਜੇਪੀ 'ਚ ਤਾਂ ਆਈ ਸੀ ਜਦ ਕਿਸਾਨ ਅੰਦੋਲਨ ਚੱਲ ਰਿਹਾ ਸੀ, ਉਦੋਂ ਉਹਨਾਂ ਦੇ ਕਈ ਕਦਾਵਰ ਨੇਤਾ ਜਿਹੜੇ ਸੀਗੇ, ਕਿਉਂਕਿ ਉਹਨਾਂ ਦਾ ਪ੍ਰਿੰਸੀਪਲ ਇਹ ਡਿਫਰੈਂਸ ਸੀ ਕਿ ਤੁਸੀਂ ਕਿਸਾਨਾਂ ਨਾਲ ਇੱਦਾਂ ਨਾ ਕਰੋ। ਉਹਨਾਂ ਨੇ ਪਾਰਟੀਆਂ ਛੱਡੀਆਂ, ਪਰ ਇੱਦਾਂ ਹੀ ਅਕਾਲੀ ਦਲ 'ਚ ਥੋੜ੍ਹਾ ਜਿਹਾ ਆਇਆ ਸੀ ਤੇ ਉਹਦੇ ਵਿੱਚ ਪਹਿਲਾਂ ਉਹਨਾਂ ਨੇ ਜਿਨ੍ਹਾਂ ਨੂੰ ਛੱਡਦਿਆਂ ਸੰਯੁਕਤ ਬਣ ਗਿਆ, ਉਹ ਬ੍ਰਹਮਪੁਰਾ ਜੀ ਗਏ, ਫਿਰ ਵਾਪਸ ਆ ਗਏ, ਉਹ ਸਾਰਾ ਕੁਝ ਹੁੰਦਾ ਰਿਹਾ। ਹੁਣ ਮਲੂਕਾ ਸਾਹਿਬ ਨਾਲ ਥੋੜਾ ਜਿਹਾ ਪਿਆ ਸੀ ਇਹਨਾਂ ਦਾ ਚੱਕਰ, ਪਰ ਸੋਲਵ ਹੋ ਗਿਆ, ਕਿਉਂਕਿ ਉੱਥੇ ਪਾਰਟੀ ਦਾ ਆਪਦਾ ਇੱਕ ਤੌਰ ਤਰੀਕਾ ਹੈਗਾ ਜਿਹਦੇ ਵਿੱਚ ਕੁਛ ਨਾ ਕੁਛ ਉਹ ਰਿਜ਼ੋਲਵ ਕਰ ਲੈਂਦੇ ਨੇ, ਜਿਹੋ ਜਿਹੇ ਮਰਜ਼ੀ ਕਰਨਾ। ਜਿਹੜੀ ਕਾਂਗਰਸ ਹੈ ਉਹਦੇ 'ਚ ਰੈਜ਼ੋਲੂਸ਼ਨ ਦੀ ਮੈਕੈਨਿਜ਼ਮ ਬਹੁਤ ਪੂਰ ਹੈ। ਉਹਦੇ 'ਚ ਹਰੇਕ ਬੰਦਾ ਹੰਨੇ ਬੰਨੇ ਵੀ ਚੰਗਾ, ਮੈਂ ਤਾਂ ਪਹਿਲਾਂ ਕੈਪਟਨ ਸਾਹਿਬ ਨੂੰ ਟਿਕਟ ਹੀ ਮਿਲਦੀ ਰਹੀ ਸੀ ਧੱਕੇ ਨਾਲ ਵੀ, ਨਹੀਂ ਤਾਂ ਫਿਰ ਮੈਂ ਚਲਾ ਜਾਊਂਗਾ। ਪਰ ਜਦ ਹੁਣ 4.5 ਸਾਲ ਰਾਜ ਕਰਨ ਤੋਂ ਬਾਅਦ ਕਰਿਆ ਕੁਛ ਨਹੀਂ ਤੇ ਮੁੜ ਕੇ ਟਪੂਸੀ ਮਾਰ ਗਏ, ਹੁਣ ਉਹ ਬੀਜੇਪੀ ਦੇ ਗੁਣ ਗਾਈ ਜਾਂਦੇ ਨੇ। ਸੋ ਇਸ ਕਰਕੇ ਆਪ ਵਾਲਿਆਂ 'ਚ ਤਾਂ ਜਿੱਤ ਕੇ 3 ਵਾਰੀ ਤਾਂ ਐਡਓਪੀ ਬਦਲਣਾ ਪਿਆ, ਫਿਰ 10 ਬੰਦੇ ਟੁੱਟ ਕੇ ਚਲੇ ਗਏ, ਜਿਹੜੇ ਐਮਐਲਏ ਸੀ ਉਹ ਵੀ ਚਲੇ ਗਏ, ਜਿਨ੍ਹਾਂ ਨੂੰ ਐਮਐਲਏ ਦਾ ਟਿਕਟ ਮਿਲਿਆ ਉਹ ਵੀ ਛੱਡ ਕੇ ਚਲੇ ਗਏ। ਇਹਦੇ ਚੋਂ ਸਾਨੂੰ ਇਹ ਪਤਾ ਲੱਗਦਾ ਹੈ ਵੀ ਅਸੂਲ ਤਾਂ ਕਿਸੇ ਦਾ ਬਣਾ ਰਿਹਾ। ਜਿਹੜਾ ਬੰਦਾ ਐਮਐਲਏ ਚੁਣਿਆ ਹੋਇਆ ਹੈ, ਜੇ ਉਹ ਪਾਰਟੀ ਛੱਡ ਕੇ ਦੂਜੀ ਪਾਰਟੀ ਰਲਦਾ ਤਾਂ ਕੋਈ ਲਾਲਚ ਤਾਂ ਹੋਣਾ ਉਹਦਾ, ਨਹੀਂ ਤਾਂ ਠੀਕ ਹੈ ਐਮਐਲਏ ਹੈਗਾ, ਉਹ ਜਿਹੜਾ ਜਿਹਾ ਕੰਮ ਉਹਨੇ ਪਿੰਡਾਂ 'ਚ ਕਰਨਾ ਹੈ, ਪਿੰਡਾਂ ਦੇ ਲੋਕਾਂ ਨੂੰ ਇਕੱਠੇ ਕਰੇ, ਉਹਨਾਂ ਦੀਆਂ ਤਕਲੀਫਾਂ ਸੁਣੇ। ਐਮਐਲਏ ਤਾਂ ਐਮਐਲਏ ਆਫਟਰ ਆਲ, ਉਹਨੂੰ ਅਸੈਂਬਲੀ 'ਚ ਉਠਾ ਲੇ, ਨਹੀਂ ਉਠਾਉਂਦੇ ਆਪਦੀ ਪਾਰਟੀ 'ਚ ਉਠਾਵੇ, ਲੋਕਾਂ 'ਚ ਉਠਾਵੇ, ਲੋਕਾਂ ਨੂੰ ਕਹੇ ਕੋਈ ਨਹੀਂ ਐਜੀਟੇਟ ਕਰੋ, ਮੈਂ ਤੁਹਾਡੇ ਨਾਲ ਆ, ਕਿਉਂਕਿ ਤਾਂ ਲੋਕਾਂ ਦਾ ਨੁਮਾਇੰਦਾ। ਉਹ ਨਹੀਂ ਕਰਨਾ ਕੀ ਹੈ? ਕਰਨਾ ਇਹ ਹੈ ਵੀ ਕੋਈ ਮਾਫੀਆ ਰਾਜ ਨੂੰ ਸਪੋਰਟ ਕਰੀ ਜਾਂਦੀਆਂ, ਕੋਈ 4 ਬਦਲੀਆਂ ਕਰਾ ਲੈਂਦੀਆਂ ਨੇ, ਕੋਈ ਹੋਰ ਆਪਣਾ ਧੰਦਾ ਕਰ ਲੈਣਾ। ਸੋ ਜਦ ਇਸ ਪਾਸੇ ਤੁਸੀਂ ਆ ਗਏ ਵੀ ਤੁਹਾਨੂੰ ਸਹੂਲਤਾਂ ਮਿਲ ਗਈਆਂ, ਉਹਦੇ ਵਿੱਚ ਇੱਕ ਨਵਾਂ ਜਿਹੜੇ ਡਿਕਲੇਰੇਟਿਵ ਸ਼ੁਰੂ ਹੋ ਗਿਆ ਪਿਛਲੇ ਸਮੇਂ ਤੋਂ, ਉਹ ਇਹ ਹੋ ਗਿਆ ਵੀ ਕਈ ਪੈਨਸ਼ਨਾਂ ਲੈ ਲਓ,
ਕਈ ਤਨਖਾਹਾਂ ਲੈ ਲਓ, ਵੱਡੀਆਂ ਗੱਡੀਆਂ ਲੈ ਲਓ। ਆ ਪੰਜਾਬ 'ਚ ਹੀ ਹੈ ਗੱਡੀਆਂ ਵਾਲਾ MLA ਨੂੰ, ਇਨੋਵਾ ਗੱਡੀ ਲੈ ਲਓ, ਐਨ ਇੰਨਾ ਪੈਟਰੋਲ ਫਲਾਣਾ, ਇੰਨੇ ਪੈਸੇ। ਉਹ ਜਿਹੜਾ ਸਾਰਾ ਫਾਈਨੈਂਸ਼ੀਅਲ ਸਿੱਧੇ ਬੈਨੀਫਿਟ ਵੀ ਜੁੜ ਗਏ। ਜਿਹੜਾ ਕੋਈ ਸਬਰ ਵਾਲਾ ਉਹਨੇ ਬੈਨੀਫਿਟ ਹੀ ਬਥੇਰੇ ਨੇ, ਜਿਹਦੇ ਨਾਲ ਉਹਨੇ ਜੇ ਆਪਦੇ ਹਲਕੇ 'ਚ ਕੰਮ ਕਰਨਾ ਹੋਵੇ। ਉਹਦੇ 'ਚ ਗਾਹਾਂ ਇੱਕ ਹੋਰ ਨਵੀਂ ਗੱਲ ਕਰਤੀ ਪਾਰਟੀਆਂ ਨੇ, ਜਿੱਥੇ ਆਪਾਂ ਨੇ ਦੇਖਣਾ ਹਲਕਾ ਇੰਚਾਰਜ ਬਣਾਤੇ। ਉਹ ਕਹਿੰਦਾ ਮੈਨੂੰ ਕੋਈ ਪੁੱਛਦਾ ਨਹੀਂ, ਕਿਉਂਕਿ ਉਹ ਆਪਦੀ ਤਾਕਤ ਨਹੀਂ ਦਿਖਾਉਂਦਾ। ਅਸਲ 'ਚ ਕਿੱਥੇ ਆ, ਜਿੱਥੇ ਮੈਂ ਗੱਲ ਕਹਿਣਾ ਵੀ ਅੱਜ ਜਿਹੜੀ ਚੋਣ ਹੋ ਰਹੀ ਹੈ, ਚੋਣ ਦੇ ਵਿੱਚ ਅਕਾਲੀ ਦਲ ਕੋਲੇ 20% ਪੱਕੀ ਵੋਟ ਹੈ। ਇਹਦੀ ਵੋਟ ਕੋਈ ਹਿਲਾ ਨਹੀਂ ਸਕਦਾ, ਜਿੰਨਾ ਮਰਜ਼ੀ ਇਹ ਘੱਟ ਤੋਂ ਘੱਟ ਜਿੱਥੇ ਸੀਟਾਂ ਆਉਂਦੀਆਂ ਨੇ ਉਦੋਂ ਵੀ 20% ਵੋਟ ਇਹਨਾਂ ਨੂੰ ਆਉਂਦੀ ਆ ਆਪਦੀ। ਬਿਲਕੁਲ। ਹੁਣ ਤਾਂ 25 ਆਈ ਹੈ, ਪਿਛਲੀ ਵਾਰੀ ਸੀਟਾਂ ਤਾਂ 15 ਹੀ ਸੀਗੀਆਂ। 20% ਵੋਟ ਕਾਂਗਰਸ ਕੋਲ ਵੀ ਪੱਕੀ ਹੈਗੀ ਹੈ। ਹਾਲਾਂਕਿ 78 ਸੀਟਾਂ ਨਹੀਂ ਆ, 38.5% ਵੋਟ ਲਈ ਪਿਛਲੇ ਵਾਰੀ, ਪਰ ਪੱਕੀ 20% ਹੀ ਹੈ। ਜਿਹੜੀ ਆਪ ਹੈ ਉਹਦੀ ਵੋਟ ਤਾਂ ਬਹੁਤੀ ਫਲੋਟਿੰਗ ਹੈ। ਬੀਜੇਪੀ ਕੋਲ 5% ਵੋਟ ਸੀ, ਉਹ ਹੁਣ ਘਟੂਗੀ, ਵੱਧਦੀ ਨਹੀਂ, ਕਿਉਂਕਿ ਬੀਜੇਪੀ ਦੇ ਪ੍ਰਤੀ ਰੋਹ ਹੈ ਜਿਹੜਾ ਉਹ ਨਹੀਂ। ਹੁਣ ਆਪਣੇ ਸਾਹਮਣੇ ਆ ਗਿਆ ਸੰਯੁਕਤ ਸਮਾਜ ਮੋਰਚਾ ਜੀ। ਸੰਯੁਕਤ ਸਮਾਜ ਮੋਰਚੇ ਦਾ ਕਿਉਂਕਿ ਇੱਕ ਸੈਂਟੀਮੈਂਟ ਸੀ, ਪਰ ਉਹ ਟੁੱਟ ਗਿਆ। ਇਹ ਦੇਖਣ 'ਚ ਕੋਈ ਦੋ ਰਾਏ ਨਹੀਂ ਹੈ। ਉਹ ਜਿਹੜੇ ਪਰਪਸ ਵਾਸਤੇ ਉਹਨਾਂ ਨੇ ਇੱਕ ਤਾਂ ਇਹ ਗੱਲ ਫਰਕ ਨਹੀਂ ਸਮਝਿਆ ਵੀ ਸਾਡੇ ਨਾਲ ਜਿਹੜੇ ਸਾਰੇ ਲੋਕ ਜੁੜ ਗਏ ਸੀ, ਉਹ ਜੁੜੇ ਇਸ ਕਰਕੇ ਸੀ ਅਸੀਂ ਇੱਕ ਅਸੂਲੀ ਮੁੱਦਾ ਚੁੱਕਿਆ ਹੋਇਆ ਸੀ। ਉਹਦੇ ਚੋਣਾਂ ਦਾ ਮਾਮਲਾ ਹੀ ਨਹੀਂ ਸੀ, ਤਾਕਤ ਦਾ ਉਹਦੇ 'ਚ ਮਾਮਲਾ ਹੀ ਨਹੀਂ ਸੀ, ਉਹਦੇ ਜ਼ਮੀਨਾਂ ਦਾ, ਰੋਜੀ ਰੋਟੀ ਦਾ ਮਾਮਲਾ ਸੀ, ਉਹਦੇ 'ਚ ਕਾਣੀ ਵੰਡ ਦਾ ਮਾਮਲਾ ਸੀ, ਉਹ ਕਾਰਪੋਰੇਟ ਨਾਲ ਲੜਾਈ ਸੀ। ਉਹਦੇ ਸਾਰੇ ਜੁੜ ਗਏ, ਵਪਾਰੀ ਵੀ ਜੁੜ ਗਏ, ਆੜਤੀਏ ਵੀ ਜੁੜ ਗਏ, ਸ਼ਹਿਰੀ ਵੀ ਜੁੜ ਗਏ, ਪੇਂਡੂ ਵੀ ਜੁੜ ਗਏ। ਪਾਰਟੀਆਂ ਦੇ ਤੁਹਾਡੇ ਖਿਆਲ 'ਚ ਵੀ ਅਕਾਲੀਆਂ ਕੋਲ ਉਹ ਹੈ ਨਹੀਂ ਕਿ ਆਪਣੇ ਕਿਸਾਨ, ਕਾਂਗਰਸੀਆਂ ਕੋਲ ਕਿਸਾਨ ਨਹੀਂ ਹੈਗੇ, ਆਪ ਵਾਲਿਆਂ ਕੋਲ ਕਿਸਾਨ ਨਹੀਂ ਹੈਗੇ, BSP ਕੋਲ ਕਿਸਾਨ ਨਹੀਂ ਹੈਗੇ, ਈਵਨ BJP ਕੋਲ ਕਿਸਾਨ ਹੈਗੇ ਨੇ। ਸੋ ਇਹ ਜਿਹੜਾ ਤੌਰ ਤਰੀਕਾ ਉਹਨਾਂ ਨੂੰ ਇਹ ਭੁਲੇਖਾ ਪੈ ਗਿਆ ਵੀ ਸ਼ਾਇਦ ਅਸੀਂ ਬਹੁਤ ਵੱਡੇ ਤਕੜੇ ਆ ਜੀ। ਉਹਦੇ ਵਿੱਚ ਉਹ ਬੜੀ ਛੇਤੀ ਨਾਲ ਜੀ, ਭਾਵੇਂ ਸਾਡਾ ਇੱਕ ਆ ਜੇ ਦੋ ਆ ਜੇ, ਉਹਨਾਂ ਨੇ ਬਿਲਕੁਲ ਨਹੀਂ ਇਹ ਸੋਚਿਆ ਵੀ 115 MLA ਨੇ ਤਾਂ ਪਾਸ 2 ਵਾਰੀ ਕਰਿਆ ਨਾ, ਇਕੱਠੇ ਹੋ ਕੇ ਇੱਕ ਮਤ ਹੋ ਕੇ ਕਰਿਆ, ਅੰਦਰ ਜੋ ਮਰਜ਼ੀ ਬੋਲੇ, ਰੈਜ਼ੋਲੂਸ਼ਨ ਪਾਸ ਕਰਿਆ ਵੀ ਬਿੱਲ ਨਹੀਂ ਹੋਣੇ ਚਾਹੀਦੇ ਜੀ, ਫਿਰ ਵੀ ਇੱਥੋਂ ਗਵਰਨਰ ਹਾਊਸ ਚੋਂ ਨਹੀਂ ਗਏ। ਸੋ ਇਹ ਜਿਹੜੀ ਤਾਕਤ ਜੀ ਸਾਡੇ, ਜਿਹੜੀ ਮੈਂ ਦੂਜੀ ਗੱਲ ਕਹਿਣਾ ਵੀ ਅੱਜ ਅਸੈਸਮੈਂਟ ਇਹ ਦੇਖ ਕੇ ਕਰਨੀ ਪਊਗੀ ਇਹ ਫੈਕਟਰ ਨੂੰ ਕਿ ਸਾਡੇ ਬੰਦੇ ਕਿੰਨੇ ਕਾਲੇ ਨੇ। ਸਾਰੀ ਉਮਰ ਤਨਖਾਹਾਂ ਲੈਂਦੇ ਨੇ, ਨੌਕਰੀਆਂ ਕਰਦੇ ਨੇ, ਉੱਥੇ ਢੇਲੇ ਦਾ ਕੰਮ ਨਹੀਂ ਕਰਿਆ ਹੁੰਦਾ, ਮੁੜ ਕੇ ਆ ਕੇ ਚੌਧਰੀ ਬੰਦੇ ਵੀ ਹੁਣ ਅਸੀਂ MLA ਵੀ ਬਣ ਜਾਈਏ। ਪਹਿਲਾਂ ਇਹ ਕੰਮ ਸ਼ੁਰੂ ਹੋਇਆ ਸੀ ਕਮਿਊਨਿਸਟ ਪਾਰਟੀਆਂ 'ਚ। ਕਮਿਊਨਿਸਟ ਪਾਰਟੀਆਂ 'ਚ ਪਹਿਲਾਂ ਟ੍ਰੇਡ ਯੂਨੀਅਨ ਲੀਡਰ ਰਹਿੰਦਾ, ਉਦੋਂ ਕੰਮ ਨਹੀਂ ਕਰਦਾ, ਫਿਰ ਉਹ ਮੁੜ ਕੇ ਕੋਈ ਆ ਜਾਂਦਾ ਪਾਰਟੀ ਦੇ ਵਿੱਚ, ਉਸੇ ਪਾਰਟੀ ਦੇ ਚੌਧਰੀ ਬਣ ਜਾਂਦਾ, ਫਿਰ ਉਹ ਕੋਈ MP MLA ਵੀ ਬਣ ਜਾਂਦਾ ਸੀ। ਹੁਣ ਇਹ ਸਾਰੀਆਂ ਚੀਜ਼ ਸ਼ੁਰੂ ਹੋ ਗਿਆ। ਯਾਨੀ ਕਿ ਜਿਹਨੇ ਸਾਰੀ ਉਮਰ ਨੌਕਰੀ ਕਰੀ ਹੈ, ਤਨਖਾਹ ਲਈ ਹੈ, ਤੇ ਉਹਨੇ ਕਰਿਆ ਕੱਖ ਨਹੀਂ, ਤੇ ਹੁਣ ਉਹ ਦੁਬਾਰਾ ਪੈਨਸ਼ਨ ਇੱਕ ਹੋਰ ਲੈ ਲੂਗਾ, ਉਹਨੂੰ ਤਾਂ ਫਾਇਦਾ। ਉਹ ਵੀ ਵਪਾਰ ਹੈ, ਉਹ ਵੀ ਲਾਲਚਾ ਜਾ ਲੱਭਤਾ ਨੇ ਕਿਹਾ ਲੱਭਤਾ ਕੂੜਾ ਨੇ ਕਿੱਚੇ ਝੱਟ ਲੰਗਾਈਏ ਛੱਪੜ ਤੱਕ। ਸੋ ਇਹਦੇ ਵਿੱਚ ਹੈ ਹੋਇਆ ਕਿ ਅੱਜ ਸਾਨੂੰ ਵੈਲਿਊਏਟ ਫਿਰ ਲੋਕ ਕੀ ਕਰਨ, ਕਿਵੇਂ ਹੋਊਗੀ। ਹੁਣ ਅੱਜ ਦੀ ਜੇ ਡੇਟ ਦੇਖੀਏ, ਅੱਜ ਦੀ ਡੇਟ 'ਚ ਇਹ ਹੈ ਕਿ ਪਾਰਟੀਆਂ 'ਚ ਅਕਾਲੀ ਦਲ ਨੇ ਆਪਦੇ ਕੈਂਡੀਡੇਟ ਅਨਾਊਂਸ ਕਰੇ, ਕਾਂਗਰਸ ਦੇ 31 ਕੈਂਡੀਡੇਟ ਦਾ ਰੌਲਾ ਜੇ ਪਿਆ, ਜਿਹੜੇ ਪਹਿਲਾਂ 84 ਵੀ ਕਰੇ ਨੇ ਉਹਨਾਂ ਤੇ ਵੀ ਰੌਲਾ ਚੱਲ ਰਿਹਾ। ਉਹਦੇ ਵਿੱਚ ਵੀ ਕੋਈ ਬਹੁਤ ਸਾਰਿਆਂ ਦੀ ਸੈਟੀਸਫੈਕਸ਼ਨ ਨਹੀਂ, ਬਹੁਤ ਸਾਰੇ ਇੱਧਰ ਉੱਧਰ ਭੱਜ ਰਹੇ ਨੇ। ਇਸ ਤੋਂ ਅੱਗੇ ਤੀਜੀ, ਇੱਕ ਘਰ 'ਚ 2-2, ਇੱਕ ਘਰ 'ਚ 5-5 ਟਿਕਟਾਂ, ਕੋਈ ਕਹਿੰਦਾ ਮੇਰੇ ਰਿਸ਼ਤੇਦਾਰ ਨੂੰ ਵੀ ਦੇ ਦਿਓ। ਸੋ ਉਹਦੇ ਵਿੱਚ ਅੱਜ ਵੀ ਜੇ ਅਸੀਂ ਦੇਖੀਏ ਤਾਂ ਜਿਹੜੀਆਂ ਇਹ ਤਿੰਨੇ ਪਾਰਟੀਆਂ ਨੇ ਕੰਟੈਸਟ ਦੇ ਵਿੱਚ, ਤਾਂ ਅਸਲ 'ਚ ਤਿੰਨੇ ਨੇ। ਚੌਥਾ ਸੰਯੁਕਤ ਕਿਸਾਨ ਮੋਰਚਾ, ਸਮਾਜ ਮੋਰਚਾ, ਸੌਰੀ ਮੈਂ ਕਿਸਾਨ ਕਹਿ ਜਾਂਦਾ, ਵਰਡ ਕਿਸਾਨ ਤਾਂ ਉਹਨਾਂ ਨੇ ਕਹਿਤਾ ਵੀ ਸਾਡੇ ਨਾਲ ਨਹੀਂ ਗਾ। ਸੰਯੁਕਤ ਸਮਾਜ ਮੋਰਚਾ ਥੋੜੀ ਕਨੀ ਵੋਟ ਲਏਗਾ ਕਿਉਂਕਿ ਸੈਂਟੀਮੈਂਟ ਹੈਗਾ। ਜਿਵੇਂ ਆਪ ਵਾਲਿਆਂ ਨੂੰ ਪਹਿਲਾਂ ਵੀ ਇਹਨਾਂ ਨੂੰ ਕੀ ਮੰਨੀਆਂ, ਪਿਛਲੇ ਵਾਰੀ 26 ਸੀਟਾਂ ਤੋਂ ਸੈਕਿੰਡ ਆਏ ਸੀਗੇ, ਤੇ 4-5 ਸੀਟਾਂ ਤੇ ਉਹਨਾਂ ਦਾ ਸੀ ਕਿ ਜੇ ਥਰਡ ਵੀ ਆਏ ਨੇ ਤਾਂ ਮਾਰਜਨ ਸਾਰੇ 1000 ਘੱਟ ਸੀ ਸੈਕਿੰਡ ਵਾਲੇ ਨਾਲੋਂ। ਸੋ ਉਹ ਚੰਗੀ ਪੋਜੀਸ਼ਨ 'ਚ ਸੀਗੇ, ਕੋਈ ਬਹੁਤ ਜ਼ਿਆਦਾ, ਹਾਲਾਂਕਿ ਚਲੋ ਉਦੋਂ ਉਹਨਾਂ ਦਾ ਉਭਾਰ ਵੀ ਸੀ। ਹੁਣ ਸੰਯੁਕਤ ਸਮਾਜ ਮੋਰਚੇ ਕੋਲ, ਪਰ ਸੰਯੁਕਤ ਸਮਾਜ ਮੋਰਚਾ ਅਜੇ ਕੋਈ ਪ੍ਰੋਗਰਾਮ ਨਹੀਂ ਦੇ ਸਕਿਆ, ਅਜੇ ਉਹ ਆਪਦੇ ਕੈਂਡੀਡੇਟ ਨਹੀਂ ਤੈਅ ਕਰ ਸਕਿਆ। ਉਹਨਾਂ ਦੇ ਆਪਸ ਵਿੱਚ ਝਗੜੇ ਹੋਣੇ ਸ਼ੁਰੂ ਹੋ ਗਏ। ਉਹਦੇ ਵਿੱਚ ਇੱਕ ਨੇ ਤਾਂ ਕਹਿਤਾ ਵੀ ਅਸੀਂ ਤਾਂ ਆਪਦੀ ਪਾਰਟੀ ਦੇ ਟਿਕਟ ਤੇ ਲੜਾਂਗੇ, ਉਹਨਾਂ ਦੀ ਪਾਰਟੀ ਅਜੇ ਰਜਿਸਟਰ ਨਹੀਂ ਹੋਈ। ਤੇ ਇਲੈਕਸ਼ਨ ਕਮਿਸ਼ਨ ਨੇ, ਜਿਸ ਮੇਰਾ ਇੱਕ ਉਹਦੇ ਤੇ ਸਵਾਲ ਹੈ, ਕਹਿਣ ਨੂੰ ਬੁਰਾ ਲੱਗਦਾ ਬੰਦਿਆਂ ਨੂੰ, ਕਿਉਂਕਿ ਮੈਂ ਸਹੀ ਗੱਲ ਕਹਿਣਾ ਹਟ ਨਹੀਂ ਸਕਦਾ, ਵੀ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਜਦ ਅਸੀਂ ਰਜਿਸਟ੍ਰੇਸ਼ਨ ਵਾਸਤੇ ਅਪਲਾਈ ਕਰਦੇ ਹਾਂ ਉਹਦੀਆਂ ਸ਼ਰਤਾਂ ਪੂਰੀਆਂ ਕਰੀਦੀਆਂ ਨੇ ਜੀ, ਤੇ ਉੱਥੋਂ ਲਿਖ ਕੇ ਆ ਗਿਆ ਵੀ ਇਹ ਦੱਸੋ ਤੁਸੀਂ, ਉਹਦੇ 'ਚ ਫਾਰਮ ਤਾਂ ਬਣਿਆ ਹੋਇਆ ਕਿ ਤੁਸੀਂ ਦੱਸੋ ਪਹਿਲਾਂ ਤਾਂ ਨਹੀਂ ਰਜਿਸਟਰਡ। ਉਹ ਲਿਖਦੇ ਵੀ ਆਹ ਪਾਰਟੀਆਂ ਰਜਿਸਟਰਡ ਸੀਗੀਆਂ ਆਪਦੇ ਤੌਰ ਤੇ, ਪਰ ਹੁਣ ਅਸੀਂ ਵੱਖਰਾ ਇੱਕ ਬਣਾ ਲਈ ਹੈ, ਇਹ ਸਾਡੇ ਨਾਲ ਹੋ ਗਏ। ਉਹ ਤਾਂ ਹੋਣਗੇ, ਫਿਰ ਉਹਨਾਂ ਦੀ ਉਹ ਕੈਂਸਲ ਹੋਊਗੀ ਦੂਜੀ। ਦੋ ਤੁਸੀਂ ਰਜਿਸਟ੍ਰੇਸ਼ਨ ਨਹੀਂ ਕਰਾ ਸਕਦੇ, ਜਾਂ ਤੁਸੀਂ ਕਹੋ ਵੀ ਉਹ ਤਾਂ ਸਾਡਾ ਉਹਦੇ ਨਾਲ ਨਹੀਂ, ਅਸੀਂ ਤਾਂ ਵੱਖਰੀ ਬਣਾਈ ਹੈ, ਇਹਦੇ ਵਿੱਚ ਸ਼ਾਮਲ ਆ, ਇਹ ਵੀ ਨਹੀਂ ਕਰ ਸਕਦੇ ਉਹ। ਹੁਣ ਇਹ ਗੱਲ ਜਿਹੜੀ ਹੈ, ਜਦ ਅਸੀਂ ਫਾਰਮ ਭਰਦੇ ਹਾਂ, ਜੇ ਫਾਰਮ ਹੀ ਤੁਹਾਡਾ ਗਲਤ ਭਰਿਆ ਜਾਂਦਾ ਬਾਰ-ਬਾਰ, ਤਾਂ ਸਮਝ ਲਓ ਵੀ ਤੁਸੀਂ ਅੱਗੇ ਕਿੰਨਾ ਕੰਮ ਕਰੋ। ਉਹ ਤਾਂ ਤੁਸੀਂ ਆਪ ਬੜੇ ਧਿਆਨ ਨਾਲ ਭਰਨਾ ਹੁੰਦਾ ਨਾ ਜੀ, ਉੱਤੇ ਤੁਹਾਡਾ ਪੂਰਾ ਜ਼ੋਰ ਲੱਗਿਆ ਹੁੰਦਾ, ਸਲਾਹਕਾਰ ਕੋਲ ਹੁੰਦੇ ਨੇ। ਸੋ ਉਹਦੇ ਵਿੱਚ ਇੱਕ ਸਮੱਸਿਆ ਆਈ ਹੈ ਵੀ ਪਹਿਲਾਂ ਚਡੂਨੀ ਸਾਹਿਬ ਦਾ ਤੇ ਰਾਜੇਵਾਲ ਸਾਹਿਬ ਦਾ ਪੰਗਾ ਪਿਆ ਰਿਹਾ,
ਫਿਰ ਹੁਣ ਸਵੈਮਾਨ ਸਿੰਘ ਦਾ ਵੀ ਪੈ ਗਿਆ, ਫਿਰ ਉਹ ਲੋਕ ਅਧਿਕਾਰ ਵਾਲਿਆਂ ਦਾ ਵੀ ਪੈ ਗਿਆ। ਫਿਰ ਆਪਾਂ ਦੇਖਦੇ ਹਾਂ ਜੇ ਤਾਂ ਦੋਸ਼ ਵੀ ਲੱਗਣੇ ਸ਼ੁਰੂ ਹੋ ਗਏ, ਕਿੰਨੇ ਸੱਚੇ ਝੂਠੇ ਤਾਂ ਦੋਸ਼ ਤਾਂ ਮੈਨੂੰ ਲੱਗਦਾ ਵੀ ਐਵੇਂ ਇਹ ਕਹਿਣ ਦੀ ਗੱਲ ਹੈ, ਦੋਸ਼ਾਂ ਦੀ ਗੱਲ ਉਹਨਾਂ 'ਚ ਹੈ ਨਹੀਂ। ਮੈਨੂੰ ਅਜੇ ਮੰਨਣਾ ਇਹ ਔਖਾ ਹੈ ਵੀ ਕੋਈ ਨਾ ਕੋਈ ਉਹਨਾਂ 'ਚੋਂ ਹੇਰਾਫੇਰੀ ਕਰਨਾ ਚਾਹੁੰਦਾ ਹੈ। ਪਰ ਜੇ ਤੁਸੀਂ ਕਿਸੇ ਰਿਟਾਇਰੀ ਮਾਸਟਰ ਨੂੰ ਟਿਕਟ ਦੇ ਦਿੰਦੇ ਹੋ, ਕਿਸਾਨ ਵੀ ਨਹੀਂ, ਉਹ ਤਾਂ ਰਿਟਾਇਰੀ ਮਾਸਟਰ ਹੈ। ਜੇ ਤੁਸੀਂ ਕਿਸੇ ਕਾਂਗਰਸ ਵਾਲੇ ਨੂੰ ਟਿਕਟ ਦੇ ਦਿੰਦੇ ਹੋ ਇਹ ਕਹਿ ਕੇ ਕਿ ਕਿਸਾਨ ਹੈ, ਫਿਰ ਤਾਂ ਕਿਸਾਨ ਸਾਰੀ ਨੇ, ਫਿਰ ਅਕਾਲੀਆਂ ਦੇ ਨੂੰ ਵੀ ਦੇ ਦਿਓ, ਫਿਰ ਬੀਜੇਪੀ ਵਾਲਿਆਂ ਨੂੰ ਵੀ ਦੇ ਦਿਓ। ਜੇ ਕਿਸਾਨ ਕਹਿ ਕੇ ਦੇਣਾ ਹੈ ਤੁਸੀਂ, ਜੇ ਉਹਨੂੰ ਕਿਸਾਨੀ ਦੇ ਤੌਰ ਤੇ ਨਾ, ਇਹ ਦੇਖੋ ਮੋਰਚੇ 'ਚ ਉਹਦੀ ਕੰਟਰੀਬਿਊਸ਼ਨ ਕੀ ਸੀ ਤੁਹਾਡੀ ਪਾਰਟੀ 'ਚ। ਜੇ ਉਹ ਕੰਟਰੀਬਿਊਸ਼ਨ ਘੱਟ ਹੈ ਉਹਨੂੰ ਟਿਕਟ ਕਾਹਦਾ। ਤੁਸੀਂ ਫਿਰ ਕਹਿਣਾ ਅਸੀਂ ਜੀ ਵਿਨੇਬਿਲਿਟੀ ਦੇਖਦੇ ਹਾਂ, ਤੇ ਵਿਨੇਬਿਲਿਟੀ ਤਾਂ ਸਾਰੀਆਂ ਪਾਰਟੀਆਂ ਦੇਖਦੀਆਂ ਨੇ, ਫਿਰ ਤਾਂ ਗੱਲ ਉੱਥੇ ਆ ਗਈ। ਸੋ ਅੱਜ ਸਿਆਸਤ ਦੇ ਵਿੱਚ ਦੋ ਗੱਲਾਂ ਦੀ ਲੋੜ ਸੀ। ਇੱਕ ਹੈਗਾ ਪੈਰਲਲ ਸਿਆਸਤ ਦੇ ਨਾਲ ਸਾਰੀ ਸਿਆਸਤ ਗੰਦਲੀ ਹੋਈ ਹੈ, ਕੋਈ ਸ਼ੱਕ ਨਹੀਂ। ਇੱਕ ਦੂਜੇ 'ਚ ਜੋ ਮਰਜ਼ੀ ਦੋਸ਼ ਲਾ ਦੇਣ। ਮਾਫੀਆ ਰਾਜ ਅਕਾਲੀ ਦਲ 'ਚ ਵੀ ਰਿਹਾ, ਸਭ ਨੂੰ ਪਤਾ ਹੈ, ਕੋਈ ਦੋ ਰਾਏ ਨਹੀਂ ਇਹਦੇ 'ਚ। ਤੇ ਮਾਫੀਆ ਰਾਜ ਹੁਣ ਵੀ ਹੈ। ਉਹ ਤੇ ਦੋਸ਼ ਲਾਉਂਦੇ ਨੇ, ਉਹ ਤੇ ਦੋਸ਼ ਲਾਉਂਦੇ ਨੇ। ਉਹ ਉਹਨੂੰ ਕਹਿੰਦੇ ਨੇ ਤੈਨੂੰ ਤੁੰਨ ਦਾਂਗਾ ਅੰਦਰ, ਉਹ ਉਹਨੂੰ ਕਹਿੰਦੇ ਨੇ ਤੈਨੂੰ ਤੁੰਨ ਦਾਂਗਾ। ਇਹ ਤੁੰਨ ਦੋ ਦੀ ਪਾਲਿਟੀ ਇਹ ਲੋਕਾਂ ਵਾਸਤੇ ਠੀਕ ਨਹੀਂ ਹੈ, ਨਾ ਇਹ ਪੰਜਾਬ ਵਾਸਤੇ ਠੀਕ ਹੈ। ਬਿਲਕੁਲ। ਇੱਕ ਬਸ ਲਾਈਨ ਮੈਂ ਕਰਨਾ, ਫਿਰ ਤੁਸੀਂ ਸਵਾਲ ਕਰ ਲਓ। ਸੋ ਇਸ ਕਰਕੇ ਲੋਕ ਕੀ ਦੇਖ ਰਹੇ ਨੇ, ਲੋਕ ਦੇਖ ਰਹੇ ਨੇ ਵੋਟ ਪਾਉਣ ਤੋਂ ਪਹਿਲਾਂ ਡਿਸਾਈਡ ਕਰਨਗੇ। ਅੱਜ ਤੱਕ ਅਜੇ ਉਹਨਾਂ ਦਾ ਘੋਲ ਦੇਖ ਰਹੇ ਨੇ, ਉਹਨਾਂ ਨੇ ਆਪਦਾ ਡਿਸਾਈਡ ਨਹੀਂ ਕਰਿਆ। ਜੇ ਉਹ ਪੋਲ ਉਹਦੇ ਵਿੱਚ ਦੱਸਦੇ ਵੀ ਨੇ, ਕੋਈ ਪੁੱਛਣ ਜਾਂਦਾ ਹੈ, ਉਹ ਕੋਈ ਨਹੀਂ ਕਹੇਗਾ ਵੀ ਮੈਂ ਜਿੰਨਾ ਚਿਰ ਪੱਕਾ ਨਹੀਂ ਕਿਸੇ ਪਾਰਟੀ ਦਾ ਵੀ ਮੈਂ ਉਹਨੂੰ ਵੋਟ ਪਾਉਂ। ਉਹ ਜਿਹੜਾ ਰੁੱਖ ਜਿਹਾ ਦੇਖਦਾ ਨਾ, ਉਹੀ ਜੀ ਗੱਲ ਕਹਿ ਦਿੰਦਾ। ਉਹ ਤਾਂ ਛੱਡੋ, ਸਾਡੇ ਵਰਗੇ ਕੋਲ ਕਈ ਵਾਰ ਆਉਂਦੇ ਨੇ ਚੈਨਲ ਵਾਲੇ ਕਿ ਡਾਕਟਰ ਸਾਹਿਬ ਇਸ ਸਵਾਲ ਤੇ ਤੁਹਾਡਾ ਕੀ ਵਿਚਾਰ ਹੈ। ਉਹ ਕਹਾਣਾ ਚਾਹੁੰਦੇ ਹੁੰਦੇ ਨੇ। ਮੈਂ ਕਹਿੰਦਾ ਮੈਂ ਨਹੀਂ ਇਹ ਕਹਿੰਦਾ, ਭੁਲੇਖਾ ਨਾ ਰੱਖਿਓ, ਸਵਾਲ ਜਿਹੜਾ ਮਰਜ਼ੀ ਪੁੱਛੋ, ਜਵਾਬ ਮੈਂ ਆਪਣੀ ਮਰਜ਼ੀ ਦਾ ਦਊਂਗਾ ਜੀ, ਪਰ ਉਹਦੀ ਮੇਰੀ ਜ਼ਿੰਮੇਵਾਰੀ ਹੋਏਗੀ। ਫਿਰ ਉਹ ਕਈ ਵਾਰੀ ਵਿਚਾਰੇ ਝਿਜਕ ਜਾ। ਮੈਂ ਕਿਹਾ ਦੇਖ ਗੱਲ ਸੁਣੋ, ਇੰਟਰਵਿਊ ਲੈਣੀਆਂ ਨਹੀਂ ਨਾ ਦੀ, ਮੈਂ ਤਾਂ ਇੰਟਰਵਿਊ ਦੇ ਕੇ ਰਾਜੀ ਨਹੀਂ, ਮੇਰੇ ਕੋਲ ਤਾਂ ਟਾਈਮ ਨਹੀਂ ਹੁੰਦਾ। ਪਰ ਸਵਾਲ ਇਹ ਐਕਸਪੈਕਟ ਨਾ ਕਰੀ ਵੀ ਮੈਂ ਤੇਰੀ ਮਰਜ਼ੀ ਦਾ ਜਵਾਬ ਦਊਂਗਾ। ਹਾਂ, ਸਵਾਲ ਕਰਨਾ ਤੈਨੂੰ ਹੱਕ ਹੈ, ਇਹ ਤੇਰਾ ਹੱਕ ਹੈ। ਤੁਹਾਨੂੰ ਵੀ ਹੁਣ ਇਹੀ ਕਿਹਾ। ਬਿਲਕੁਲ। ਸੋ ਅੱਜ ਸਾਡੀ ਸਿਆਸਤ ਦੇ ਵਿੱਚ, ਅੱਜ ਦੇ ਦਿਨ ਦੇ ਵਿੱਚ, ਇਹ ਤਿੰਨ ਪਾਰਟੀਆਂ ਜ਼ਿਆਦਾ ਮੁਕਾਬਲੇ 'ਚ ਨੇ। ਆਪ ਦਾ ਸੈਂਟੀਮੈਂਟ ਅਜੇ ਵੀ ਟੁੱਟਿਆ ਨਹੀਂ, ਇਹ 'ਚ ਕੋਈ ਸ਼ੱਕ ਨਹੀਂ ਹੈ। ਕਾਂਗਰਸ ਦੇ ਪ੍ਰਤੀ ਸੈਂਟੀਮੈਂਟ ਘਟਿਆ ਹੈ। ਅਕਾਲੀ ਦਲ ਆਪਦਾ ਨਵਾਂ ਸੈਂਟੀਮੈਂਟ ਅਜੇ ਬਣਾ ਨਹੀਂ ਸਕਿਆ। ਤਿੰਨ ਗੱਲਾਂ ਦੀ ਕੀ ਲੋੜ ਸੀ। ਕਾਂਗਰਸ ਕੋਲ 38% ਵੋਟ ਆਈ ਸੀ, ਉਹਦੀ ਵੋਟ ਘਟੀ ਕੈਪਟਨ ਨੂੰ ਹਟਾਉਣ ਦਾ, ਫਿਰ ਆਪਸੀ ਝਗੜੇ, ਫਿਰ ਆ ਹੁਣ ਟਿਕਟਾਂ ਦੇ ਝਗੜੇ, ਫਿਰ ਇਹਨਾਂ ਦਾ ਪ੍ਰਧਾਨ ਵੀ ਆਪਸ ਵਿੱਚ ਲੜ ਪਿਆ। ਜਿਹੜਾ ਪਹਿਲਾ ਪ੍ਰਧਾਨ ਸੀ ਤੇ ਹੋਣ ਵਾਲਾ ਸੀ, ਉਹਨਾਂ ਦੀ ਕਿਹੜਾ ਬਣਦੀ ਹੈ। ਇਹ ਸਾਰੇ ਕਾਸੇ ਦੇ ਵਿੱਚ ਉਹਨਾਂ ਦੀ ਵੋਟ ਘਟੀ ਆ, ਵਧੀ ਨਹੀਂ। ਉਹ ਭੁਲੇਖੇ 'ਚ ਨਾ ਰਹਿਣਾ। ਇਸੇ ਤਰ੍ਹਾਂ ਜਿਹੜਾ ਅਕਾਲੀ ਦਲ ਸੀ, ਇਹਦੇ ਕੋਲ ਇੱਕ ਮੌਕਾ ਸੀ ਅੱਜ, ਉਹ ਮੌਕੇ 'ਤੇ ਚੁੱਪ ਰਿਹਾ। ਇਹਦੇ ਕੋਲ ਦੋ ਵੇਲੇ ਇਹੋ ਜਿਹੇ ਵੱਡੇ ਮੌਕੇ ਆਏ ਜਿਹੜੇ ਅਕਾਲੀ ਦਲ ਨੇ ਗੁਆਤੇ। ਇੱਕ ਮੌਕਾ ਇਹਦੇ ਕੋਲ ਆਇਆ ਕਿਉਂਕਿ ਇਹ ਜਿਹੜੀ ਸਿੱਖ ਫਲਸਫਾ ਹੈ ਉਹਦੇ ਕਹਿੰਦੇ ਨੇ ਵੀ ਅਸੀਂ ਪੈਰੋਕਾਰ ਹਾਂ। ਇੱਕ ਮੌਕਾ ਜਿੱਦਾਂ ਮੋਦੀ ਸਾਹਿਬ ਨੇ ਕਹਿਤਾ ਵੀ ਸਿੱਖਾਂ ਦਾ ਬੀਜ, ਮੋਦੀ ਸਾਹਿਬ ਦੇ ਇੱਥੇ ਕਹਿਣ ਤੋਂ ਵੀ ਮੈਂ ਬਚ ਕੇ ਨਿਕਲਿਆ ਕਿ ਮਨਾਕਸ਼ੀ ਦੇਖੀ ਨੇ ਪਾਤਾ, ਤੇ ਉੱਥੇ ਇਹਨਾਂ ਦੇ ਵੱਡੇ ਵੱਡੇ ਬੰਦਿਆਂ ਨੇ ਪਾਉਣਾ ਸ਼ੁਰੂ ਕਰਤਾ ਵੀ ਸਿੱਖਾਂ ਦਾ ਬੀਜ ਨਾਸ਼ ਕਰ ਦਿਆਂਗੇ। ਇੰਦਰਾ ਗਾਂਧੀ ਨਾ ਸਮਝੇ ਮੋਦੀ ਸਾਹਿਬ ਨੇ ਉਹਦੇ ਬੋਲੇ ਨਹੀਂ, ਜਦ ਕਿ ਇੱਥੇ ਬਿਲਕੁਲ ਅੱਜ ਹਿੰਮਤ ਕਿਵੇਂ ਪੈ ਗਈ ਤੁਹਾਨੂੰ ਕਹਿਣ ਦੀ। ਫਿਰ ਵੀਰਵਾਲ ਦਿਵਸ ਨਾਲ ਦੋ ਨਿਸ਼ਾਨੇ ਬਣ ਗਿਆ। ਇੱਕ ਪਾਸੇ ਵੀ ਕਿਉਂਕਿ ਬਾਲ ਦਿਵਸ ਮਨਾਇਆ ਜਾਂਦਾ ਪੰਡਿਤ ਨਹਿਰੂ ਦੇ ਨਾਂ ਤੇ, ਉਹ ਤਾਂ ਉਹਨਾਂ ਨੂੰ ਪਸੰਦ ਨਹੀਂ ਹੈ। ਇੱਧਰੋਂ ਵੀਰਵਾਲ, ਅਸੀਂ ਤਾਂ ਵੀਰ ਕਹਿੰਦੇ ਨਹੀਂ, ਸਾਡੇ ਤਾਂ ਸ਼ਹੀਦ ਨੇ, ਅਸੀਂ ਤਾਂ ਬਾਬਾ ਜੋਰਾਵਰ ਕਹੇ ਆ। ਅਸੀਂ ਉਹ ਸ਼ਹੀਦੀ ਦਿੱਤੀ ਹੈ। ਅਸੀਂ ਕੋਈ ਵੀਰ ਤਾਂ ਇਹਨਾਂ ਦਾ ਵੀਰ ਸਵਰਕਰ ਹੈ ਜਿਹੜਾ 10 ਵਾਰੀ ਮਾਫੀਆਂ ਮੰਗੀ, ਜਿਹਨੇ ਕਿੰਨੇ ਵਾਰੀ ਮਾਫੀਆਂ ਮੰਗੀਆਂ, ਡਿੱਗ ਕੇ ਮੰਗੀਆਂ। ਅਸੀਂ ਕੋਈ ਵੀਰ ਨਹੀਂ ਕਹਿੰਦੇ ਆਪਦੇ ਆਪ ਨੂੰ। ਅਸੀਂ ਤਾਂ ਵੀਰ ਦੀ ਬਜਾਏ ਵੀ ਜੇ ਕਹਿੰਦਾ ਵੀਰ ਮੀਨਸ ਤਕੜਾ, ਇਹ ਵੀਰ ਨਹੀਂ ਕਹਿੰਦੇ। ਅਸੀਂ ਵਾਵੇ ਨਾਲ ਨਹੀਂ ਕਹਿੰਦੇ, ਅਸੀਂ ਵੀਰ ਕਹਿੰਦੇ ਆ, ਵੀਰਾਂ ਦਾ ਪਹਿਰਾ ਜੀ। ਸੋ ਇਸ ਕਰਕੇ ਸ਼ਹੀਦਾਂ ਦਾ ਪਹਿਰਾ, ਬਲਕਿ ਪਹਿਰਾ ਵੀ ਸ਼ਹੀਦਾਂ ਦਾ ਹੀ ਕਹਿੰਦੇ ਆਏ ਹਾਂ ਅਸੀਂ ਬਚਪਨ ਤੋਂ ਹੀ। ਸੋ ਜੇ ਦੋ ਗੱਲਾਂ ਜਦ ਤੁਹਾਡੇ ਧਰਮ ਦੇ ਉੱਤੇ ਸਿੱਧੀ ਅਟੈਕ ਨੇ, ਤੀਜੀ ਸੀਗੀ ਪੰਜਾਬੀ ਦੇ ਉੱਤੇ, ਪੰਜਾਬੀ ਤੇ ਐਡਾ ਅਟੈਕ ਕਰਿਆ, ਉਦੋਂ ਨਹੀਂ ਬੋਲੇ। ਆ ਹੁਣੀ ਤਾਜ਼ੀ ਗੱਲ ਹੈ ਇਹ, ਜਿਹੜਾ CBSE ਨੇ ਪੰਜਾਬੀ ਨੂੰ ਗੌਣ ਵਿਸ਼ਾ ਬਣਾਤਾ। ਕਾਂਗਰਸੀ ਜੋ ਮਰਜ਼ੀ ਕਰਨ, BJP ਜੋ ਮਰਜ਼ੀ ਕਰੇ, ਕਮਿਊਨਿਸਟ ਜੋ ਮਰਜ਼ੀ ਕਰਨ, BSP ਜੋ ਮਰਜ਼ੀ ਕਰੇ, ਅਕਾਲੀ ਦਲ ਤਾਂ ਕਹਿੰਦਾ ਵੀ ਅਸੀਂ ਪੰਜਾਬੀ ਦੇ ਹਾਮੀ ਹਾਂ, ਅਸੀਂ ਤਾਂ ਪੰਜਾਬ ਦੇ ਹਾਂ, ਕਿ ਅਕਾਲੀ ਦਲ ਕਿਉਂ ਨਹੀਂ ਬੋਲਿਆ। ਸੋ ਇਸ ਕਰਕੇ ਜਿਹੜੇ ਮੁੱਦੇ ਪੰਜਾਬ ਦੇ ਨੇ, ਇੱਦਾਂ ਡੀਸੈਂਟਰਲਾਈਜ਼ ਦਾ ਮਾਮਲਾ, ਸਾਰਾ ਕੁਝ ਉਹ ਲਈ ਜਾਂਦੇ। ਸੋ ਲੋਕਾਂ ਨੂੰ ਅਕਾਲੀ ਦਲ ਜਿਹੜਾ ਹੈ ਉਹ ਆਪਦੀ ਜਿਹੜੀ 65 ਬਣਾ ਸਕਦਾ ਸੀ, ਉਹਦੇ ਵਿੱਚ ਕਿਤੇ ਪਿੱਛੇ ਰਹਿ ਗਿਆ। ਇਹ ਮੰਨਣ ਨਾ ਮੰਨਣ ਉਹ ਗੱਲ ਵੱਖਰੀ ਹੈ। ਹੁਣ ਆ ਗਈ ਜਿਹੜੀ ਆਪ ਦੇ ਵਿੱਚ ਪਿੱਛੇ ਰਹਿਣ ਦਾ ਕਾਰਨ ਵੀ ਤੁਸੀਂ ਰੌਲਾ ਪਾਈ ਜਾਂਦੇ ਹੋ। ਜਦ ਤੁਸੀਂ ਦਿੱਲੀੋਂ ਆਉਣੇ ਹੋ, ਦਿੱਲੀੋਂ ਆ ਕੇ ਤੁਸੀਂ ਦਿਖਾ ਰਹੇ ਹੋ ਜੀ ਆ ਚਮਕੌਰ ਸਾਹਿਬ ਦੇ ਵਿੱਚ ਹੈਲਥ ਸੈਂਟਰ ਬੜਾ ਮਾੜਾ ਹੈ,
ਦਿੱਲੀੋਂ ਆ ਕੇ ਤੁਸੀਂ ਦਿਖਾ ਰਹੇ ਹੋ ਵੀ ਇਹ ਸਕੂਲ ਬੜਾ ਮਾੜਾ ਹੈ। ਦਿੱਲੀੋਂ ਆ ਕੇ ਤੁਸੀਂ ਦਿਖਾ ਰਹੇ ਹੋ ਵੀ ਇਹ ਰੇਤਾ ਇੱਥੋਂ ਜਾ ਰਿਹਾ ਹੈ। ਇਹਦਾ ਮਤਲਬ ਇੱਥੇ ਵਾਲੀ ਜਿਹੜੀ ਉਹਨਾਂ ਦੀ ਪਾਰਟੀ ਹੈ, ਰਾਜ ਇੱਥੇ ਦੀ ਪਾਰਟੀ ਨੇ ਕਰਨਾ ਕਿ ਦਿੱਲੀ ਵਾਲੇ ਨੇ ਕਰਨਾ? ਤੁਸੀਂ ਤਾਂ ਉਹਦੀ ਨਿੱਕੀ ਨਿੱਕੀ ਗੱਲ ਵੀ ਜਿਹੜੀ ਦਿਖਾਉਣੀ ਆ, ਕੋਈ ਅਨਾਉਂਸਮੈਂਟ ਕਰਨੀ ਤਾਂ ਵੀ ਦਿੱਲੀ ਵਾਲੇ ਆ ਕੇ ਕਰ ਰਹੇ ਨੇ। ਫਿਰ ਪੰਜਾਬ ਦੇ ਤਾਂ ਹੋਈ ਨਾ। ਸੋ ਲੋਕਾਂ ਦੇ ਮਨ 'ਚ ਸੈਂਟੀਮੈਂਟਲ ਤੌਰ ਤੇ ਉਹਨਾਂ ਨਾਲ ਹੈਗੇ ਨੇ। ਇਹ ਗੱਲ ਲੋਕਾਂ ਦੇ ਮਨ 'ਚ ਭਗਵੰਤ ਮਾਨ ਦੇ ਬਣਨ ਨਾਲ ਥੋੜਾ ਜਿਹਾ ਫਰਕ ਪਿਆ ਹੈ ਕਿ ਲੋਕਾਂ ਨੂੰ ਹੋ ਗਿਆ ਚਲੋ ਭਗਵੰਤ ਮਾਨ ਨੂੰ ਇਹਨਾਂ ਨੇ ਰਿਚਕਾ ਕੇ, ਹਾਲਾਂਕਿ ਉਹ ਜਿਹੜਾ ਤੌਰ ਤਰੀਕਾ ਸੀ ਉਹਦੇ ਨਾਲ ਮੈਂ ਸਹਿਮਤ ਨਹੀਂ ਆ। ਅਸੀਂ ਕੋਈ ਸੀਐਮ ਥੋੜਾ ਚਾਹੁੰਦੇ ਹਾਂ ਵੀ ਲੋਕਾਂ ਤੋਂ ਪੁੱਛੋ ਜੀ ਸੀਐਮ ਕੌਣ ਹੋਵੇ ਤੁਹਾਡਾ। ਇਹ ਤਾਂ ਫਿਰ ਪ੍ਰੈਜ਼ੀਡੈਂਟ ਟਾਈਪ ਗਵਰਨਮੈਂਟ ਹੋ ਗਈ। ਸਾਡੇ ਤਾਂ ਐਮਐਲਏ ਐਮਪੀ ਚੁਣੇ ਜਾਂਦੇ ਨੇ, ਉਹ ਆਪਦਾ ਲੀਡਰ ਚੁਣਦੇ ਨੇ। ਸੋ ਇਸ ਕਰਕੇ ਹੁਣ ਅਜੇ ਵੀ ਜਿਹੜਾ ਜੇ ਆਪਾਂ ਦੇਖੀਏ ਤਿੰਨਾਂ ਪਾਰਟੀਆਂ ਦਾ ਇੱਕ ਸੀਸਾ ਵਾਲੀ ਮੂਵਮੈਂਟ ਹੈ, ਥੋੜਾ ਜਿਹਾ ਕਦੇ ਉੱਤੇ ਕਦੇ ਥੱਲੇ, ਕਦੇ ਉੱਤੇ ਕਦੇ ਥੱਲੇ। ਤੇ ਉਹਦੇ ਵਿੱਚੋਂ ਆਪ ਵਾਲਿਆਂ ਨੂੰ ਇੱਕ ਡੋਸ ਵੱਡਾ ਸੰਯੁਕਤ ਸਮਾਜ ਮੋਰਚੇ ਦਾ ਹੋਵੇਗਾ, ਕਿਉਂਕਿ ਆਪ ਵਾਲਿਆਂ ਦੀ ਆਪਦੀ ਪੱਕੀ ਵੋਟ ਘੱਟ ਹੈ। ਉਹਨਾਂ ਦੇ ਕੋਲੇ ਸਾਰੀ ਉੜਦੀ ਵੋਟ ਹੈ, ਜਿਹਨੂੰ ਅਸੀਂ ਫਲੋਟਿੰਗ ਵੋਟ ਕਹਿੰਦੇ ਆ। ਉਹ ਉੜਦੀ ਵੋਟ ਜਿਹੜੀ ਹੈ ਉਹ ਸੰਯੁਕਤ ਸਮਾਜ ਮੋਰਚਾ ਔਰ ਉਹਦੇ ਵਿੱਚ ਵੰਡੀ ਜਾਊਗੀ। ਤੇ ਅਕਾਲੀਆਂ ਦਾ ਵੀ ਇਹ ਇੰਟਰਸਟ ਹੈ ਵੀ ਇਹ ਵੰਡੀ ਜਾਵੇ ਵੋਟ। ਕਾਂਗਰਸ ਦਾ ਵੀ ਇਹੀ ਇੰਟਰਸਟ ਹੈ ਵੀ ਵੰਡੀ ਜਾਵੇ। ਬੀਜੇਪੀ ਦਾ ਤਾਂ ਹੈਗਾ ਹੀ ਹੈਗਾ। ਬੀਜੇਪੀ ਨੇ ਤਾਂ ਇਹਨੂੰ ਤੋੜਨ ਦੀ ਫੈਸਲਾ ਕਰਿਆ ਸੀ ਵੀ ਚਲ ਇੱਕ ਤਰਸ਼ੰਕੂ ਜੀ ਆ ਜੇ ਅਸੈਂਬਲੀ ਤੇ ਉਹਦੇ ਵਿੱਚ ਫਿਰ ਅਸੀਂ ਆਪਦਾ ਮੁੱਢ ਲੈ ਦੇ ਜੋ ਵੀ ਕਰਨਾ ਈਡੀ ਵਰਤਣਾ ਉਹ ਵਰਤੀ। ਹੁਣ ਤੁਸੀਂ ਸਵਾਲ ਕਰੋ। ਜੀ ਬਿਲਕੁਲ ਡਾਕਟਰ ਸਾਹਿਬ, ਕਾਫੀ ਸਥਿਤੀ ਜਿਹੜੀ ਹੈ ਤੁਸੀਂ ਸਾਫ਼ ਕਰ ਦਿੱਤੀ ਹੈ ਕਿ ਆਖਰਕਾਰ ਸਿਆਸੀ ਪਾਰਟੀਆਂ ਦੀ ਜਿਹੜੀ ਕਸ਼ਮਕਸ਼ ਚੱਲ ਰਹੀ ਹੈ ਉਹਦੇ ਵਿਚਾਲੇ ਕਿਸ ਨੂੰ ਲਾਹਾ ਪਹੁੰਚਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਲੋਕ ਜਿਹੜੇ ਨੇ ਉਹ ਕਿਸ ਪਾਸੇ ਵੱਲ ਜਾਣਗੇ ਜਾਂ ਸਥਿਤੀ ਜਿਹੜੀ ਫਿਲਹਾਲ ਤੱਕ ਸਿਆਸਤਦਾਨਾਂ ਨੂੰ ਕਿਸ ਤਰ੍ਹਾਂ ਦੀ ਨਜ਼ਰ ਆ ਰਹੀ ਹੈ ਔਰ ਉਹ ਚਾਹੁੰਦੇ ਕੀ ਹੈ। ਫਿਲਹਾਲ ਵੇਲਾ ਇੱਕ ਛੋਟੇ ਜਿਹੇ ਬ੍ਰੇਕ ਦਾ ਜੀ, ਜਲਦ ਹਾਜ਼ਰ ਹੁੰਦੇ ਆ ਬ੍ਰੇਕ ਤੋਂ ਬਾਅਦ। ਫਿਰ ਅੱਗੇ ਚੱਲਦੇ ਹਾਂ ਤੇ ਗੱਲ ਪ੍ਰੈਸ ਕਾਨਫਰੰਸ ਦੀ ਕਰਾਂਗੇ ਜਿਹੜੀ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਕੀਤੀ ਗਈ। ਨਾਲ ਇੱਕ ਦਰਸ਼ਨ ਸਿੰਘ ਨਾਮ ਦੇ ਵਿਅਕਤੀ ਨੂੰ ਬਿਠਾਇਆ ਗਿਆ ਜਿਹਦੇ ਵੱਲੋਂ ਸਟਿੰਗ ਦਾ ਦਾਅਵਾ ਕੀਤਾ ਗਿਆ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉੱਤੇ ਇਲਜ਼ਾਮ ਲਗਾਏ ਗਏ ਆ। ਵੇਲਾ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਹੈ। ਪੰਜਾਬ ਦੀ ਸਿਆਸੀ ਸਥਿਤੀ ਕਿਸ ਤਰ੍ਹਾਂ ਦੀ ਹੈ, ਸਿਆਸੀ ਪਾਰਟੀਆਂ ਜਿਹੜੀਆਂ ਨੇ ਕਿਸ ਤਰ੍ਹਾਂ ਕਸ਼ਮਕਸ਼ ਦੇ ਵਿੱਚ ਨੇ, ਜਾਂ ਫਿਰ ਲੋਕ ਜਿਹੜੇ ਆ ਉਹ ਉਹਨਾਂ ਬਾਰੇ ਕੀ ਸੋਚਦੇ ਆ, ਕਿਹੜੀ ਪਾਰਟੀ ਦੇ ਨਾਲ ਕਿੰਨੀ ਵੋਟ ਜਿਹੜੀ ਆ ਉਹ ਹਾਲੇ ਵੀ ਜੁੜੀ ਹੋਈ ਆ, ਉਹ ਸਾਰੀ ਸਥਿਤੀ ਜਿਹੜੀ ਹੈ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਡਾਕਟਰ ਪਿਆਰੇ ਲਾਲ ਗਰਗ ਦੇ ਵੱਲੋਂ। ਹੁਣ ਡਾਕਟਰ ਪਿਆਰੇ ਲਾਲ ਗਰਗ ਹੋਣਾ ਨੂੰ ਇਹ ਸਵਾਲ ਕਰਾਂਗੇ ਕਿ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਬਿਕਰਮ ਮਜੀਠੀਆ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਇਲਜ਼ਾਮ ਲਗਾਏ ਕਿ ਜਿਹੜਾ ਰੇਤ ਮਾਫੀਆ ਦਾ ਮੁੱਖ ਸਰਗਨਾ ਚਰਨਜੀਤ ਸਿੰਘ ਚੰਨੀ ਹੈ ਔਰ ਉਸ ਜਿਹੜਾ ਸਟਿੰਗ ਕੀਤਾ ਗਿਆ, ਕਿਉਂਕਿ ਦਰਸ਼ਨ ਸਿੰਘ ਨਾਂ ਦਾ ਇੱਕ ਵਿਅਕਤੀ ਉਹਦੇ ਵੱਲੋਂ ਸਟਿੰਗ ਕੀਤਾ ਗਿਆ, ਉਹਦੇ ਵਿੱਚ ਜਿਹੜੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਉਹਦੇ ਵਿੱਚ ਇਹ ਸਾਹਮਣੇ ਆ ਰਿਹਾ ਕਿ ਕੋਈ 4-5 ਚਿਹਰੇ ਇਸ ਤਰ੍ਹਾਂ ਦੇ ਜਿਨ੍ਹਾਂ ਦੀ ਜ਼ਿੰਮੇਵਾਰੀ ਲਾਈ ਗਈ ਸੀ। ਰੇਤ ਮਾਫੀਆ ਜਿਹੜੇ ਖਵਾਏ ਜਾਂਦੇ ਸੀਗੇ ਜਾਂ ਕਹਿ ਲਓ ਕਿ ਨਜਾਇਜ਼ ਮਾਈਨਿੰਗ ਕਰ ਰਹੇ ਸੀ, ਇਸ ਤੋਂ ਇਲਾਵਾ ਰੁੱਖਾਂ ਦੀ ਕਟਾਈ ਉਹ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੇ ਦਾਅਵੇ ਦਰਸ਼ਨ ਸਿੰਘ ਦੇ ਵੱਲੋਂ ਉਸ ਸਟਿੰਗ ਦੇ ਵਿੱਚ ਕੀਤੇ ਗਏ ਆ ਤੇ ਪ੍ਰੈਸ ਕਾਨਫਰੰਸ ਕਰਕੇ ਵੀ ਉਹਨਾਂ ਨੇ ਕਈ ਗੰਭੀਰ ਇਲਜ਼ਾਮ ਲਗਾਏ ਨੇ। ਡਾਕਟਰ ਸਾਹਿਬ, ਕਿਸ ਤਰ੍ਹਾਂ ਵੇਖਦੇ ਹੋ ਤੁਸੀਂ ਇਹ ਸਾਰੀ ਜਿਹੜਾ ਇਹ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ, ਤੁਸੀਂ ਵੀ ਸੁਣੀ ਹੋਣੀ ਹੈ। ਬਿਕਰਮ ਸਿੰਘ ਮਜੀਠੀਆ ਨੇ ਜਿਹੜੇ ਇਲਜ਼ਾਮ ਲਗਾਏ ਚਰਨਜੀਤ ਸਿੰਘ ਚੰਨੀ ਤੇ, ਉਹ ਕਹਿੰਦੇ ਕਿ ਹਣੀ ਮਣੀ ਤੇ ਜਿਹੜੇ ਉੱਥੇ ਆਪਣੇ ਕਹਿ ਸਕਦੇ ਆ ਕਿ ਹੋਰ ਚੰਨੀ ਮਨੀ ਤੇ ਹਨੀ ਕਾਂਗਰਸ ਕਰਪਸ਼ਨ। ਹਾਂਜੀ, ਉਹ ਜਿਹੜਾ ਉਹਨਾਂ ਨੇ ਦੱਸਿਆ ਕਿ ਉੱਥੇ 5 ਵਿਅਕਤੀ, ਇਕਬਾਲ ਸਿੰਘ ਦਾ ਜ਼ਿਕਰ ਹੋਇਆ, ਕਹਿੰਦੇ ਉਹ ਸਰਪੰਚ ਹੈ ਔਰ ਕੁਝ ਪਿੰਡਾਂ ਨੂੰ ਸੰਭਾਲ ਰਿਹਾ ਉੱਥੇ। ਉਹਦੇ ਨਾਲ ਹੋਰ ਵੀ ਕੁਝ ਚਿਹਰੇ ਜਿਹੜੇ ਫੋਟੋਆਂ ਦੇ ਰਾਹੀਂ, ਤਸਵੀਰਾਂ ਦੇ ਰਾਹੀਂ ਉਹਨਾਂ ਨੇ ਦਿਖਾਏ ਕਿ ਇਹ ਸਾਰੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸੰਪਰਕ ਸੀ ਔਰ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਇਹਨਾਂ ਦੇ ਵੱਲੋਂ ਨਜਾਇਜ਼ ਮਾਈਨਿੰਗ ਜਿਹੜੀ ਆ ਉਹ ਸਾਰੀ ਇਹਨਾਂ ਦੇ ਵੱਲੋਂ ਸੰਭਾਲੀ ਜਾਂਦੀ ਸੀਗੀ ਔਰ ਸਾਰਾ ਪੈਸਾ ਇਹ ਹਣੀ ਦੇ ਰਾਹੀਂ ਹੈਗਾ ਮੁੱਖ ਮੰਤਰੀ ਤੱਕ ਵੀ ਪਹੁੰਚਦਾ ਰਿਹਾ। ਹੋਰ ਵੀ ਕਈ ਗੰਭੀਰ ਇਲਜ਼ਾਮ ਉਹਨਾਂ ਨੇ ਲਗਾਏ ਹੈ। ਕਿ ਵਾਕਿਆ ਹੀ ਤੁਹਾਨੂੰ ਵੀ ਲੱਗਦਾ ਕਿ ਉਹਦੇ ਵਿੱਚ ਸੱਚਾਈ ਹੈਗੀ ਹੈ ਜਿਹੜੇ ਇਲਜ਼ਾਮ ਉਹਨਾਂ ਨੇ ਲਾਏ ਹੈ? ਦੇਖੋ, ਗੱਲ ਇਹ ਹੈ ਕਿ ਸੱਚਾਈ ਤਾਂ ਜੋ ਹੈ ਉਹ ਜਗ ਜ਼ਾਹਰ ਹੈ, ਕੋਈ ਦੋ ਲੁਕੀ ਹੋਈ ਨਹੀਂ ਹੈ। ਮੈਂ ਇਹਨਾਂ ਦੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਦੀ ਗੱਲ ਇੱਕ ਲਾਈਨ ਕਰਾਂਗਾ। ਜਦ ਦਿੱਲੀ ਤੋਂ ਆਪ ਆਏ ਸੀ ਵੀ ਇੱਥੋਂ ਚਮਕੌਰ ਸਾਹਿਬ ਚੋਂ ਟਰੱਕ ਜਾ ਰਹੇ ਨੇ, ਟਰੇਲਰ ਵੱਡੇ ਟਰਾਲੇ ਜੀ, ਚੰਨੀ ਸਾਹਿਬ ਨੇ ਦੌਰਾ ਵੀ ਕਰਿਆ ਉਸ ਏਰੀਏ ਦਾ। ਮੈਂ ਇਹੋ ਜਿਹੇ ਮਹਿਕਮੇ 'ਚ ਰਿਹਾ ਜਿੱਥੇ ਵੀ ਜਦ ਸੈਂਪਲ ਭਰਨ ਜਾਂਦੇ ਸੀ ਲੋਕ, ਹੁਣ ਤਾਂ IAS ਕਰਦੇ ਨੇ, ਪਹਿਲਾਂ ਡਾਕਟਰ ਕਰਦੇ ਹੁੰਦੇ, ਮੈਂ ਤਾਂ ਜਾਂਦਾ ਨਹੀਂ ਸੀ, ਪਰ ਜਿਹੜੇ ਜਾਂਦੇ ਸਿਵਲ ਸਰਜਨ ਜਿਹਨੇ ਪੈਸੇ ਲਾਏ ਹੁੰਦੇ ਸੀ ਜਿਨ੍ਹਾਂ ਤੋਂ, ਉਹਨੂੰ ਕਹਿੰਦੇ ਯਾਰ ਤੁਸੀਂ ਪੱਕਾ ਦੇ ਦਿਓ, ਇੱਕ ਦਿਨ ਪਰਾਂ ਹੋ ਜਿਓ, ਪਰਾਂ ਹੋ ਕਰਦੇ। ਉਹ ਚੰਨੀ ਸਾਹਿਬ ਦਾ ਦੌਰਾ ਸ਼ਾਇਦ ਇਸੇ ਵਾਸਤੇ ਹੋਇਆ। ਜਦ ਉੱਥੋਂ ਉਹਨਾਂ ਨੇ ਦਿਖਾਤੇ ਟਰਾਲੇ, ਚੰਨੀ ਸਾਹਿਬ ਨੂੰ ਤਾਂ ਅੱਗ ਲੱਗ ਜਾਣੀ ਚਾਹੀਦੀ ਵੀ ਯਾਰ ਇਹ ਜਾ ਕਿਵੇਂ ਰਹੇ ਨੇ, ਇਹ ਹੋ ਕਿਵੇਂ ਰਿਹਾ ਇਸ ਤਰ੍ਹਾਂ। ਬਿਲਕੁਲ। ਅੱਛਾ, ਪਰ ਇਹਦੇ ਉਲਟ ਜੇ ਅਸੀਂ ਦੱਸੀਏ ਇਹਨਾਂ ਦੀ ਗੱਲ, 2018 ਚ ਕੈਪਟਨ ਸਾਹਿਬ ਨੇ ਕਹਿਤਾ ਵੀ ਸੂਟਕੇਸ 'ਚ ਪੈਸੇ ਆਏ ਨੇ ਜੀ। ਤੇ ਕੈਪਟਨ ਸਾਹਿਬ ਦੀ ਸਰਕਾਰ ਵੇਲੇ ਫਾਜ਼ਿਲਕਾ ਦੇ ਵਿੱਚ ਅਟੈਕ ਹੋਇਆ ਸੀ,
ਆ ਨਿਊਜ਼ 18 ਦੇ ਟੀਮ ਦੇ ਉੱਤੇ, ਇੱਕ ਔਰ ਪੱਤਰਕਾਰ ਮਰਡਰਸ ਤੇ। ਅਟੈਕ ਸੀ। ਤੇ ਉਹ ਅਟੈਕ ਨੂੰ ਇਹਨਾਂ ਨੇ ਮਤਲਬ ਸਾਰਾ ਖੁਰਦ-ਬੁਰਦ ਕਰਤਾ ਸੀ। ਇਹਨਾਂ ਨੇ ਪੁੱਛਿਆ ਤੁਸੀਂ ਗਏ ਕਿਉਂ? ਤੁਹਾਡੇ ਵਰਗੇ ਪੱਤਰਕਾਰ ਜਾਨ ਹੁਣ ਕਿਆ ਤਾਂ ਇਧਰੋਂ ਜਲੰਧਰ ਤੋਂ ਜਾ ਰਿਹਾ ਸੀ ਪੱਤਰਕਾਰ, ਉਹਨੂੰ ਦੜ ਕੇ ਨਹੀਂ ਮਾਰਿਆ ਗਿਆ ਸੀ। ਉਹ ਰੇਤ ਮਾਫੀਆ ਦੀ ਗੱਲ ਕਰ ਰਿਹਾ ਸੀ, ਉਹ ਬਿਲਕੁਲ ਪਠਾਨਕੋਟ ਰੋਡ ਦੇ ਉੱਤੇ। ਸਹੀ ਹੈ। ਸੋ ਜੇ ਅਸੀਂ ਦੇਖੀਏ ਕਿ ਜਿਹੜੇ ਇਹ ਦੋਸ਼ ਨੇ ਇਹਨਾਂ 'ਚ, ਉਹ ਜਿਹਨੇ ਸਟ੍ਰਿੰਗ ਕਰਿਆ ਉਹਦਾ ਕੀ ਇੰਟਰਸਟ ਸੀ? ਉਹਦਾ ਇੰਟਰਸਟ ਆਪਦਾ ਕੋਈ ਹੋਰ ਹੋ ਸਕਦਾ, ਬਥੇਰੇ ਸਟ੍ਰਿੰਗ ਕਰਦੇ ਨੇ, ਫਿਰ ਕਹਾਇਆ ਵੀ ਜਾਂਦਾ। ਹੁਣ ਜਿਹੜਾ ਉੱਥੇ ਬੰਦਾ ਮਾਰ ਕੇ ਟੰਗਿਆ ਸਿੰਘੂ ਬੋਰਡ ਤੇ, ਉੱਥੇ ਕਹਾਤਾ ਸੀ, ਉਹਨੇ ਕਹਿਤਾ ਜੀ ਮੈਨੂੰ ਤਾਂ ਚੰਨੀ ਸਾਹਿਬ ਨੇ ਭੇਜਿਆ। ਚੰਨੀ ਸਾਹਿਬ ਦੇ ਦੁਸ਼ਮਣ ਵੀ ਤਾਂ ਹੋ ਸਕਦੇ ਨੇ ਨਾ ਝੂਠੇ। ਉਹ ਨਹੀਂ, ਮੈਂ ਸਟਿੰਗ ਨੂੰ ਨਹੀਂ ਮੈਂ ਬਹੁਤਾ ਵਿਸ਼ਵਾਸ ਕਰਦਾ। ਸਟਿੰਗ 'ਚ ਕੁਝ ਵੀ ਕਹਾਇਆ ਜਾ ਸਕਦਾ ਹੁੰਦਾ ਤੇ ਬੜਾ ਕੁਝ ਹੁੰਦਾ, ਪਰ ਟਰੱਕ ਤਾਂ ਜਾ ਰਹੇ ਸੀ ਨਾ, ਟਰਾਲੇ ਤਾਂ। ਇਹ ਤਾਂ ਇਹਨਾਂ ਨੂੰ ਵੀ ਪਤਾ ਸੀ। ਇਹ ਤਾਂ ਮਜੀਠੀਆ ਸਾਹਿਬ ਨੇ ਨਹੀਂ ਦੱਸਿਆ, ਬਲਕਿ ਮੈਨੂੰ ਤਾਂ ਕੱਲ ਮਜੀਠੀਆ ਸਾਹਿਬ ਦੀ ਕਾਨਫਰੰਸ 'ਚ ਇੱਕ ਗੱਲ ਮੈਨੂੰ ਚੰਗੀ ਲੱਗੀ ਹੈ। ਅੱਗੇ ਉਹ ਨਾ ਬੜਾ ਵਾਭੜ ਕੇ ਬੋਲਦੀ ਸੀ, ਕੱਲ ਉਹ ਬੜੇ ਠਰਮੇ ਨਾਲ, ਬੜੇ ਪਿਆਰ ਨਾਲ ਔਰ ਬੜੇ ਤੱਥਾਂ ਸਹਿਤ ਬੋਲਣ ਦੀ ਕੋਸ਼ਿਸ਼ ਕਰੀ ਹੈ। ਇਹ ਜੇ ਸਾਡੇ ਸਿਆਸਤਦਾਨ ਐਦਾਂ ਗੱਲ ਕਰਨ, ਚੰਗੇ ਨੇ ਜਾਂ ਮਾੜੇ ਨੇ, ਰਾਜ ਤਾਂ ਉਹਨਾਂ ਨੇ ਕਰਨਾ, ਪਰ ਗੱਲ ਕਰਨ ਦਾ ਜੇ ਤੌਰ ਤਰੀਕਾ ਥੋੜਾ ਜਿਹਾ ਵੀ ਆਪਦਾ ਲੱਭ ਲੈਣ। ਜੇ ਉਹਨਾਂ ਨੇ ਸੀ ਵੀ ਕਿਹਾ, ਜੋ ਵੀ ਕਿਹਾ, ਉਹ ਕੋਸ਼ਿਸ਼ ਕਰੀ ਕਿ ਮੈਂ ਕੋਈ ਇਹੋ ਜਿਹੇ ਸ਼ਬਦ ਨਾ ਵਰਤਾਂ ਜਿਹੜੇ ਬਹੁਤ ਜ਼ਿਆਦਾ ਡੈਰੋਗੇਟਰੀ ਹੋਣ। ਇਹ ਚੰਗਾ ਹੁੰਦਾ, ਥੋੜਾ ਤਹੱਮਲ ਰੱਖ ਲੈਣਾ ਚਾਹੀਦਾ। ਔਰ ਬੜੇ ਆਰਾਮ ਨਾਲ ਉਹਨਾਂ ਦਾ ਸਿਸਟੇਮੇਟਾਈਜ਼ ਸੀਗਾ। ਪਰ ਉਹਦੇ ਵਿੱਚ ਦੂਜੀ ਗੱਲ ਜਿਹੜੀ ਕਹੀ ਉਹ ਬੜੀ ਵੱਡੀ ਆ, ਵੀ ਜੇ 10 ਕਰੋੜ ਰੁਪਈਆ ਫੜਿਆ ਗਿਆ ਹੈ, ਉਹ ਤਾਂ ਕਿਸੇ ਨੇ ਜਾਂ ਤਾਂ ਕਹਿਣ ਵੀ ਈਡੀ ਵਾਲੇ ਲਿਆ ਕੇ ਰੱਖਿਆ ਉਹਨਾਂ ਨੇ। 10 ਕਰੋੜ ਰੁਪਈਆ ਤਾਂ ਕੋਈ ਏਜੰਸੀ ਇਸ ਤਰ੍ਹਾਂ ਨਹੀਂ ਨਾ ਰੱਖ ਸਕਦੀ। ਜੇ 12 ਲੱਖ ਦੀ ਘੜੀ ਹੈ ਤਾਂ ਫਿਰ ਇਹ ਗੱਲਾਂ ਤਾਂ ਸਾਹਮਣੇ ਦਿਖਦੀਆਂ ਨੇ। ਹੁਣ ਚੰਨੀ ਸਾਹਿਬ ਦਾ ਉਹਦੇ ਤੇ ਜਿਹੜਾ ਜਵਾਬ ਹੈ, ਚੰਨੀ ਸਾਹਿਬ ਦਾ ਜਵਾਬ ਇਹ ਹੈ ਕਿ ਜੀ ਮੈਂ ਆਪਦੇ ਰਿਸ਼ਤੇਦਾਰਾਂ ਦੇ ਤਾਂ ਜਾਣਾ ਹੀ ਹੈ। ਬਿਲਕੁਲ ਜਾਣਾ ਹੈ। ਤੁਹਾਡੇ ਰਿਸ਼ਤੇਦਾਰਾਂ ਦੀ ਹਿੰਮਤ ਕਿਵੇਂ ਪੈ ਜੇ? ਚੋਰੀ ਕਰਦੇ ਰਿਸ਼ਤੇਦਾਰ ਨੇ ਜਿਹੜੇ, ਤੁਹਾਨੂੰ ਤਾਂ ਤੁਹਾਡੇ ਸਾਹਮਣੇ ਰਸਤੇ ਦੀ ਚੋਰੀ ਹੋ ਰਹੀ ਹੈ। ਕਿ ਇਹ ਪੋਸੀਬਲ ਨਹੀਂ ਹੁੰਦਾ ਵੀ ਤੁਹਾਨੂੰ ਪਤਾ ਨਾ ਹੋਵੇ ਐਡੀ ਵੱਡੀ ਗੱਲ ਦਾ। ਪਰ ਮੰਨ ਲਓ ਤੁਹਾਨੂੰ ਪਤਾ ਨਹੀਂ ਹੈ, ਤੁਸੀਂ ਕਹਿੰਦੇ ਹੋ ਮੈਂ ਤਾਂ ਆਪਦੇ ਰਿਸ਼ਤੇਦਾਰਾਂ ਦੇ ਜਾਣਾ, ਤੇ ਫਿਰ ਜਿੱਦੇ ਤੁਹਾਨੂੰ ਇਹ ਪਤਾ ਲੱਗ ਗਿਆ ਵੀ ਟਰਾਲੇ ਤੁਹਾਡੇ ਏਰੀਏ ਜਾਂਦੇ ਨੇ, ਉਦੋਂ ਕਿਉਂ ਨਹੀਂ ਸਖਤੀ ਕਰਕੇ ਲੱਭਿਆ ਉਹਨੂੰ? ਇਹ ਤਾਂ ਮਜੀਠੀਆ ਸਾਹਿਬ ਨੇ ਤਾਂ ਹੁਣ ਕਰੀ ਹੈ ਨਾ, ਜਾਂ ਉਦੋਂ ਵੀ ਕਰਦੀ ਹੋਵੇ ਸਟਿੰਗ, ਮੰਨ ਲਓ। ਪਰ ਚੰਨੀ ਸਾਹਿਬ ਕੋਲ ਤਾਂ ਸਮਾਂ ਸੀਗਾ। ਆਹ ਛਾਪਾ ਪੈਣ ਤੋਂ ਪਹਿਲਾਂ ਦਾ ਸਮਾਂ ਵਿੱਚ ਵਿਚਾਲੇ ਦਾ ਚੰਨੀ ਸਾਹਿਬ ਕੋਲ ਸੀਗਾ। ਮਾਫੀਆ ਦਾ ਰੌਲਾ ਪਿਆ ਹੋਇਆ ਸੀ, ਸੈਂਡ ਮਾਫੀਆ ਦਾ ਇਹਨਾਂ ਦੇ ਆਪਦੇ ਹਲਕੇ ਦੇ ਵਿੱਚ ਹੀ ਇਤਰਾਜ਼ ਲੱਗਿਆ, ਤੇ ਉਹ ਤਾਂ ਫਿਰ ਇਹ ਵੀ ਆਇਆ ਕਿ ਪੁਲ ਗਿਰ ਸਕਦੇ ਨੇ, ਪੁਲਾਂ ਦੇ ਥੱਲਿਓਂ ਵੀ, ਜਿੱਥੇ ਉਹਨਾਂ ਦੀਆਂ ਖੂਹੀਆਂ ਨੇ, ਪਿੱਲਰ ਨੇ ਜਿਹੜੇ ਉਹਨਾਂ ਦੇ ਪੁਲ, ਜਿਹਦੇ ਉੱਤੇ ਸਾਰਾ ਕਦੇ ਵੱਡੇ ਟਰਾਲੇ ਬੱਸਾਂ ਗਿਰ ਕੇ ਬੰਦੇ ਮਰ ਸਕਦੇ ਨੇ, ਕਿਉਂਕਿ ਧੱਸ ਜੇਗਾ ਥੱਲੇ। ਮਾਈਨਿੰਗ ਦੇ ਰੂਲ ਨੇ ਵੀ ਤੁਸੀਂ ਇੰਨੀ ਦੂਰੀ ਤੱਕ ਕਰਨੀ ਹੈ, ਇੰਨੇ ਫੁੱਟ ਕਰਨੀ ਹੈ, ਇੰਨੀ ਡੂੰਘਾਈ ਤੋਂ ਵੱਧ ਨਹੀਂ ਕਰਨੀ, ਇੰਨੀ ਚੌੜਾਈ ਤੋਂ ਵੱਧ ਨਹੀਂ ਕਰਨੀ, ਇਸ ਏਰੀਏ ਤੋਂ ਵੱਧ ਨਹੀਂ ਕਰਨੀ, ਕੰਢੇ ਤੋਂ ਕਿੰਨੀ ਦੂਰ ਕਰਨੀ ਹੈ। ਇਹ ਸਾਰੇ ਕੁਝ ਨਾਰਮ ਨੇ, ਉਹ ਐਵੇਂ ਨਹੀਂ ਤੈਅ ਕਰੇ ਹੋਏ, ਉਹ ਕਿਸੇ ਰੂਲ ਨਾਲ ਕਰੇ ਨੇ। ਚੰਨੀ ਸਾਹਿਬ ਨੇ ਉਹਦੇ ਤੇ ਕਿਉਂ ਨਹੀਂ ਇਨਕੁਆਇਰੀ ਕਰਾਈ ਵੀ ਟਰਾਲੇ ਜਾ ਰਹੇ ਨੇ, ਜਾਇਜ਼ ਨੇ, ਨਜਾਇਜ਼ ਨੇ? ਮੈਂ ਕਹਿੰਦਾ ਨਜਾਇਜ਼ ਨਾ ਹੋਣ, ਜਾਇਜ਼ ਨਿਕਲੇ ਹੋਣਗੇ ਨਾ, ਬਿਲਕੁਲ ਕਰਾ ਲੈਂਦੇ ਇਨਕੁਆਇਰੀ, ਕਹਿ ਦਿੰਦੇ ਵੀ ਭਾਈ ਆ ਜਾਇਜ਼ ਨੇ, ਆ ਦੇਖ ਲਓ ਅਸੀਂ ਆ ਠੇਕਾ ਦਿੱਤਾ ਹੋਇਆ। ਕੈਪਟਨ ਨੇ ਵੀ ਤਾਂ ਕਹਿ ਦਿੱਤਾ ਸੀ, ਨਹੀਂ ਜੀ ਜਗ੍ਹਾ ਜਾਇਜ਼ ਹੈ। ਜਾਇਜ਼ ਜਗ੍ਹਾ 'ਚ ਵੀ ਨਜਾਇਜ਼ ਮਾਈਨਿੰਗ ਹੁੰਦੀ ਹੈ ਭਾਈ ਸਾਹਿਬ। ਜਾਇਜ਼ ਜਗ੍ਹਾ 'ਚ ਨਜਾਇਜ਼ ਮਾਈਨਿੰਗ ਇਹ ਹੁੰਦੀ ਹੈ ਵੀ ਤੁਹਾਨੂੰ ਕਿਹਾ ਤਾਂ ਹੈਗਾ 2 ਟੋਕਰੀਆਂ ਚੁੱਕਣੀਆਂ, ਤੁਸੀਂ 20 ਚੁੱਕ ਲੀਆਂ। ਬਿਲਕੁਲ ਸ਼ਰਾਬ ਦੇ ਠੇਕੇ 'ਚ ਨਜਾਇਜ਼ ਸ਼ਰਾਬ ਨਹੀਂ ਵਿਕਦੀ, ਠੇਕਾ ਜਾਇਜ਼ ਹੁੰਦਾ ਹੈ, ਹਾਤਾ ਵੀ ਜਾਇਜ਼ ਹੁੰਦਾ ਹੈ, ਤੇ 2 ਨੰਬਰ ਦੀ ਸ਼ਰਾਬ ਨਹੀਂ ਵਿਕਦੀ, ਉੱਥੇ ਪਾਣੀ ਪਾ ਕੇ ਨਹੀਂ ਵਿਕਦੀ। ਸੋ ਜਾਇਜ਼ ਨਜਾਇਜ਼ ਜਿਹੜੇ ਸਾਡਾ ਸਿਆਸਤ ਨਾ ਇਸ ਲੈਵਲ ਤੇ ਆ ਗਿਆ ਵੀ ਇਹ ਚੀਜ਼ ਜਾਇਜ਼ ਹੈ ਜੀ। ਜਾਇਜ਼ ਕੀ ਹੈ? ਜਾਇਜ਼ ਇਹ ਹੈ ਜਿਹੜਾ ਕਾਨੂੰਨ ਦੇ ਮੁਤਾਬਕ ਹੈ। ਜੇ ਕਾਨੂੰਨ ਤੋਂ ਤੋੜ ਕੇ ਕਰ ਰਿਹਾ, ਚਾਹੇ ਉਹਨੂੰ ਹੱਕ ਵੀ ਦਿੱਤਾ ਹੋਇਆ ਸੀ, ਪਰ ਤੋੜਨ ਦਾ ਹੱਕ ਤਾਂ ਨਹੀਂ ਨਾ ਦਿੱਤਾ। ਮੈਂ ਡਾਕਟਰ ਹਾਂ, ਮੈਨੂੰ ਕਾਨੂੰਨੀ ਹੱਕ ਹੈ ਮਰੀਜ਼ ਦਾ ਇਲਾਜ ਕਰਨ ਦਾ, ਪਰ ਮੈਨੂੰ ਉਹਨੂੰ ਮਾਰਨ ਦਾ ਹੱਕ ਤਾਂ ਨਹੀਂ ਦਿੱਤਾ ਹੋਇਆ। ਸੋ ਇਸ ਕਰਕੇ ਸਾਹਿਬ ਦਾ ਇਹ ਜਿਹੜਾ ਬਿਆਨ ਸੀ, ਇਹ ਬਿਆਨ ਬਿਲਕੁਲ ਸੀਐਮ ਤੋਂ ਦੇ ਬਰਾਬਰ ਦਾ ਨਹੀਂ ਹੈ, ਉਸ ਜਹਾਨ ਦਾ ਨਹੀਂ ਹੈ, ਚਾਹੇ ਜੋ ਮਰਜ਼ੀ ਹੋਵੇ। ਫਿਰ ਉਹਨਾਂ ਨੇ ਵੀ ਮੈਂ ਜੀ ਆਇਆ, ਮੈਂ ਫਲਾਣਾ ਜੀ, ਮੈਂ ਉਹ ਪੀਐਮ ਮੇਰੇ ਤੋਂ ਨਾਰਾਜ਼ ਸੀਗੇ। ਇਹ ਸਾਰੀਆਂ ਗੱਲਾਂ ਨਾ ਉਹ ਇਦਾਂ ਦੇ ਬਹਾਨੇ ਜੇ ਚੰਗੇ ਨਹੀਂ ਹੁੰਦੇ। ਤੁਸੀਂ ਸਟੈਂਡ ਲਿਆ ਪੀਐਮ ਵੇਲੇ ਵੀ ਠੀਕ ਹੈ, ਫਿਰ ਕੀ ਹੋ ਗਿਆ ਯਾਰ, ਜੇ ਕੁਝ ਹੋ ਗਿਆ ਫਿਰ ਤੁਸੀਂ ਉਹਨਾਂ ਨੂੰ ਚਲੋ ਇਹ ਵੀ ਕਹਿਤਾ ਭ੍ਰਿਸ਼ਟਾਚਾਰ ਦੇ ਬਸ ਵੀ ਚਲੋ ਜੀ ਮੇਰੀ ਗਲਤੀ ਸੀ ਮਾੜੀ ਮੋਟੀ, ਜਾਂ ਮੈਨੂੰ ਮਾਫ ਕਰੋ, ਤੁਹਾਨੂੰ ਤੁਸੀਂ ਸਾਡੇ ਗੈਸ ਸੀਗੇ, ਉਹ ਸਫੀਸ਼ੀਐਂਟ ਸੀ ਗੱਲ, ਉਹ ਠੀਕ ਤਰੀਕੇ ਨਾਲ ਕਰੀ ਇਹਨਾਂ ਨੇ। ਚੀਜ਼ ਹੋਰ ਵੀ ਹੈ ਨਾ, ਜਿਸ ਤਰ੍ਹਾਂ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਦੇਖੋ ਉਹਨਾਂ ਦੀ ਇੰਟਰਵਿਊ ਆਈਆਂ, ਉਹਦੇ ਵਿੱਚ ਉਹਨਾਂ ਦੇ ਬਿਆਨ ਵੀ ਸਾਹਮਣੇ ਆਏ। ਉਹ ਕਹਿੰਦੇ ਕਿ ਚਰਨਜੀਤ ਸਿੰਘ ਚੰਨੀ ਦੀ ਜਦੋਂ ਇਨਕੁਆਇਰੀ, ਮੈਂ ਸਰਕਾਰ ਦੇ ਵਿੱਚ ਸੀਗਾ, ਮੁੱਖ ਮੰਤਰੀ ਮੈਂ ਸੀ, ਤਾਂ ਉਦੋਂ ਇਨਕੁਆਇਰੀ ਹੋਈ ਸੀ ਤੇ ਚਰਨਜੀਤ ਸਿੰਘ ਚੰਨੀ ਦਾ ਨਾਂ ਨਿਕਲ ਕੇ ਸਾਹਮਣੇ ਆਇਆ। ਮੈਂ ਹਾਈ ਕਮਾਂਡ ਦੇ ਕੋਲੇ ਉਹਨਾਂ ਦੀ ਫਾਈਲਾਂ ਲੈ ਕੇ ਗਿਆ ਕਿ ਭਾਈ ਇਹ ਤਾਂ ਚਰਨਜੀਤ ਸਿੰਘ ਚੰਨੀ ਦਾ ਨਾਮ ਹੀ ਵਿੱਚ ਆ ਰਿਹਾ, ਪਰ ਉਹ ਫਾਈਲਾਂ ਜਿਹੜੀਆਂ ਉਸ ਵਕਤ ਦੱਬ ਲਈਆਂ ਗਈਆਂ, ਪਤਾ ਨਹੀਂ ਮੈਨੂੰ ਕਿਉਂ ਨਹੀਂ ਕਾਰਵਾਈ ਜਿਹੜੀ ਉਹਨਾਂ ਦੇ ਉੱਤੇ ਨਹੀਂ ਕੀਤੀ ਗਈ। ਤੇ ਇਹ ਵੀ ਚੀਜ਼ ਕਿਤੇ ਨਾ ਕਿਤੇ ਪੁਸ਼ਟੀ ਕਰਦੀ ਹੈ, ਠੀਕ ਹੈ ਉਹਨਾਂ ਦੇ ਸਿਆਸੀ ਵਿਰੋਧੀ ਹੁਣ ਬਣ ਚੁੱਕੇ ਹੈ,
ਇਹ ਵੀ ਕਹਿੰਦੇ ਕਿ ਚਰਨਜੀਤ ਸਿੰਘ ਚੰਨੀ ਨੇ ਮੇਰੇ ਪੈਰੀ ਪੈ ਕੇ ਮੁਆਫੀ ਮੰਗੀ ਸੀ ਮੀਟੂ ਵਾਲੇ ਕੇਸ ਦੇ ਵਿੱਚ, ਅੱਜ ਰੰਗ ਢੰਗ ਬਦਲ ਗਏ ਆ। ਪਰ ਇਹ ਤਾਂ ਝੂਠ ਨਹੀਂ ਨਾ ਬੋਲ ਸਕਦੇ, ਕਿਉਂਕਿ ਜੇ ਇਹ ਝੂਠ ਬੋਲਿਆ ਹੋਊਗਾ ਤਾਂ ਫਿਰ ਹਾਈ ਕਮਾਂਡ ਵੀ ਇਸ ਤੇ ਜਵਾਬ ਦੇ ਦੂਗਾ ਕਿ ਨਹੀਂ, ਚਰਨਜੀਤ ਸਿੰਘ ਚੰਨੀ ਦਾ ਤਾਂ ਕੋਈ ਨਾਂ ਨਹੀਂ ਇੱਥੇ ਆਇਆ ਸੀ, ਸਾਡੇ ਕੋਲ ਤਾਂ ਕੋਈ ਇਸ ਤਰ੍ਹਾਂ ਦੀ ਫਾਈਲ ਨਹੀਂ ਪਹੁੰਚੀ। ਦੇਖੋ ਕੈਪਟਨ ਸਾਹਿਬ ਕੀ ਕਹਿੰਦੇ ਨੇ, ਵਿਸ਼ਵਾਸ ਕਰਨਾ 2002 ਤੋਂ 7 ਵਾਲੀ ਸਰਕਾਰ ਤਾਂ ਫਿਰ ਕੈਪਟਨ ਸਾਹਿਬ ਦੀ ਚੰਗੀ ਸੀ, ਉਹਦੇ 'ਚ ਉਹਨਾਂ ਨੇ ਪਿਰਤ ਮਾੜੀ ਪਾਤੀ। ਬਾਦਲ ਸਾਹਿਬ ਜਿਹੜੇ 5 ਵਾਰੀ ਮੁੱਖ ਮੰਤਰੀ ਰਹੇ ਸੀ, ਉਹਨਾਂ ਨੂੰ ਤੂੰ ਕਰਕੇ ਗੱਲ ਕਰੀ ਸੀ ਅਸੈਂਬਲੀ 'ਚ। ਉਹ ਕੋਈ ਇਸ ਤਰ੍ਹਾਂ ਦੀ ਭਾਸ਼ਾ ਜਿਹੜੀ ਸੀ, ਭਾਸ਼ਾ ਦਾ ਥੰਮਲ ਉਹਨਾਂ ਨੇ ਉਦੋਂ ਛੱਡਿਆ, ਪਰ ਫਿਰ ਵੀ ਕਈ ਕੰਮ ਚੰਗੇ ਕਰੇ, ਡਟ ਕੇ ਕਰੇ ਤੇ ਅੰਦਰ ਕਰੇ। ਅੰਦਰ ਕਰਨ ਨਾਲ ਤਾਂ ਬਾਦਲ ਸਾਹਿਬ ਰਿਵਾਈਵ ਹੋ ਗਏ। ਜੇ ਉਹਨਾਂ ਨੂੰ ਡਰਾ ਕੇ ਰੱਖਦੇ, ਉਹਨਾਂ ਨਾਲ ਕੋਈ ਨਹੀਂ ਜਾਣ ਨੂੰ ਤਿਆਰ ਸੀ। ਉਹ ਸਮਾਂ ਅੰਦਰ ਕਰਨਾ, ਟੌਹੜਾ ਸਾਹਿਬ ਵੀ ਆ ਗਏ, ਹੋਰ ਵੀ। ਇਹ ਕੈਪਟਨ ਸਾਹਿਬ ਨੂੰ ਨਾ ਇਹ ਭੁਲੇਖਾ ਰਹਿੰਦਾ, ਇਹਨਾਂ ਦੇ ਸਲਾਹਕਾਰ ਇਸਦੇ ਨੇ ਜਿਹੜੇ ਉਹੀ ਜਿਹੀਆਂ ਪੁੱਠੀਆਂ ਸਲਾਹਾਂ ਦਿੰਦੇ ਨੇ। ਇਹਨਾਂ ਨੂੰ ਪੁੱਛੋ ਵੀ ਠੀਕ ਹੈ, ਤੁਹਾਡੀ ਹਾਈ ਕਮਾਂਡ ਨੇ ਨਹੀਂ ਮੰਨੀ, ਤੁਸੀਂ ਲਿਖਤਾ, ਤੁਸੀਂ ਸੀਐਮਸ਼ਿਪ ਛੱਡ ਦਿੰਦੇ। ਤੁਸੀਂ ਸੀਐਮਸ਼ਿਪ ਕਿਉਂ ਨਹੀਂ ਛੱਡੀ? ਵੀ ਮੈਂ ਹੀ ਚੋਰੀ ਨਹੀਂ ਹੋਣ ਦੇਣੀ, ਮੈਂ ਤਾਂ ਵਾਅਦਾ ਕਰਕੇ ਆਇਆ ਸੀ ਮਾਫੀਆ ਖਤਮ ਕਰੂੰਗਾ। ਅੱਜ ਫਾਈਲਾਂ ਖੁੱਲੀਆਂ ਨੇ ਜੀ ਤੁਹਾਡੀਆਂ ਸਾਰਿਆਂ ਦੀਆਂ। ਤਾਂ ਕਿਸਾਨ ਲੀਡਰਾਂ ਨੂੰ ਵੀ ਕਹਿ ਰਹੇ ਸੀ ਉਹ ਪਿਊਸ਼ ਗੋਇਲ ਵੀ ਸਭ ਦੀਆਂ ਫਾਈਲਾਂ ਨੇ ਮੇਰੇ ਕੋਲ, ਸਭ ਦੀਆਂ ਜੰਤਰੀਆਂ ਨੇ, ਜੰਤਰੀ ਜਿਹਦੀ ਮਰਜ਼ੀ ਬਣਾ ਲਓ, ਤੁਹਾਡੀ ਬਣਾ ਦੇ, ਮੇਰੀ ਬਣਾ ਦੇਣ। ਜੰਤਰੀ ਬਣਾਉਣ ਨੂੰ ਕੀ ਹੈ? ਤੁਸੀਂ ਉਹ 'ਚ ਕੀ ਹੈ? ਤੁਸੀਂ 2 ਗਵਾਹ ਝੂਠੇ ਖੜੇ ਕਰਦੇ ਨੇ, ਉਹ ਝੂਠੇ ਗਵਾਹ ਪੱਕੇ ਕਰ ਦਿਓ, ਉਹ ਵਕੀਲ ਉਹ ਤੋਂ ਬਿਆਨ ਦਵਾ ਦੇਗਾ, ਤੁਹਾਨੂੰ ਸਜ਼ਾ ਵੀ ਕਰ ਦੇਣਗੇ। ਸੋ ਇਹ ਨਹੀਂ ਮੈਂ ਮੰਨਦਾ ਜਿਹੜਾ ਕੈਪਟਨ ਸਾਹਿਬ ਕਰ ਰਹੇ ਨੇ, ਉਹ ਬਿਲਕੁਲ ਹੀ ਉਹਨਾਂ ਨੇ ਪੰਜਾਬ ਨਾਲ ਨੁਕਸਾਨ ਕਰਿਆ, ਪੰਜਾਬ ਦਾ ਟੋਟਲ। ਬਾਰ-ਬਾਰ ਪਾਕਿਸਤਾਨ, ਬਾਰ-ਬਾਰ ਖਾਲਿਸਤਾਨ, ਬਾਰ-ਬਾਰ ISI ਆ ਰਹੀ ਹੈ। ਜਿੱਦੇ ਚੋਣਾਂ ਹੁੰਦੀਆਂ ਨੇ ਉਹਦੇ ਬੰਬ ਆ ਜਾਂਦੇ ਸੀ, ਕਦੇ ਟਿਫਨ ਬੰਬ ਆ ਗਿਆ, ਕਦੇ ਕੁਛ ਆ ਗਿਆ ਹੈ। ਤੁਸੀਂ ਪਾਕਿਸਤਾਨ ਨਾਲ ਸ਼ਾਂਤੀ ਨਾਲ ਰਹਿਣਾ ਕਿ ਕੀ? ਹਰੇਕ ਗੱਲ ਦੇ ਉੱਤੇ ਜੇ ਤੁਸੀਂ ਪਾਕਿਸਤਾਨ ਨੂੰ ਦੋਸ਼ਾ, ਚੀਨ ਉੱਥੇ ਪੁਲ ਬਣਾਈ ਜਾਂਦਾ, ਚੀਨ ਨੇ ਬਣਾ ਲਏ, ਫਿਰ ਹਟਾ ਲੈਣ ਨਾ ਕੈਪਟਨ ਸਾਹਿਬ ਉਹਦੀ ਜਾ ਕੇ ਉੱਥੇ। ਹੁਣ ਤਾਂ BJP ਦੇ ਨਾਲ ਨੇ ਨਾ। ਸੋ ਇਸ ਕਰਕੇ ਜਦ ਤੁਸੀਂ ਲੋਕਾਂ ਨੂੰ ਕਮਿਊਨਲ ਲਾਈਨ ਤੇ ਐਂ ਡਿਵਾਈਡ ਕਰੋਗੇ, ਤੇ ਤੁਸੀਂ ਜਿੱਦੇ ਤੁਹਾਨੂੰ ਹਟਾਇਆ ਤੁਹਾਡੇ 'ਚ ਇੰਨੀ ਤਹਮਤ ਨਹੀਂ, ਤੁਸੀਂ ਤਾਂ ਪੈਰਾਂ, ਤੁਸੀਂ ਕਹੇ ਨਾ ਵੀ ਮੈਂ ਕੀ ਕਰਦਾ, ਤੁਸੀਂ ਤਾਂ ਜ਼ੋਰ ਲਾਉਂਦੇ ਰਹੇ ਵੀ ਮੈਂ ਰਹਾਂ। ਉਹ ਤਾਂ ਜਦ MLA ਤੁਹਾਡੇ ਨਾਲ ਨਹੀਂ ਰਹੇ, ਫਿਰ ਤੁਹਾਨੂੰ ਲਾ ਦਿੰਦੇ ਜੀ। ਨੋ ਕੌਨਫੀਡੈਂਸ ਮੋਸ਼ਨ ਤਾਂ ਹੋ ਹੀ ਜਾਣਾ ਸੀ। ਜਾਂ ਫਿਰ ਅਕਾਲੀ ਸਿੱਧੇ ਰਲਦੇ ਨਾਲ, ਜਾਂ BJP ਨਾਲ ਰਲਦੀ ਵੀ ਚੰਗਾ ਸੀ, ਇਹਨੂੰ ਸਪੋਰਟ ਕਰਦਾ। ਚਾਹੀਦਾ ਤਾਂ ਮੈਜੋਰਟੀ ਆ, ਕੋਈ ਪਾਰਟੀ ਦੀ ਮੈਜੋਰਟੀ ਜ਼ਰੂਰੀ ਨਹੀਂ। ਮੈਜੋਰਟੀ ਕਿਵੇਂ ਲੈਂਦੇ? ਸੋ ਇਸ ਮੈਜੋਰਟੀ ਤਾਂ ਨਹੀਂ ਸੀ, ਨਹੀਂ ਲੈਣ ਦੀ ਕੋਸ਼ਿਸ਼ ਵੀ ਕਰ ਲੈਂਦੇ। ਆਪ ਵਾਲੇ, ਅਕਾਲੀ, BJP ਰਲ ਕੇ ਵੀ ਜਿੰਨੇ ਕਾਂਗਰਸੀ ਵਿਰੁੱਧ ਹੋ ਗਏ ਸੀ, ਉਹ ਪੂਰੀ ਨਹੀਂ ਹੁੰਦੀ ਸੀ ਮੈਜੋਰਟੀ। ਅਸਲ ਤਾਂ ਗੱਲ ਆ ਸੀ ਵਿੱਚੋਂ। ਬਿਲਕੁਲ। ਸੋ ਇਸ ਕਰਕੇ ਛੱਡਿਆ, ਨਾਲ ਕਹਿੰਦਾ ਵੀ ਮੇਰੀ ਬੇਇੱਜ਼ਤੀ ਬੜੀ ਹੋਈ ਹੈ। ਬੇਇੱਜ਼ਤੀ ਕਾਹਦੀ ਆ? ਵੀ ਜਦ ਤੁਹਾਡੇ ਕੋਲ ਵਾਧਾ ਰਿਹਾ, ਤੁਹਾਡੇ ਕੋਲ ਉਹ ਰਿਹਾ ਹੀ ਨਹੀਂ ਬਹੁਮਤ, ਜਿਹਦੇ ਹਿਸਾਬ ਨਾਲ ਤੁਸੀਂ ਬਣਨਾ ਹੈ, ਜਿਨ੍ਹਾਂ ਨੇ ਚੁਣਨਾ ਹੈ, ਚਾਹੇ ਕਮਾਂਡ ਉੱਤੋਂ ਕੋਈ ਕਰੇ, ਤੇ ਤੁਸੀਂ ਛੱਡ ਦਿਓ, ਆਪਦੀ ਇੱਜ਼ਤ ਨਾਲ ਛੱਡ ਦਿਓ। ਤੁਸੀਂ ਤਾਂ ਧੱਕੇ ਨਾਲ ਬੈਠੇ ਰਹੇ ਵੀ ਨਾ ਮੈਂ ਤਾਂ ਜਾਣਾ ਨਹੀਂ। ਫਿਰ ਤੁਸੀਂ ਹਰ ਹੇਰਾ ਫੇਰੀ ਹੁੰਦੀ ਰਹੀ ਤੁਹਾਡੇ ਸਾਹਮਣੇ। ਤੁਸੀਂ ਇੱਕ ਬਿਊਰੋਕਰੇਟ ਨੂੰ ਫੜਾ ਰੱਖੀ ਸਰਕਾਰ ਲੋਕਾਂ ਨੇ ਚੁਣੀ ਸੀ, ਉਹ ਬਿਊਰੋਕਰੇਟ ਦੇ ਚਲਾਉਣ ਵਾਸਤੇ ਚੁਣੀ ਸੀ। ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ ਹੈ। ਜਦ ਪਿਛਲੀ ਸਰਕਾਰ ਸੀ ਇਹਨਾਂ ਦੀ, ਉਦੋਂ ਪਹਿਲਾਂ ਬਾਦਲ ਸਾਹਿਬ ਦੀ ਸਰਕਾਰ ਮੈਂ ਰਿਹਾ, ਉਦੋਂ ਪਹਿਲਾਂ ਸਾਹਿਬ ਬੇਅੰਤ ਸਿੰਘ ਦੀ ਸਰਕਾਰ, ਤੇ ਮੈਡਮ ਭੱਠਲ ਦੀ ਸਰਕਾਰ ਭਾਵੇਂ ਥੋੜ੍ਹੀ ਦੇਰ ਦੀ ਸੀ, ਬਰਾੜ ਸਾਹਿਬ, ਉਦੋਂ ਬਿਊਰੋਕ੍ਰੇਸੀ ਐਂ ਨਹੀਂ ਕਰਦੀ ਸੀ। ਬਿਊਰੋਕ੍ਰੇਸੀ ਸਿਰਫ ਆਪਦਾ ਕੰਮ ਕਰਦੀ ਸੀ, ਫੈਸਲੇ ਸਿਆਸੀ ਹੁੰਦੇ ਸੀ। ਹੁਣ ਉਲਟਾ ਗੱਲ ਹੋਣ ਲੱਗੀ ਸੀ, ਸਿਆਸੀ ਫੈਸਲੇ ਬਿਊਰੋਕ੍ਰੇਸੀ ਕਰਨ ਲੱਗੀ ਸੀ। ਜਿੱਥੇ ਸਿਆਸੀ ਫੈਸਲੇ ਬਿਊਰੋਕ੍ਰੇਸੀ ਕਰੇ, ਜਿੱਥੇ ਮਿਨਿਸਟਰ ਜਾ ਕੇ ਸੰਤਰੀ ਦੀ ਤਰ੍ਹਾਂ ਖੜਾ ਰਹੇ, ਮੰਤਰੀ ਜਾ ਕੇ ਉੱਥੇ ਸੰਤਰੀ ਬਣ ਕੇ ਇੱਕ ਬਿਊਰੋਕਰੇਟ ਰਿਟਾਇਰਡ ਦੇ ਕੋਲੇ, ਉਹ ਰਿਟਾਇਰਡ ਬਿਊਰੋਕਰੇਟ ਰੋਜ਼ ਹੀ ਰੁੱਸ ਕੇ ਚਲਾ ਜਾਵੇ ਤੇ ਮੁੜ ਕੇ ਉਹਨੂੰ ਇੱਕ ਕਿਸਮ ਦਾ ਮਨਾਮਣੂ ਕੇ ਲਿਆਉਣਾ, ਇਹਦਾ ਮਤਲਬ ਉਹਦੇ ਬਿਨਾਂ ਤਾਂ ਇਹਨਾਂ ਦਾ ਕੰਮ ਹੀ ਨਹੀਂ ਚੱਲਦਾ ਸੀ। ਇਹ ਤਾਂ ਜਿਹੜਾ ਬੰਦਾ ਇੱਕ ਕਿਸਮ ਦਾ ਨਕਲ ਜਾਂ ਦੂਜੇ ਬੰਦੇ ਨੂੰ ਬਿਠਾਉਣ ਦੀ ਗੱਲ ਹੀ ਹੋ ਗਈ। ਮੈਂ ਫੜੇ ਨੇ 27 ਬੰਦੇ, ਦੂਜੇ ਬੰਦੇ ਨੂੰ ਬਿਠਾ ਕੇ ਵੀ ਆਪਦਾ ਇਮਤਿਹਾਨ ਪਾਸ ਕਰਨਾ, ਇਹਨਾਂ ਦਾ ਤਾਂ ਇਹ ਹਾਲ ਸੀ। ਸੋ ਇਸ ਕਰਕੇ ਕੈਪਟਨ ਸਾਹਿਬ ਕੀ ਕਹਿੰਦੇ ਨੇ, ਕੈਪਟਨ ਸਾਹਿਬ ਦਾ ਜਿਹੜਾ ਇਹ ਚੰਨੀ ਵਾਲੇ ਤਾਂ ਮਾਫੀ ਤੇ ਮੰਨ ਲਿਆ, ਇਹਨਾਂ ਨੇ ਫਾਈਲ ਬਣਾਤੀ। ਜਿਹੜਾ ਫਾਜ਼ਿਲਕਾ ਵਾਲਾ ਮਾਫੀਆ ਸੀ, ਜਿਹਦੇ 'ਚ ਪੱਤਰਕਾਰਾਂ ਤੇ ਏਡੀਆਂ ਸੱਟਾਂ ਵੀ ਲੱਗੀਆਂ, ਉਹਦੇ 'ਚ ਕੈਪਟਨ ਸਾਹਿਬ ਦਾ ਸਵਾਲ ਹੈ ਤੁਸੀਂ ਕੀ ਕਰਨ ਗਏ ਸੀ ਉੱਥੇ? ਉਦੋਂ ਕਿਹੜੀ ਤਾਕਤ ਸੀ ਉਹ ਵੀ ਦੱਸ ਦੇਣਾ ਵੀ ਕਿਹੜੀ ਤਾਕਤ ਸੀ ਕਿ ਅਸੀਂ ਉਹ ਕੀ ਕਰਨ ਗਏ ਕਹਿਤਾ। ਫਿਰ ਮੁੜ ਕੇ ਗੋਲ ਦੀ ਗੱਲ ਕਰੀ, ਫਿਰ ਇਨਕੁਆਇਰੀ ਕਰਕੇ ਉਹ ਸਾਰਾ ਕੇਸ ਰਫਾ ਦਫਾ ਕਰਵਾਇਆ। ਉਹ ਕੈਪਟਨ ਸਾਹਿਬ ਨੂੰ ਕਿਹੜੀ ਉਸਨੇ ਕਿਹਾ ਸੀ? ਉਦੋਂ ਚੰਨੀ ਸਾਹਿਬ ਨੇ ਕਿਹਾ ਸੀ। ਸੋ ਸਾਡੇ ਸਿਆਸਤਦਾਨਾਂ ਦਾ ਇੱਕ ਮਿਆਰ ਦਾ ਲੈਵਲ ਹੋ ਗਿਆ, ਉਹ ਮਿਆਰ ਜਿਹੜਾ ਹੈ ਉਹ ਠੀਕ ਨਹੀਂ ਹੈ। ਉਹਦੇ ਵਿੱਚ ਸਾਨੂੰ ਇਹ ਚਾਹੀਦਾ ਵੀ ਜੇ ਗਲਤੀਆਂ, ਤੁਸੀਂ ਪਹਿਲਾਂ ਫੈਸਲਾ ਤਾਂ ਕਰ ਲਓ ਵੀ ਆਪਾਂ ਨਹੀਂ ਚੋਰੀ ਕਰਨੀ। ਜੇ ਤੁਸੀਂ ਚੋਰੀ ਕਰਨੀ ਹੈ ਫਿਰ ਤੁਸੀਂ ਇੱਕ ਦੂਜੇ ਦਾ ਢਾਟਾ ਪੱਟੀ ਜਾਂਦੇ ਹੋ, ਕਰੀ ਜਾਓ। ਉਹਦੇ 'ਚ ਲੋਕਾਂ ਨੂੰ ਤਾਂ ਪਤਾ ਹੀ ਹੁੰਦਾ, ਲੋਕਾਂ ਦੇ ਸਾਹਮਣੇ ਸਭ ਹੁੰਦਾ। ਤੁਸੀਂ ਕਿਹੜੀ ਸਰਕਾਰ ਹੈ ਜਿਹਦੇ ਵਿੱਚ ਭ੍ਰਿਸ਼ਟਾਚਾਰ ਹੱਦਾਂ ਦਰਜੇ ਨਹੀਂ ਟੱਪਦਾ? ਝੂਠੀਆਂ ਰਜਿਸਟਰੀਆਂ ਹੁੰਦੀਆਂ ਨੇ, ਅੱਧੇ ਪੈਸਿਆਂ ਤੇ ਰਜਿਸਟਰੀਆਂ ਹੁੰਦੀਆਂ ਨੇ। ਤਹਿਸੀਲਦਾਰ ਨੂੰ ਪੈਸੇ ਦੇ ਦਿਓ, ਰਜਿਸਟਰੀ ਹੋ ਜੂ, ਨਹੀਂ ਹੋਣੀ।
ਮੈਡੀਕਲ 'ਚ ਤੁਸੀਂ ਕਿਤੋਂ ਇਲਾਜ ਕਰਾਇਆ, ਬਿੱਲ ਤੁਹਾਡਾ ਚਲਾ ਗਿਆ, ਜੇ ਡਾਇਰੈਕਟੋਰੇਟ 'ਚ ਪੈਸੇ ਦੇ ਦੋਗੇ ਤਾਂ ਤੁਹਾਡਾ ਬਿੱਲ ਪੂਰਾ ਪਾਸ ਕਰ ਦੇਣਗੇ ਜਾਂ 10% ਕੱਟ ਲਾ ਦੇਣਗੇ, ਨਹੀਂ ਤੁਹਾਡਾ ਅੱਧਾ ਪਾਸ ਕਰਨਗੇ। ਤੁਸੀਂ ਬਿਜਲੀ ਦੇ ਵਿੱਚ ਐਸਡੀਓ ਜਿਹੜੇ ਇੰਡਸਟਰੀ ਏਰੀਆ ਹੈ, ਉੱਥੇ ਪੋਸਟਿੰਗ ਦਾ ਪੈਸਾ ਚੱਲਦਾ ਹੈ, ਕਿਉਂਕਿ ਉੱਥੋਂ ਇੰਡਸਟਰੀ ਚੋਰੀ ਕਰਦੀ ਆ ਬਿਜਲੀ, ਤੇ ਜਾਂ ਉਹ ਚੋਰੀ ਕਰਾਉਂਦੇ ਨੇ, ਜਿਹਨੂੰ ਵੀ ਜੋ ਵੀ ਹੈ, ਜਿਸ ਤਰ੍ਹਾਂ ਦਾ ਵੀ। ਇਸੇ ਤਰ੍ਹਾਂ ਹੀ ਜਿੱਥੇ ਵੀ ਥਾਣਾ ਹੈ, ਥਾਣਿਆਂ ਦੀ ਬੋਡੀ ਹੁੰਦੀ ਹੈ, ਇੱਕ ਅਕਾਲੀਆਂ ਕਾਂਗਰਸਾਂ 'ਚ ਵੀ ਹੁੰਦੀ ਹੈ। ਇਹ ਜਿਹੜਾ ਸਭ ਨੂੰ ਪਤਾ ਹੈ ਵੀ ਇਹ ਭ੍ਰਿਸ਼ਟਾਚਾਰ ਚੱਲ ਰਿਹਾ ਹੈ। ਬਿਲਕੁਲ। ਜਿਹੜਾ ਭ੍ਰਿਸ਼ਟਾਚਾਰ ਚੱਲ ਰਿਹਾ ਹੈ ਉਹਦੇ ਤੇ ਤੁਸੀਂ ਇੱਕ ਦੂਜੇ ਤੇ ਉਂਗਲ ਉਠਾਉਣ ਦੀ ਬਜਾਏ ਅੱਜ ਤੱਕ ਪਿਛਲੇ 15 ਸਾਲ 'ਚ ਅਸੈਂਬਲੀ ਦੇ ਵਿੱਚ ਸਿਵਾਏ ਇੱਕ ਦੂਜੇ ਤੇ ਦੋਸ਼ ਲਾਉਣ ਦੇ, ਸਿਵਾਏ ਇੱਕ ਦੂਜੇ ਨੂੰ ਚੋਰ ਕਹਿਣ ਦੇ, ਠੱਗ ਕਹਿਣ ਦੇ, ਕਦੇ ਇਹਨਾਂ ਨੇ ਚੰਗੀ ਭਾਸ਼ਾ 'ਚ ਬੈਠ ਕੇ ਕਿਹਾ ਯਾਰ ਨਸ਼ੇ ਚੱਲ ਰਹੇ ਨੇ, ਚਲੋ ਜਿਹਦਾ ਮਰਜ਼ੀ ਕਸੂਰ ਹੋਇਆ ਆਪਾਂ ਬੈਠ ਕੇ ਸੋਚੀਏ ਇਹਨੂੰ, ਚੱਲ ਜੇ ਬੰਦ ਨਹੀਂ ਕਰ ਸਕਦੇ ਘਟਾ ਤਾਂ ਲਈਏ। 117 ਚੁਣੇ ਹੋਏ ਬੰਦੇ ਨੇ, ਸਿਆਣੇ ਬੰਦੇ ਨੇ, ਜੇ ਉਹਨਾਂ ਦਾ ਇੱਛਾ ਹੁੰਦੀ ਤਾਂ 117 ਬੰਦੇ ਬੈਠ ਕੇ ਚਰਚਾ ਕਰਦੇ ਇੱਕ ਦਿਨ 2 ਦਿਨ ਵੀ ਆਪਾਂ ਯਾਰ ਸੋਚੋ, ਚਲ ਆਪਾਂ ਬਾਕੀ ਛੱਡੋ। ਮੇਰਾ ਸਵਾਲ ਇਸੇ ਤੇ ਹੀ ਹੈ, ਦੇਖੋ ਜਦੋਂ ਲੋਕ ਚੁਣਦੇ ਆ ਤਾਂ ਲੋਕਾਂ ਨੂੰ ਇਹ ਲੱਗਦਾ ਕਿ ਇਹ ਸਾਡੇ ਇਲਾਕੇ ਦਾ ਵਿਕਾਸ ਕਰ ਸਕਦਾ ਹੈ, ਇਹ ਚੰਗੀਆਂ ਗੱਲਾਂ ਕਰ ਰਿਹਾ ਹੈ, ਇਹਨੂੰ ਅਸੀਂ ਚੁਣ ਲਈਏ। ਹੁਣ ਤੱਕ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਇਹਨਾਂ ਦਾ ਮਿਆਰ ਕਿਸ ਤਰ੍ਹਾਂ ਦਾ ਹੋ ਗਿਆ, ਸਿਆਸਤਦਾਨ ਜਿਹੜੇ ਆ ਉਹ ਗਿਰਗਟ ਵਾਂਗੂ ਰੰਗ ਬਦਲ ਜਾਂਦੇ ਆ, ਉਹ ਇੱਕ ਦੂਸਰੇ ਨੂੰ ਚੋਰ ਕਹਿੰਦੇ ਆ, ਜਦੋਂ ਸੱਤਾ ਦੇ ਵਿੱਚ ਹੁੰਦੇ ਆ ਤਾਂ ਉਦੋਂ ਕਹਿਣਗੇ ਕਿ ਮੇਰੇ ਵਰਗਾ ਜਿਹੜਾ ਉਹ ਚੰਗਾ ਕੋਈ ਨਹੀਂ, ਤੇ ਜਦੋਂ ਦੂਸਰੇ ਪਾਸੇ ਹੋ ਜਾਣਗੇ ਤੇ ਫਿਰ ਜਿਹੜਾ ਸੱਤਾ ਤੇ ਬੈਠਾ ਉਹਨੂੰ ਚੋਰ ਆਖਣ ਲੱਗ ਜਾਂਦੇ ਕਿ ਭਾਈ ਇਹਨੇ ਐਂ ਕੀਤਾ ਤੇ ਇਹਨੇ ਐਂ ਕੀਤਾ। ਹੁਣ ਲੋਕਾਂ ਨੇ ਉਹਨਾਂ ਦੀ ਗੱਲਾਂ ਦੇ ਉੱਤੇ ਭਰੋਸਾ ਕਰਨਾ ਹੈ। ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ ਤੇ ਉਹਨਾਂ ਨੇ ਆਖਿਆ ਕਿ ਮੈਂ ਹੁਣ ਵੇਖਿਓ ਕਿ ਜਿਹੜੇ ਗਰੀਬ ਲੋਕ ਨੇ, ਜਿਹੜੇ ਆਮ ਲੋਕ ਨੇ, ਉਹਨਾਂ ਦੀ ਆਵਾਜ਼ ਬਣਾਂਗਾ, ਜਿਨ੍ਹਾਂ ਦੇ ਉੱਤੇ ਹੁਣ ਤੱਕ ਧੱਕਾ ਹੁੰਦਾ ਰਿਹਾ ਉਹਨਾਂ ਦੇ ਨਾਲ ਧੱਕਾ ਨਹੀਂ ਹੋਊਗਾ, ਥਾਣਿਆਂ ਦੇ ਵਿੱਚ ਸੁਣਵਾਈ ਹੋਊਗੀ, ਕਰਪਸ਼ਨ ਜਿਹੜੀ ਆ ਉਹ ਬੰਦ ਕਰਾ ਦਿਆਂਗਾ, ਮਾਫੀਆ ਨੂੰ ਨੱਥ ਪਾ ਦਿਆਂਗਾ। ਜੇ ਹੁਣ ਉਹਨਾਂ ਦੇ ਉੱਤੇ ਇਲਜ਼ਾਮ ਲੱਗ ਰਹੇ ਆ ਜਿਹੜੇ ਉਹ ਸਾਬਤ ਹੋ ਜਾਂਦੇ ਆ, ਉਹਦੇ ਵਿੱਚ ਕੋਈ ਨਾ ਕੋਈ ਜਿਹੜੇ ਤੱਥਾਂ ਦੇ ਹਿਸਾਬ ਨਾਲ ਚੀਜ਼ ਨਿਕਲ ਕੇ ਆ ਜਾਂਦੀ ਹੈ ਕਿ ਇਹ ਵੀ ਵਿੱਚੇ ਲਿਪਤ ਸੀ, ਇਹਨਾਂ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਗਿਆ, ਰੇਤ ਮਾਫੀਆ ਇਹਨਾਂ ਦੇ ਵੱਲੋਂ ਚਲਾਇਆ ਗਿਆ, ਤੇ ਫਿਰ ਲੋਕ ਭਰੋਸਾ ਕਰਨ ਕਿਹਦੇ ਤੇ? ਕਿਵੇਂ ਲੋਕ ਅਗਲੀ ਸਰਕਾਰ ਚੁਣਨ, ਚੰਗੇ ਲੋਕਾਂ ਨੂੰ ਕਿਵੇਂ ਚੁਣਨ? ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਹੀ ਕੁਝ ਕੀਤਾ ਸੀਗਾ, ਬਾਅਦ ਦੇ ਵਿੱਚੋਂ ਹੁਣ ਬਦਲ ਗਏ। ਬਿਲਕੁਲ ਠੀਕ ਹੈ, ਤੁਸੀਂ ਗੱਲ ਤਾਂ ਇਹ ਹੈ, ਇਹ ਕਹਿਣਾ ਕਿ ਜੀ ਮੈਂ ਦਊਂਗਾ ਤਾਂ ਇਹ ਜਿਹੜਾ ਇਹਨਾਂ ਨੇ ਪ੍ਰਿੰਸੀਪਲ ਸੈਕਟਰੀ ਲਾਇਆ ਸੀ ਉਹਦਾ ਪਾਸ ਦੇਖ ਲੈਂਦਾ ਕੀ ਸੀ। ਉਹ ਹੈਲਥ 'ਚ ਰਿਹਾ ਸੀ, ਕਮਿਸ਼ਨਰ ਰਿਹਾ ਸੀ ਅਕਾਲੀ ਸਰਕਾਰ ਵੇਲੇ, ਅਕਾਲੀ ਬੀਜੇਪੀ 'ਚ ਡਰੱਗ ਕਮਿਸ਼ਨਰ ਰਿਹਾ ਸੀ ਜੀ, ਕਿ ਚੰਗੀ ਮਿਲਣ ਲੱਗੀ ਸੀ, ਐਕਟ ਬਣਿਆ ਹੋਇਆ ਪੂਰਾ, ਕਿੰਨਿਆਂ ਕੁ ਨੂੰ ਸਜ਼ਾ ਹੋਈ ਸੀ, ਕਿੰਨੀ ਕੁ ਡਰੱਗ ਠੀਕ ਮਿਲਣ ਲੱਗੀ ਸੀ। 2 ਨੰਬਰ ਜਿਹੜਾ ਇੱਥੇ ਇਹ ਖਰੜ ਦੇ ਵਿੱਚ ਇੱਕ ਇੰਸਪੈਕਟਰ ਨੂੰ ਮਾਰਤਾ ਸੀ ਡਰੱਗ ਮਾਫੀਆ ਨੇ। ਤੋ ਇੱਕ ਤਾਂ ਇਹ ਗੱਲ ਸਮਝ ਕੇ ਚੱਲੀਏ ਵੀ ਜਦ ਤੁਸੀਂ ਆਉਣ ਜਿਹੜੇ ਬੰਦਿਆਂ ਨੇ ਮੁੱਖ ਸਰਕਾਰ, ਉਹਨਾਂ ਦੇ ਜਾਂ ਤਾਂ ਤੁਸੀਂ ਪਹਿਲਾਂ ਕੁਝ ਦੇਖਿਆ ਹੋਵੇ ਯਾਰ ਇਹਨਾਂ ਦਾ ਇੰਨਾ ਕੁ ਕਿਰਦਾਰ ਹੈਗਾ, ਕਿਰਦਾਰ ਵਾਲੇ ਬੰਦੇ ਹੈਗੇ ਸੀ ਪਰ ਉਹ ਨਹੀਂ ਲਏ। ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਕਿ ਵੀ ਇਹ ਕਹਿੰਦਾ ਮੈਂ ਲੋਕਾਂ ਦਾ ਕਰ ਰਿਹਾ, ਆਪਾਂ ਛੱਡੋ ਬਾਕੀ, ਹਾਲਾਂਕਿ ਮੈਂ ਪੈਣਾ ਨਹੀਂ ਚਾਹੁੰਦਾ ਹੁੰਦਾ ਜਾਤ ਪਾਤ 'ਚ। 33% ਸ਼ੈਡਿਊਲਡ ਕਾਸਟ ਹੈ ਪੰਜਾਬ 'ਚ, ਪਿੰਡਾਂ 'ਚ 37% ਹੈ, ਸ਼ਹਿਰਾਂ 'ਚ 31% ਹੈ, 30%। ਉਹ ਸ਼ੈਡਿਊਲਡ ਕਾਸਟਾਂ 'ਚੋਂ 97% ਨੂੰ ਰੋਟੀ ਨਹੀਂ ਚੱਲਦੀ ਉਹਨਾਂ ਦੀ, ਬਾਕੀ ਛੱਡੋ, ਗਰੀਬ ਕਿਸਾਨ ਦੀ ਨਹੀਂ ਚੱਲਦੀ, ਕੋਈ ਦੁਕਾਨਦਾਰ ਦੀ ਨਹੀਂ ਚੱਲਦੀ। ਉਹ ਇਹ ਕੀ ਹੈ, ਇਹ ਤਾਂ ਬਹੁਤ ਸੌਖਾ। ਮੋਦੀ ਸਾਹਿਬ ਕਹਿੰਦੇ ਮੈਂ ਚਾਹ ਬਣਾਉਂਦਾ ਸੀ, ਇਹ ਕਹਿੰਦੇ ਮੈਂ ਮੰਜੀਆਂ ਬੁਣਦਾ ਸੀ, ਇਹ ਕਹਿੰਦਾ ਸੀ। ਮੈਨੂੰ ਕਿਸੇ ਨੇ ਇੱਕ ਵਾਰੀ ਮਾਫ ਕਰਨਾ, ਇੱਕ ਬੜੇ ਪੱਤਰਕਾਰ ਇੱਕ ਦਿਨ ਆਏ, ਕਹਿੰਦੇ ਡਾਕਟਰ ਸਾਹਿਬ ਬੜਾ ਕਮਾਲ ਹੈ, ਅੱਜ ਮੈਂ ਮੈਡਮ ਕੋਲੋਂ ਆਇਆ, ਹੈਲਥ ਮਿਨਿਸਟਰ ਕੋਲੋਂ। ਮੈਂ ਕੀ ਕਮਾਲ ਹੈ? ਕਹਿੰਦੇ ਜੀ MLA ਦੇ ਫਲੈਟ 'ਚ ਰਹਿੰਦੀ ਹੈ ਨਾ, ਉਸ 'ਚ MLA ਹੋਸਟਲ 'ਚ ਫਲੈਟ ਕੱਢੀ ਹੈ, ਕਹਿੰਦੇ ਗੋਭੀ ਕੱਟ ਰਹੀ ਸੀ। ਮੈਂ ਕਿਹਾ ਤੁਸੀਂ ਐਂ ਦੱਸੋ ਵੀ ਉਹਨੂੰ ਗੋਭੀ ਕੱਟਣ ਵਾਸਤੇ ਬਣਾਇਆ ਆਪਾਂ ਮਿਨਿਸਟਰ? ਗੋਭੀ ਤਾਂ ਕੋਈ ਵੀ ਕੱਟ ਦੂ ਯਾਰ, ਤੇ ਉਹ ਮਿਨਿਸਟਰੀ ਦਾ ਕੰਮ ਕਰੇ। ਸੋ ਇਸ ਇਹ ਕਹਿਣਾ ਵੀ ਮੈਂ ਤਾਂ ਮੰਜੀਆਂ ਬੁਣਦਾ ਸੀ, ਮੈਂ ਫਲਾਣਾ ਸੀ, ਮੈਂ ਚਾਹ ਵੇਚਦਾ ਸੀ, ਤਾਂ ਕੋਈ ਮੀਨਿੰਗ ਨਹੀਂ ਹੋਊਗਾ। ਪਾਸਟ ਕਿਸੇ ਤਰ੍ਹਾਂ ਦਾ ਤਾਂ ਹੁੰਦਾ ਹੀ ਆ। ਪਾਸਟ ਦਾ ਮਤਲਬ ਹੈ ਉਹ ਤੋਂ ਸਿੱਖ ਕੇ ਤੁਸੀਂ ਚੰਗਾ ਕੰਮ ਕਰੋ। ਜੇ ਤੁਸੀਂ ਪਾਸਟ ਨੂੰ ਭੇਖ ਦੇ ਤੌਰ ਤੇ ਵਰਤ ਰਹੇ, ਤੁਸੀਂ ਇਹੀ ਹੈ ਨਾ ਵੀ ਲੋਕ ਹੋਰ ਕਰਦੇ ਹੋ, ਆਪ ਤੁਸੀਂ ਹੋਰ ਕਰਦੇ ਹੋ, ਮਨ 'ਚ ਤੁਹਾਡੇ ਮੁੱਖ 'ਚ ਕੁਝ ਹੋਰ ਹੈ, ਫਿਰ ਤਾਂ ਤੁਸੀਂ ਦਿਖਾਵਾ ਕਰਦੇ ਹੋ। ਸੋ ਇਹ ਚੰਨੀ ਸਾਹਿਬ ਨੇ 2 ਗੱਲਾਂ ਮੈਂ ਕਹਾਂਗਾ ਇਹਦੇ 'ਚ। ਇੱਕ ਲਾਲ ਡੋਰੇ ਦੇ ਅੰਦਰ ਕਹਿਣਾ ਸੀ ਵੀ ਤੁਸੀਂ ਰਜਿਸਟਰੀਆਂ ਕਰਾ ਲਓ। ਇਹ ਸਕੀਮ ਤਾਂ ਸਰਕਾਰ ਤਾਂ ਲੈ ਕੇ ਆਈ ਸੀ ਵੀ ਪਿੰਡਾਂ ਦੀ ਜ਼ਮੀਨ ਦੀ ਰਜਿਸਟਰੀ ਹੁੰਦੀ ਨਹੀਂ, ਜਿਹੜੇ ਅੰਦਰ ਨੇ ਲਾਲ ਡੋਰੇ ਦੇ ਅੰਦਰ ਵੀ ਹੋਣ ਲੱਗ ਜੇ, ਤਾਂ ਜਿਹੜੇ ਸ਼ਹਿਰਾਂ ਦੇ ਜਮਾਂ ਹੀ ਨੇੜੇ ਨੇ ਉਹਨਾਂ ਨੂੰ ਫਿਰ ਵੱਡੇ ਕਾਰਪੋਰੇਟ ਖਰੀਦ ਕੇ ਕਿਸੇ ਨਾ ਕਿਸੇ ਤਰ੍ਹਾਂ ਉਹ ਵੀ ਤੁਹਾਨੂੰ ਹੋਰ ਥਾਂ ਤੇ ਵਸਾ ਦਿੰਦੇ ਆ, ਤੁਹਾਨੂੰ ਪੈਸੇ ਵੱਧ ਦੇ ਦਿੰਦੇ ਆ, ਉਹਦੇ ਉੱਥੇ ਫਲੈਟ ਬਣਾ ਜੀ, ਤੇ ਉਹ ਸੋਨੇ ਦੀ ਮੁਰਗੀ ਆ ਅਸਲ 'ਚ।
ਔਰ 217 ਸ਼ਹਿਰ ਨੇ, ਵੱਡੇ ਸ਼ਹਿਰ ਨੇ। ਹੁਣ ਜਲੰਧਰ ਦੇ, ਲੁਧਿਆਣੇ ਦੇ ਆਲੇ ਦੁਆਲੇ ਤਾਂ ਜ਼ਮੀਨ ਅੱਗ ਲੱਗ ਜੂਗੀ ਨਾਲ ਦੀ ਨਾਲ ਹੀ। ਜੇ ਤੁਸੀਂ ਹੁਣ ਉਹ ਅੰਦਰ ਦੀ ਜ਼ਮੀਨ ਦਾ ਚੱਕਰ ਹੈ ਵਿੱਚ ਪਿੰਡ, ਅੱਛਾ ਚੰਡੀਗੜ੍ਹ ਚੋਂ ਨਹੀਂ ਉਠਾ ਸਕੇ ਪਿੰਡਾਂ ਨੂੰ, ਇੱਕ ਤਾਂ ਇਹ ਹੈ। ਪਰ ਉਹ ਸਾਰਾ ਕੰਮ ਕੈਪਟਨ ਸਾਹਿਬ ਨੇ ਹੋ ਚੁੱਕਿਆ ਸੀ, ਤਕਰੀਬਨ ਥੋੜਾ ਰਹਿ ਗਿਆ ਸੀ। ਇਹਨਾਂ ਨੇ ਆ ਕੇ ਕਿਹਾ ਵੀ ਇਹ ਮੈਂ ਕਰਿਆ। ਇਹ ਕਹਿ ਦਿੰਦੇ ਭਾਈ ਸਾਡੀ ਸਰਕਾਰ ਨੇ ਕਰਿਆ ਹੋਇਆ ਸੀ, ਇੰਨਾ ਕਰਿਆ ਪਿਆ ਸੀ, ਹੋ ਸਕਦਾ ਚੋਣਾਂ ਤੱਕ ਨਾ ਹੁੰਦਾ, ਮੈਂ ਤੇਜ਼ ਕਰਤਾ। ਫਿਰ ਉਹ ਵੰਡ ਵੀ ਪਹਿਲਾਂ ਚਮਕੌਰ ਸਾਹਿਬ 'ਚ ਜਾ ਰਹੇ ਨੇ। ਇਸੇ ਤਰ੍ਹਾਂ ਹੀ ਜਿਹੜਾ ਮਜ਼ਦੂਰ ਮਾਫ ਕਰਿਆ 520 ਕਰੋੜ ਦਾ, ਇਹ ਤਾਂ ਕਿੰਨੀਆਂ ਬਜਟ ਦੇ ਰਾਹੀਂ, ਬਜਟ ਦੇ ਵਿੱਚ ਫਿਗਰ ਆ ਚੁੱਕੀ ਸੀ ਅਖਬਾਰਾਂ ਦੀ। ਪਹਿਲਾਂ ਇਹਨਾਂ ਨੇ 740 ਕਰੋੜ ਕਿਹਾ, ਫਿਰ 600 ਤੇ ਆ ਗਏ, ਫਿਰ 540 ਕਰੋੜ ਤੇ ਆ ਗਏ, ਫਿਰ 520 ਕਰੋੜ ਤੇ। 520 ਕਰੋੜ ਦੀ ਫਿਗਰ ਇਹਨਾਂ ਤੋਂ ਆਉਣ ਤੋਂ ਪਹਿਲਾਂ ਆ ਚੁੱਕੀ ਸੀ ਵੀ ਇਸ ਤੇ ਅਸੀਂ ਕਰਤਾ ਜੀ ਸਾਰਾ ਕੁਝ। ਕਾਰਵਾਈ ਵਿੱਚ ਪੂਰੀ ਨਹੀਂ ਹੋਈ ਹੋਣੀ, ਉਹ ਵੀ ਇਹ ਦੱਸਣਾ ਸੀ ਕਿ ਭਾਈ ਪਹਿਲਾਂ ਹੀ ਹੋਇਆ ਸੀ, ਪਰ ਇਹ ਰੁਕਿਆ ਹੋਇਆ ਸੀ, ਅੱਗੇ ਮੈਂ ਕਰਤਾ, ਹੁਣ ਤੇਜ਼ ਕਰਤਾ। ਤੀਜੀ ਗੱਲ, ਉਹ ਵੀ ਚਮਕੌਰ ਸਾਹਿਬ 'ਚ ਪਹਿਲਾਂ ਜਾ ਕੇ ਵੰਡ ਰਹੇ ਨੇ। ਫਿਰ ਇਹ ਮੁੱਖ ਮੰਤਰੀ ਤਾਂ ਚਮਕੌਰ ਸਾਹਿਬ ਦੇ ਹੋਏ ਨਾ, ਕਿ ਪੰਜਾਬ ਦੇ ਤਾਂ ਮੁੱਖ ਮੰਤਰੀ ਨਾ ਹੋਏ ਨਾ। ਇੱਥੋਂ ਇਹ ਪਤਾ ਲੱਗਦਾ ਵੀ ਇਹਨਾਂ ਨੂੰ ਸਿਆਸਤ 'ਚ ਵੀ ਕਿੰਨਾ ਤੰਗ ਨਜ਼ਰੀ ਹੈ। ਜੇ ਸਿਆਸਤ 'ਚ ਜਿਹੜਾ ਤਿੱਖਾ ਸਿਆਸਤਦਾਨ ਹੈ ਉਹ ਆਪਦੇ ਏਰੀਏ 'ਚ ਕਾਹਨੂੰ ਜਾ ਕੇ ਵੰਡੇਗਾ, ਉੱਥੇ ਕਿਸੇ ਹੋਰ ਨੂੰ ਚੌਧਰੀ ਬਣਾਏਗਾ। ਬਿਲਕੁਲ, ਕਿਉਂਕਿ ਆਪ ਤੋਂ ਚੌਧਰੀ ਹੈਗਾ ਹੀ ਹੈਗਾ, ਸਭ ਨੂੰ ਪਤਾ ਹੀ ਹੈ। ਜੇ ਕਹਿੰਦੇ ਹਾਥੀ ਫਿਰਦਾ ਗਾਮ ਗਾਮ, ਜਿਸਕਾ ਹਾਥੀ ਉਸਕਾ ਨਾਮ, ਇਹ ਤਾਂ ਸਭ ਨੂੰ ਪਤਾ ਵੀ ਚੰਨੀ ਸਾਹਿਬ ਦਾ ਹਲਕਾ ਹੈ। ਕਿ ਆਪ ਜਾਂਦਾ ਜਾ ਕੇ ਮੰਦੋਟ ਵੰਡ ਰਿਹਾ ਜੀ, ਆਪ ਜਾ ਕੇ ਲੰਬੀ 'ਚ ਵੰਡ ਰਹੇ ਜੀ, ਆਪ ਜਾ ਕੇ ਮੁਕਤਸਰ 'ਚ ਵੰਡ ਰਹੇ ਨੇ ਜੀ, ਆਪ ਜਾ ਕੇ ਪਟਿਆਲੇ 'ਚ ਵੰਡ ਰਹੇ ਨੇ ਜੀ, ਆਪ ਜਾ ਕੇ ਅੰਮ੍ਰਿਤਸਰ 'ਚ ਵੰਡ ਰਹੇ ਨੇ। ਫਿਰ ਤਾਂ ਗੱਲ ਬਣਦੀ। ਆਪਾਂ ਸਮਝੀਏ ਇਹ ਵੀ ਜਦ ਤੁਸੀਂ ਇੰਨੀ ਨੈਰੋ ਸੋਚ 'ਚ ਆ ਗਏ ਵੀ ਆਹ ਵੀ ਐਂ ਕਰ ਦੋ, ਆਹ ਵੀ ਐਂ ਕਰ ਦੋ, ਆਹ ਵੀ ਐਂ ਕਰ ਦੋ, ਫਿਰ ਨਹੀਂ ਚੱਲ। ਹੁਣ ਲੋਕ ਕੀ ਕਰਨ? ਬਸ ਆਪਣਾ ਜਿਹੜਾ ਸਵਾਲ ਤੁਸੀਂ ਪੁੱਛਿਆ, ਲੋਕਾਂ ਕੋਲੇ ਇੱਕ ਤਾਂ ਪੱਕੀ ਵੋਟ ਨੇ ਤਾਂ ਹਿੱਲਣਾ ਨਹੀਂ ਹੁੰਦਾ, ਨਾ ਉਹ ਹਿੱਲੇ, ਨਾ ਉਹਨੂੰ ਹਿੱਲਣਾ ਚਾਹੀਦਾ, ਕਿਉਂਕਿ ਸਾਰੇ ਇੱਕੋ ਜਿਹੇ ਨੇ। ਜੇ ਉਹ ਕਿਸੇ ਨੂੰ ਕਿਹਦੇ ਕੋਲ, ਕਿਹਦੀ ਮਾਂ ਨੂੰ ਮਾਸੀ ਕਹੂਗਾ? ਦੂਜੀ ਗੱਲ, ਮਜਬੂਰੀ ਹੈ ਲੋਕਾਂ ਦੀ ਵੋਟ ਪਾਉਣਾ। ਮੰਨ ਲਓ ਇੱਕ ਹਲਕੇ 'ਚ 2.5 ਲੱਖ ਵੋਟ ਹੈ, ਉੱਥੇ 20 ਵੋਟਾਂ ਪੈਂਦੀਆਂ ਨੇ, ਬਾਈਕਾਟ ਹੋ ਜਾਂਦਾ ਹੈ। 20 ਦੇ ਵਿੱਚੋਂ ਜਿਹੜਾ ਬੰਦਾ 11 ਲੱਗੇ ਉਹ ਜਿੱਤ ਜੂ। ਜੇ 3 ਖੜੇ ਹੋ ਗਏ ਤਾਂ 8 ਵਾਲਾ ਜਿੱਤ ਜੂ, 7 ਵਾਲਾ ਜਿੱਤ ਜੂ, ਜੇ ਬਰਾਬਰ। ਸੋ ਇਸ ਕਰਕੇ ਵੋਟਾਂ ਦੀ ਗਿਣਤੀ ਨਾਲ ਕੋਈ ਤਲਕ ਨਹੀਂ, ਵੋਟਾਂ ਪਾਉਣ ਨਾਲ ਨਹੀਂ। ਸੋ ਜਿਹੜੀ ਪਾਰਟੀ ਨਾਲ ਜਿਹੜਾ ਹੈਗਾ ਉੱਥੇ ਵੋਟ ਪਾਵੇ, ਉਹਨੂੰ ਬਹੁਤਾ ਸ਼ਿਫਟ ਕਰਨ ਦਾ ਕੋਈ ਬਹੁਤਾ ਫਾਇਦਾ ਨਹੀਂ ਹੈ। ਪਰ ਉਹ ਇੱਕ ਮੈਂ ਕਹਾਂਗਾ ਵੀ ਕਿਹਨੂੰ ਵੋਟ ਨਾ ਪਾਵੇ, ਕਿਉਂਕਿ ਹੈ ਤਾਂ ਸਾਰੇ ਇੱਕੋ ਜਿਹੇ। ਜਿਨ੍ਹਾਂ ਨੇ ਸਾਨੂੰ ਕਿਹਾ ਵੀ ਤੁਹਾਡਾ ਤੁਖ ਮਿਟਾ ਦਾਂਗੇ, ਜਿਨ੍ਹਾਂ ਨੇ ਸਾਨੂੰ 380 ਦਿਨ ਉੱਥੇ ਬਿਠਾ ਕੇ ਰੱਖਿਆ, ਗਰਮੀ 'ਚ, ਧੁੱਪ 'ਚ, ਠੰਡ 'ਚ, ਮੀਂਹ 'ਚ, ਜਿਨ੍ਹਾਂ ਨੇ ਸਾਡੀਆਂ ਬਜ਼ੁਰਗ ਦਾਦੀਆਂ ਨੂੰ ਕਿਹਾ ਵੀ ਇਹ ਤਾਂ ਕਿਰਾਏ ਤੇ ਆਉਂਦੀਆਂ ਨੇ, ਜਿਨ੍ਹਾਂ ਨੇ ਸਾਡਾ 750 ਬੰਦਾ ਸ਼ਹੀਦ ਕਰਾਇਆ, ਜਿਨ੍ਹਾਂ ਨੇ ਸਾਨੂੰ ਖਾਲਿਸਤਾਨੀ ਕਿਹਾ, ਜਿਨ੍ਹਾਂ ਨੇ ਸਾਨੂੰ ਅੱਤਵਾਦੀ ਕਿਹਾ, ਜਿਨ੍ਹਾਂ ਨੇ ਸਾਨੂੰ ISC ਦੇ ਏਜੰਟ ਕਿਹਾ, ਜਿਨ੍ਹਾਂ ਨੇ ਸਾਨੂੰ ਦੇਸ਼ ਧਰੋਹੀ ਕਿਹਾ, ਉਹਨਾਂ ਨੂੰ ਮੂੰਹ ਨਾ ਲਾਓ। ਜਿਹੜੇ ਉਹਨਾਂ ਨਾਲ ਰਲ ਗਏ ਉਹਨਾਂ ਨੂੰ ਨਾ ਲਾਓ, ਵੀ ਚਾਹੇ ਉਹ ਸੋਨੇ ਦੇ ਬਣ ਕੇ ਆ ਜਾਣ। ਜਿਹੜਾ ਤੁਹਾਡੀ ਇੱਜ਼ਤ ਹੀ ਲਾਉਂਦਾ ਹੈ, ਜਿਹੜਾ ਤੁਹਾਡੀ ਪੱਤ ਲਾਉਂਦਾ ਹੈ, ਗੁਰੂ ਗ੍ਰੰਥ ਸਾਹਿਬ 'ਚ ਕਿਹਾ ਜੇ ਜੀਵੇ ਪਤ ਲੱਥੀ ਜਾਏ, ਸਭ ਹਰਿਆਮ ਜੇਤਾ ਕਿਛ ਖਾਏ, ਸਾਰਾ ਹਰਾਮ ਹੈ। ਫਿਰ ਬਿਲਕੁਲ ਉਹ ਨਾ ਪਾਉਣ। ਬਾਕੀ ਜਿੱਥੇ ਹੈਗੇ ਨੇ, ਜਿਹਦੇ ਨਾਲ ਹੈਗੇ ਨੇ, ਜਿਹੜਾ ਚੰਗਾ ਲੱਗਦਾ ਉਹਨੂੰ ਪਾਈ ਜਾਣ, ਕਿਉਂਕਿ ਪਾਲੇ ਬਦਲਣ ਦਾ ਫਾਇਦਾ ਨਹੀਂ। ਤੁਸੀਂ ਕਦੇ ਇੱਕ ਲਾਸਟ ਲਾਈਨ ਮੈਂ ਕਹਿਣਾ, ਕਈ ਵਾਰ ਆਪਾਂ ਜਾਂਦੇ ਨਾ ਬੱਸ 'ਚ, ਜਾਂ ਤੁਸੀਂ ਤਾਂ ਕਾਰਾਂ 'ਚ ਵੀ ਜਾਂਦੇ ਹੋਵੋਗੇ, ਮੈਂ ਤਾਂ ਕਿਸੇ ਦੀ ਟੈਕਸੀ 'ਚ ਜਾਂਦਾ, ਉਹ ਕੀ ਆ ਲਾਈਨ ਹੈ, ਉਹ ਬੰਦਾ ਇੱਧਰ ਦੀ ਇੱਧਰ ਦੀ ਕੱਢਣੀ ਕੋਸ਼ਿਸ਼ ਕਰਦਾ, ਪਹੁੰਚਦਾ ਆਪਦੀ ਲਾਈਨ 'ਚ ਖੜਾ ਹੈ, ਵਾਰੀ ਆ ਜਾਂਦੀ ਹੈ ਜੀ। ਜਦੋਂ ਬਾਰ-ਬਾਰ ਬਦਲਦਾ ਨਾ ਪਾਲਾ, ਉਹ ਗੱਲ ਉੱਥੇ ਹੀ ਆ ਜਾਂਦੀ ਹੈ। ਸੋ ਇਸ ਕਰਕੇ ਪਾਲੇ ਬਹੁਤੇ ਬਦਲਣ ਦਾ ਇਸ ਵੇਲੇ ਫਾਇਦਾ ਨਹੀਂ ਹੈ। ਇਸ ਵੇਲੇ ਕੋਈ ਬਹੁਤ ਜ਼ਿਆਦਾ ਵੱਡੀ ਗੱਲ ਨਹੀਂ ਹੈ ਵੀ ਕੋਈ ਬਹੁਤ ਵੱਡੀ ਗੱਲ ਹੋਣ ਲੱਗੀ ਹੈ। ਜਿਹੀ ਜਿਹੀ ਅਸੈਂਬਲੀ ਬਣਨੀ ਹੈ। ਬਾਹਰ ਦਾ ਦਬਾਅ ਰੱਖੋ। ਜੇ ਪਾਰਟੀ 'ਚੋਂ ਆਪਦੇ ਪਾਰਟੀ ਵਾਲਿਆਂ ਨੂੰ ਕਹਿ ਦਿਓ ਵੀ ਦੇਖੋ ਵੋਟਾਂ ਤੁਹਾਨੂੰ ਪਵਾਈਆਂ ਸੀ ਤੇ ਹੁਣ ਤੁਸੀਂ ਸਿੱਧੇ ਹੋ ਕੇ ਕੰਮ ਕਰੋ। ਪਰ ਜਦ ਪਿੰਡ 'ਚ ਆਉਂਦਾ ਕੋਈ ਵੀ, ਜਿਹੜੀ ਮਰਜ਼ੀ ਪਾਰਟੀ ਦਾ ਆਵੇ, ਚਾਹੇ ਤੁਹਾਡੀ ਪਾਰਟੀ ਦਾ ਆਵੇ, ਉਹਨੂੰ ਕਹੋ ਦੇਖੋ ਜੀ ਸਾਡਾ ਭਾਈਚਾਰਾ ਨਾ ਤੋੜਿਓ। ਬਿਲਕੁਲ, ਭਾਈਚਾਰਾ ਅਸੀਂ ਆਪਦਾ ਕਾਇਮ ਰੱਖਣਾ, ਕਿਉਂਕਿ ਜੀਣਾ ਤਾਂ ਅਸੀਂ ਭਾਈਚਾਰੇ ਦੇ ਸਾਰੇ। ਤੁਹਾਡਾ ਕੀ ਪਤਾ, ਤੁਸੀਂ ਤਾਂ ਅੱਜ ਸਾਡੇ ਨਾਲੋਂ ਕੱਲ ਨੂੰ ਉਲਟ ਵੀ ਹੋ ਸਕਦੇ ਹੋ। ਭਾਈਚਾਰੇ ਨਾਲ ਜੀਣਾ, ਭਾਈਚਾਰਾ ਸਾਡਾ ਟੁੱਟਣ ਨਾ ਦਿਓ। ਹਾਂ, ਜਿਹੜੀ ਸਾਡੀ ਪਾਰਟੀ ਦੀ ਵੋਟ ਆ ਤੁਹਾਨੂੰ ਪਊਗੀ, ਇਹ ਮੇਰੀ ਜ਼ਿੰਮੇਵਾਰੀ ਹੈ। ਬਸ ਇੰਨਾ ਵੱਧ ਤੋਂ ਵੱਧ ਕਹਿ ਦਿਓ। ਬਾਕੀ ਜਿਹੜਾ ਲੋਕ ਸਵਾਲ ਕਰਦੇ ਨੇ ਇਹਨਾਂ ਨੂੰ ਜਵਾਬ ਦਿਓ ਕਿ ਇਹਨਾਂ ਨਾਲ ਮਿਸਬਿਹੇਵ ਨਾ ਕਰਿਓ। ਮੇਰੇ ਪਿੰਡ 'ਚ ਮੇਰੀ ਬੇਇੱਜ਼ਤੀ ਹੈ ਜੇ ਮੇਰਾ ਲੀਡਰ ਆ ਕੇ ਇਹਨਾਂ ਨਾਲ ਕੋਈ ਬਦਕਲਾਮੀ ਕਰਕੇ ਜਾਏਗਾ। ਉਹ ਕਰ ਲੈਣ ਤੁਹਾਡੇ ਨਾਲ, ਮੈਂ ਕੋਸ਼ਿਸ਼ ਕਰਾਂਗਾ ਕਿ ਨਾ ਕਰਨ, ਪਰ ਫਿਰ ਵੀ ਤੁਸੀਂ ਤਾਂ ਵੱਡੇ ਦਿਲ ਵਾਲੇ ਹੋ ਨਾ। ਲੋਕ ਤਾਂ ਰੱਬ ਨੂੰ ਗਾਲਾਂ ਕੱਢ ਦਿੰਦੇ ਨੇ, ਫਿਰ ਕੀ ਹੋ ਗਿਆ ਜੇ ਤੁਹਾਨੂੰ ਕੁਝ ਕਹਿ ਵੀ ਦਿੱਤਾ। ਤੁਸੀਂ ਇੱਥੇ ਬਦਕਲਾਮੀ ਨਹੀਂ ਕਰਨੀ, ਤੁਸੀਂ ਸਾਡਾ ਏਕਾ ਨਹੀਂ ਤੋੜਨਾ, ਬਦਕਲਾਮੀ ਨਹੀਂ ਕਰਨੀ। ਇਹ ਮੇਰੀ ਜ਼ਿੰਮੇਵਾਰੀ ਹੋਊਗੀ ਕਿ ਮੈਂ ਤੁਹਾਡੇ ਨਾਲ ਆ। ਜਿੰਨੀਆਂ ਮੇਰੀਆਂ ਵੋਟਾਂ ਨੇ ਇਸ ਪਿੰਡ 'ਚ, ਇਹ ਤੁਹਾਨੂੰ ਪੈਣਗੀਆਂ ਜੀ। ਇਹ ਸੌਖਾ ਤਰੀਕਾ ਹੈ। ਅਗਲੀ ਗੱਲ ਕਿ ਜੀ ਸਾਨੂੰ ਕੁਝ ਲਿਖ ਕੇ ਦੱਸ ਦਿਓ ਵੀ ਤੁਸੀਂ ਕਰੋਗੇ ਕੀ, ਤੁਹਾਡੇ ਕੋਲ ਹੱਕ ਨਹੀਂ ਹੈਗੇ, ਤੁਸੀਂ ਕੇਂਦਰ ਤੋਂ ਆਪਦੇ ਹੱਕ ਕਿਵੇਂ ਮੰਗੋਗੇ? ਵੱਡਾ ਸਵਾਲ ਖੜਾ ਕਰ ਵੀ ਜਿੰਨਾ ਚਿਰ ਤੁਹਾਡੇ ਕੋਲ ਸਾਰੇ ਮਾਈਨਿੰਗ ਹੋਣਾ, ਮਾਈਨਿੰਗ ਤੇ ਈਡੀ ਕਿਉਂ ਆਇਆ?
ਪਾਣੀ ਤੁਹਾਡੇ ਕੋਲ ਨਹੀਂ, ਧਰਤੀ ਤੁਹਾਡੇ ਕੋਲ ਨਹੀਂ, ਧਰਤੀ ਦਾ ਥੱਲਾ ਤੁਹਾਡੇ ਕੋਲ ਨਹੀਂ, ਧਰਤੀ ਦੇ ਉੱਤੇ ਜੰਗਲ ਤੁਹਾਡੇ ਕੋਲ ਨਹੀਂ, ਖੇਤੀ ਤੁਹਾਡੇ ਕੋਲ ਨਹੀਂ, ਟੈਕਸ ਇਕੱਠਾ ਕਰਨਾ ਤੁਹਾਡੇ ਕੋਲ ਨਹੀਂ, ਸੜਕਾਂ ਜਿਹੜੇ ਨੈਸ਼ਨਲ ਹਾਈਵੇ ਬਣਾਤੇ, ਰੋਡ ਟਰਾਂਸਪੋਰਟ ਐਕਟ ਬਣਾਤਾ, ਸਰਫੇਸ ਟਰਾਂਸਪੋਰਟ, ਉਹਦੇ ਵਿੱਚ ਹੁਣ ਜਿਹੜੀ ਆਰਸੀ ਬਣੇਗੀ ਨਾ ਉਹ ਵੀ ਕੇਂਦਰ ਦਾ ਅਧਿਕਾਰੀ ਬਣਾਏਗਾ ਉਹਦੇ ਬੈਠ ਕੇ, ਤੇ ਲਾਇਸੈਂਸ ਉਹ ਦੇਗਾ ਡਰਾਈਵਿੰਗ। ਸੋ ਜਦ ਤੁਹਾਡੇ ਤੋਂ ਸਾਰਾ ਕੁਝ ਖੋ ਹੀ ਲਿਆ ਹੈ, 50 ਕਿਲੋਮੀਟਰ ਤੱਕ ਤੁਹਾਡੇ ਪਹਿਰਾ ਲਾਤਾ BSF ਦਾ, BSF ਦਾ ਪਹਿਰਾ ਲਾ ਕੇ ਵੀ ਜ਼ਿੰਮੇਵਾਰੀ ਤੁਹਾਡੀ ਲਾਤੀ ਵੀ ਮੈਂ ਤਾਂ ਬਚ ਕੇ ਆ ਗਿਆ ਹੈ, ਤੇ ਨਾਲ ਫਿਰ ਨਾ ਸਾਡਾ ਸਿੱਖਾਂ ਦਾ ਜਾਂ ਪੰਜਾਬੀਆਂ ਦਾ ਕੋਈ ਉਹਦੇ ਚ ਦੋਸ਼ ਵੀ ਜਿਹੜਾ ਰਸਤਾ ਰੁਕਿਆ, ਨਾ ਕੋਈ ਅਸੀਂ ਹਮਲਾ ਕਰਿਆ, ਨਾ ਕੋਈ ਕਿਸੇ ਨੇ ਕੋਸ਼ਿਸ਼ ਕਰੀ, ਉਹਨਾਂ ਦੇ ਆਪਦੇ BJP ਦੇ ਬੰਦੇ ਨੇ ਤੇ ਉਹ ਕਹਿੰਦੇ ਸਿੱਖਾਂ ਦਾ ਤੁਖਮ ਮਿਟਾ ਦਾਂਗੇ। ਮੈਨੂੰ ਇਹ ਸਵਾਲ ਦਾ ਜਵਾਬ ਕੋਈ ਬੋਲੇ ਨਾ ਤੇ ਥੋੜੀ ਅਣਖੀ ਮਾਰੀਗੀ ਯਾਰ, ਤੁਸੀਂ ਉੱਥੇ ਹੈ ਨਹੀਂ, ਤੁਸੀਂ ਕੋਈ ਕਿਸਾਨਾਂ ਦਾ ਰੌਲਾ ਹੈ, ਕਿਸਾਨ ਕੋਈ ਸਿੱਖ ਨੇ, ਕਿਸਾਨ ਕੋਈ ਅਕਾਲੀ ਦਲ ਦੇ ਨੇ, ਤੁਸੀਂ ਕਿਸਾਨਾਂ ਨੇ 1.5 ਕਿਲੋਮੀਟਰ ਤੇ ਧਰਨਾ ਮਾਰਿਆ ਹੋਇਆ, ਚਲੋ ਜੇ ਐਂ ਵੀ ਮੰਨ ਲੈਂਦੇ ਉਹਨਾਂ ਨੂੰ ਪੰਜਾਬੀ, ਅੱਜ ਜਿਹੜੇ ਤੁਹਾਡੇ ਨਾਰੇ ਮਾਰ ਰਹੇ ਨੇ ਤਾਂ ਤੁਹਾਡੇ BJP ਦੇ ਨੇ, ਗੱਡੀ ਦੇ ਆਲੇ ਦੁਆਲੇ ਤਾਂ ਸਿਕਿਉਰਿਟੀ ਤੁਹਾਡੀ SPG ਹੈ, ਤੁਹਾਡਾ SPG ਦਾ ਤੇ ਪੰਜਾਬ ਦੀ ਪੁਲਿਸ ਦਾ ਆਪਸੀ ਝਗੜਾ ਹੈ, ਕਿਹਨੇ ਕਰਿਆ ਕਿਹਨੇ ਨਾ ਕਰਿਆ ਦੇਖ ਲਓ। ਤੁਸੀਂ ਸਾਨੂੰ ਦੂਜਿਆਂ ਨੂੰ ਕਾਹਦੇ ਵਾਸਤੇ ਉਹ ਕਰਦੇ ਹੋ ਵੀ ਅਸੀਂ ਤਾਂ ਤੁਖ ਮਿਟਾ ਦਾਂਗੇ, ਬਿਲਕੁਲ ਤੁਸੀਂ ਬੋਲਦੇ ਨਹੀਂ। ਇਹ ਗੱਲਾਂ ਦੇ ਉੱਤੇ ਲੋਕਾਂ ਨੇ ਜਿਹੜੇ ਸਵਾਲ ਕਰਨੇ ਵੀ ਆ ਭਾਜਪਾ ਵਾਲਿਆਂ ਨੂੰ, ਔਰ ਗੁੱਸਾ ਉਹਨਾਂ ਦੇ ਵਿੱਚ ਹੈਗਾ ਵੀ ਆ। ਬੀਤੇ ਦਿਨ ਪੋਸਟਰ ਜਿਹੜੇ ਲੱਗੇ ਸੀ ਉਹ ਫਾੜੇ ਗਏ, ਉੱਥੇ ਹਾਲੇ ਵੀ ਲੋਕ ਸਵਾਲ ਪੁੱਛਦੇ ਆ, ਪਰ BJP ਵਾਲੇ ਜਿਹੜੇ ਆ ਉਹ ਪੱਟਾਂ ਦੇ ਉੱਤੇ ਜ਼ਰੂਰ ਥਾਪੀ ਮਾਰ ਰਹੇ ਨੇ। ਇਸ ਦੇ ਨਾਲ ਹੀ ਇੱਕ ਮੁੱਦੇ ਦੇ ਉੱਤੇ ਆਪਾਂ ਹੋਰ ਵੀ ਬੜੀ ਜ਼ਰੂਰੀ ਗੱਲ ਕਰਨੀ ਹੈ ਜੀ, ਕਿਉਂਕਿ ਸੰਤ ਸੀਚੇਵਾਲ ਉਹਨਾਂ ਦੇ ਵੱਲੋਂ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ, ਮੁੱਦਾ ਕਾਫੀ ਦਿਨਾਂ ਤੋਂ ਚੁੱਕ ਰਹੇ ਆ ਕਿਉਂਕਿ ਲਗਾਤਾਰ ਵਾਤਾਵਰਨ ਦੇ ਮੁੱਦੇ ਰਹਿੰਦੇ ਆ। ਪਰ ਮੈਂ ਉਹ ਸਵਾਲ ਤੁਹਾਨੂੰ ਕਰੂੰਗਾ, ਪਰ ਇੱਕ ਬ੍ਰੇਕ ਆਪਾਂ ਛੋਟੀ ਜਿਹੀ ਲੈ ਲਈਏ, ਉਸ ਤੋਂ ਬਾਅਦ ਸਮਾਂ ਆਪਣੇ ਕੋਲੇ ਜਿੰਨਾ ਵੀ ਹੈ ਬਿਲਕੁਲ ਅਵੇਲ ਹੈ। ਇੱਕ ਛੋਟੇ ਜਿਹੇ ਬ੍ਰੇਕ ਦਾ, ਜਲਦ ਹਾਜ਼ਰ ਹੁੰਦੇ ਆ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਹੈ। ਬਹੁਤ ਸਾਰੇ ਮੁੱਦਿਆਂ ਦੇ ਉੱਤੇ ਗੱਲਬਾਤ ਕਰ ਰਹੇ ਹਾਂ, ਪਰ ਇਸ ਵਿਚਾਲੇ ਕਿਉਂਕਿ ਸਿਆਸਤ ਜਿੱਥੇ ਇੱਕ ਪਾਸੇ ਚੱਲ ਰਹੀ ਹੈ, ਪੂਰੀ ਤਰ੍ਹਾਂ ਭਖੀ ਹੋਈ ਹੈ, ਲੋਕ ਆਪੋ ਆਪਣੀਆਂ ਪਾਰਟੀਆਂ ਦੇ ਲਈ ਜ਼ੋਰ ਲਗਾ ਰਹੇ ਨੇ, ਸਿਆਸੀ ਲੋਕ ਜਿਹੜੇ ਆ ਉਹ ਆਪਣੀ ਜਿੱਤ ਦੇ ਲਈ ਜ਼ੋਰ ਲਗਾ ਰਹੇ ਆ, ਤਾਂ ਉੱਥੇ ਹੀ ਇੱਕ ਮੁੱਦਾ ਕਿਸੇ ਦੇ ਵੱਲੋਂ ਨਹੀਂ ਵਿਚਾਰਿਆ ਜਾ ਰਿਹਾ। ਪਰ ਸੰਤ ਬਲਬੀਰ ਸਿੰਘ ਸੀਚੇਵਾਲ ਜੋ ਕਿ ਹਮੇਸ਼ਾ ਵਾਤਾਵਰਨ ਦੀ ਗੱਲ ਕਰਦੇ ਆ, ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਦੀ ਗੱਲ ਕਰਦੇ ਆ, ਪਾਣੀਆਂ ਨੂੰ ਬਚਾਉਣ ਦੀ ਗੱਲ ਕਰਦੇ ਆ, ਹਵਾ ਨੂੰ ਬਚਾਉਣ ਦੀ ਗੱਲ ਕਰਦੇ ਆ, ਤਾਂ ਉਹਨਾਂ ਨੇ ਇੱਕ ਮੁੱਦਾ ਅਜਿਹਾ ਚੁੱਕਿਆ ਜੋ ਸ਼ਾਇਦ ਸਿਆਸਤ ਦੇ ਵਿੱਚ ਹੋਣਾ ਇਹ ਬਹੁਤ ਜ਼ਰੂਰੀ ਹੈ, ਪਰ ਲੋਕ ਵੀ ਉਸ ਨੂੰ ਅਣਗੌਲਿਆਂ ਕਰ ਰਹੇ ਆ, ਸਿਆਸਤਦਾਨ ਵੀ ਉਸ ਨੂੰ ਅਣਗੌਲਿਆਂ ਕਰ ਰਹੇ ਆ, ਤੇ ਸਿਆਸੀ ਪਾਰਟੀਆਂ ਵੀ ਉਸ ਨੂੰ ਅਣਗੌਲਿਆਂ ਕਰ ਰਹੇ ਆ। ਡਾਕਟਰ ਸਾਹਿਬ ਸੰਤ ਬਲਬੀਰ ਸਿੰਘ ਸੀਚੇਵਾਲ ਹੋਣਾ ਦੇ ਵੱਲੋਂ ਇੱਕ ਮੁੱਦਾ ਜਿਹੜਾ ਚੁੱਕਿਆ ਗਿਆ, ਉਹ ਕਹਿੰਦੇ ਕਿ ਪੰਜਾਬ ਦੇ ਪਾਣੀ ਇੰਨੇ ਕੁ ਨੀਵੇਂ ਹੋ ਗਏ ਹੈ ਕਿ 17 ਸਾਲ ਦੇ ਲਈ ਸਿਰਫ ਪਾਣੀ ਬਚਿਆ, ਇਹ ਰਿਪੋਰਟ ਕਹਿੰਦੀਆਂ ਨੇ, ਪਰ ਉਸ ਦੇ ਬਾਵਜੂਦ ਵੀ ਵਾਤਾਵਰਨ ਜਿਹੜਾ ਉਹ ਪਲੀਤ ਹੁੰਦਾ ਜਾ ਰਿਹਾ, ਜੰਗਲ ਕੱਟੇ ਜਾ ਰਹੇ ਆ, ਜੰਗਲ 4% ਰਹਿ ਗਏ ਨੇ, ਪਰ ਸਿਆਸਤਦਾਨ ਜਿਹੜੇ ਆ ਉਹ ਇਹਨਾਂ ਮੁੱਦਿਆਂ ਦੇ ਵੱਲ ਧਿਆਨ ਦੇ ਹੀ ਨਹੀਂ ਰਹੇ। ਉਹ ਕਹਿੰਦੇ ਕਿ ਗ੍ਰੀਨ ਮੈਨੀਫੈਸਟੋ ਆਉਣਾ ਚਾਹੀਦਾ ਤਾਂ ਜੋ ਇਹ ਵੀ ਮੁੱਦੇ ਘੱਟੋ ਘੱਟ ਉਹਦੇ ਵਿੱਚ ਲਿਆਂਦੇ ਜਾਣ ਤੇ ਫਿਰ ਇਹਨਾਂ ਦੇ ਉੱਤੇ ਧਿਆਨ ਦਿੱਤਾ ਜਾਵੇ। ਤੁਹਾਨੂੰ ਵੀ ਲੱਗਦਾ ਕਿ ਇਹ ਕਮੀਆਂ ਰਹੀਆਂ ਨੇ ਔਰ ਵਾਕਿਆ ਹੀ ਇੱਕ ਅਜਿਹਾ ਮੁੱਦਾ ਜਿਹਦੇ ਉੱਤੇ ਧਿਆਨ ਨਹੀਂ ਦਿੱਤਾ ਜਾ ਰਿਹਾ, ਪਰ ਜ਼ਿੰਦਗੀ ਦੇ ਵਾਸਤੇ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਹੈ। ਵੋਟਾਂ ਤਾਂ ਨਾ ਵੀ ਪੈਣਗੀਆਂ ਤਾਂ ਸ਼ਾਇਦ ਸਰ ਜਾਵੇ, ਪਰ ਇਹਦੇ ਬਿਨਾਂ ਤਾਂ ਜ਼ਿੰਦਗੀ ਜਿਹੜੀ ਆ ਉਹ ਸੰਭਵ ਹੀ ਨਹੀਂ। ਬਿਲਕੁਲ ਠੀਕ ਹੈ ਤੁਸੀਂ। ਪਹਿਲੀ ਗੱਲ ਇਹ ਹੈ ਵੀ ਕੁਦਰਤ ਨੂੰ ਤੁਸੀਂ ਤਹਿਸ ਨਹਿਸ ਕਰਕੇ ਜ਼ਿੰਦਗੀ ਨਹੀਂ ਜੀ ਸਕਦੇ। ਸੰਤ ਸੀਚੇਵਾਲ ਜੀ ਨੇ ਬੇਈ ਸਾਫ਼ ਕਰਕੇ ਐਡਾ ਵੱਡਾ ਕੰਮ ਕਰਿਆ ਸੀ, ਔਰ ਹੈਰਾਨੀ ਦੀ ਗੱਲ ਇਹ ਹੈ ਸਰਕਾਰਾਂ ਸਾਰੀਆਂ ਆਈਆਂ ਨੇ, ਉਹਨਾਂ ਨੂੰ ਧਰਨਾ ਮਾਰਨਾ ਪਿਆ ਵੀ ਹੁਣ ਇਹਦੇ 'ਚ ਸੀਵਰੇਜ ਨਾ ਸੁੱਟੋ ਜੀ। ਸੰਤ ਸੀਚੇਵਾਲ ਜੀ ਨੂੰ ਧਰਨਾ ਮਾਰਨਾ ਪਿਆ ਸੀ ਬੇਈ ਸਾਫ਼ ਕਰਨ ਦੇ ਬਾਅਦ, ਕਿਉਂਕਿ DC ਜਲੰਧਰ ਨੇ ਕਹਿੰਦਾ ਸੁੱਟਾਂਗੇ ਪਾਣੀ, ਗੰਦਾ ਪਾਣੀ ਸੀਵਰੇਜ ਸੁੱਟਿਆ ਜਾ ਰਿਹਾ ਸੀ। ਫਿਰ ਦੂਜਾ, ਸੰਤ ਸੀਚੇਵਾਲ ਜੀ ਨੇ ਸੀਵਰੇਜ ਦਾ ਸਿਸਟਮ ਇੱਕ ਬਣਾਇਆ, ਉਹਦੇ ਵਿੱਚ ਮੈਂ ਮੋਗੇ ਵਿੱਚ ਗਿਆ, ਉੱਥੇ ਉਹਨਾਂ ਨੇ ਮੈਨੂੰ ਬੁਲਾਇਆ ਕਿ ਜੀ ਅਸੀਂ ਗ੍ਰਾਮ ਸਭਾ ਕਰਨੀ ਹੈ, ਉੱਥੇ ਦੇਖ ਕੇ ਆਇਆ ਮੈਂ। ਉਹ ਕਹਿੰਦੇ ਜੀ ਸਾਨੂੰ ਸਰਕਾਰ ਕਹਿੰਦੀ ਸੀ ਵੀ ਇਹਦੇ 'ਚ 20 ਕਰੋੜ ਰੁਪਇਆ ਖਰਚ ਹੋਊਗਾ, ਕਿ ਤੁਸੀਂ ਸਾਨੂੰ 10 ਕਰੋੜ ਰੁਪਇਆ ਤੁਸੀਂ ਜਮ੍ਹਾਂ ਕਰਾ ਦਿਓ, 10 ਅਸੀਂ ਲਾ ਦਾਂਗੇ ਤੇ ਤੁਹਾਡੇ ਸੀਵਰੇਜ ਅਸੀਂ ਪਾ ਦਿੰਦੇ ਹਾਂ, ਇੱਦਾਂ ਕਰ ਦਿੰਦੇ ਹਾਂ। ਕਹਿੰਦੇ ਅਸੀਂ ਸੰਤ ਸੀਚੇਵਾਲ ਵਾਲਾ ਸਿਸਟਮ ਜਿਹਾ ਲਿਆਂਦਾ, ਉਹਨਾਂ ਬੰਦੇ 3-4 ਕਰੋੜ 'ਚ ਸਾਰਾ ਪਾ ਲਿਆ, ਨਾਲੇ ਉਹਨਾਂ ਦੇ ਜਿੱਥੇ ਜਿੱਥੇ ਅਸੀਂ ਪਾਉਣਾ ਚਾਹੁੰਦੇ ਸੀ ਉੱਥੇ ਪਾ ਲਿਆ। ਉਹਨਾਂ ਨੇ ਸਾਨੂੰ 100 ਪੰਗੇ ਕ੍ਰੀਏਟ ਕਰਨੇ ਸੀ, ਇੰਨੀ ਤਾਂ ਇਹਦੇ 'ਚ ਕਰਪਸ਼ਨ ਹੈ ਜੀ। ਤੇ ਇਹ ਜਿਹੜੀ ਕਰਪਸ਼ਨ ਹੈ, ਇਹ ਪਾਣੀ ਜਦ ਤੁਸੀਂ ਪਰਿਆਵਰਨ ਬਚਾਉਣ ਦੀ ਗੱਲ ਹੈ ਵੀ ਸੀਵਰੇਜ ਨੂੰ ਤੁਸੀਂ ਕਿਵੇਂ ਡੀਲ ਕਰਨਾ। ਫਿਰ ਪੋਲਿਊਸ਼ਨ ਕੰਟਰੋਲ ਹੈ, ਪੋਲਿਊਸ਼ਨ ਕੰਟਰੋਲ ਬੋਰਡ ਸੈਂਟਰ ਦਾ ਬਣਿਆ ਹੋਇਆ, ਇੱਥੇ ਸੂਬਿਆਂ ਦੇ ਨਾਮ ਨਿਹਾਦ ਨੇ, NGT ਸੈਂਟਰ ਨੇ ਬਣਾਈ ਹੋਈ ਹੈ। ਉਹ ਰੋਜ਼ ਕਹਿੰਦਾ ਤੁਹਾਡੀ ਪਰਾਲੀ ਜਿਵੇਂ ਧੂੰਆਂ ਟੱਪ ਕੇ, ਜਿਵੇਂ ਮੋਦੀ ਸਾਹਿਬ ਨੇ ਕਹਿਤਾ ਵੀ ਸਾਡੇ 'ਚ ਐਂ ਹੋ ਗਿਆ, ਜਹਾਜ਼ ਉੱਥੇ ਤਾਂ ਚੱਲਦਾ ਸੀ, ਇੱਧਰ ਨਹੀਂ ਚੱਲਦਾ, ਤੇ ਜਾਂਦੇ ਹੋਏ ਜਹਾਜ਼ ਚੱਲ ਗਿਆ, ਇੱਧਰ ਨੂੰ ਹੈਲੀਕਾਪਟਰ ਵੀ ਨਹੀਂ ਗਿਆ। ਉਦਾਂ ਹੀ ਉਹ ਧੂਏ ਦਾ ਕਹਿ ਦਿੰਦੇ, ਕੇਜਰੀਵਾਲ ਸਾਹਿਬ ਆ ਕੇ ਕਹਿ ਦਿੰਦੇ ਵੀ ਧੂੰਆਂ ਦਿੱਲੀ ਸਾਡੇ ਇਹਨਾਂ ਦਾ ਆਉਂਦਾ ਹੈ। ਸੋ ਇਹ ਜਿਹੜਾ ਸਾਡਾ ਪਰਿਆਵਰਨ ਦਾ ਮਸਲਾ ਵੱਡਾ ਹੈ। ਵੱਡਾ ਕੀ ਹੈ?
ਪਹਿਲੀ ਗੱਲ, ਸਾਡੇ ਕੋਲ ਪਾਣੀ ਦੇ ਸਰੋਤ ਨੇ ਜਿਹੜੇ, ਉਹ ਧਰਤੀ ਦੇ ਉੱਤੇ ਨੇ ਤੇ ਧਰਤੀ ਦੇ ਥੱਲੇ ਨੇ। ਧਰਤੀ ਦੇ ਉਤਲੇ ਸਾਡੇ 4 ਦਰਿਆਵਾਂ ਦੇ ਪਾਣੀ, ਘੱਗਰ ਦਾ ਪਾਣੀ ਈ ਕਲਾਸ ਹੈ, ਧੁਰ ਤੱਕ ਇੱਥੋਂ ਮੁਬਾਰਕਪੁਰ ਤੋਂ ਲੈ ਕੇ ਅੱਗੇ ਸਰਸੇ ਨੂੰ ਜਦੋਂ ਨਿਕਲ ਜਾਂਦਾ ਹੈ, ਰਾਜਸਥਾਨ ਜਾ ਕੇ ਸੁੱਕ ਜਾਂਦਾ ਹੈ। ਇਸੇ ਤਰ੍ਹਾਂ ਸਾਡਾ ਸਤਲੁਜ ਦਾ ਪਾਣੀ ਜਿਹੜਾ ਹੈ, ਉਹ ਇੱਥੇ ਰੋਪੜ ਦੀ ਝੀਲ ਤੇ ਬੀ ਕਲਾਸ ਹੁੰਦਾ ਹੈ, ਸੀ ਵਲ ਕੇ ਹੋ ਗਿਆ ਹੁੰਦਾ ਕਈ ਜਗ੍ਹਾ ਤੇ, ਅੱਗੇ ਜਾ ਕੇ ਸੀ ਹੋ ਜਾਂਦਾ। ਜਦ ਬੁੱਢਾ ਨਾਲ ਇਹਦੇ ਚ ਪੈਂਦਾ ਈ ਕਲਾਸ ਹੋ ਜਾਂਦਾ ਹੈ, ਲੁਧਿਆਣੇ ਜਾ ਕੇ ਵਿੱਚ ਦੀ ਰਿਸ਼ਵ ਨਾਲਾ ਪੈਂਦਾ, ਉੱਥੇ ਡੀ ਕਲਾਸ ਹੋ ਜਾਂਦਾ ਹੈ। ਅੱਗੇ ਜਾ ਕੇ ਹਰੀ ਕੇ ਪੱਤਨ ਤੇ ਵੀ ਇਹ ਸੀ ਕਲਾਸ ਰਹਿੰਦਾ ਹੈ। ਬਿਆਸ ਦਾ ਪਾਣੀ ਹੈ ਜਿਹੜਾ, ਉਹ ਬੀ ਤੇ ਸੀ ਰਹਿੰਦਾ ਹੈ, ਇਹ ਈ ਤੱਕ ਵੀ ਚਲਾ ਜਾਂਦਾ ਜਿਹੜਾ ਸਤਲੁਜ ਦਾ। ਰਾਵੀ ਦਾ ਪਾਣੀ ਵੀ ਬੀ ਕਲਾਸ ਦਾ ਰਹਿੰਦਾ ਹੈ, ਅੱਗੇ ਉਹ ਏ ਕਲਾਸ ਦਾ ਹੁੰਦਾ ਸੀ। ਸੋ ਪਾਣੀ ਸਾਡਾ ਸਾਰਾ ਖਰਾਬ ਹੋ ਗਿਆ ਉੱਤੋਂ। ਹੁਣ ਥੱਲੇ ਵਾਲਾ ਪਾਣੀ ਹੈ ਜਿਹੜਾ, ਹਰ ਸਾਲ ਨੀਚੇ ਜਾ ਰਿਹਾ ਹੈ। ਸਾਡੇ ਪਿਛਲੇ 40 ਸਾਲਾਂ ਜਿਹੜੀ ਬਾਰਿਸ਼ 750 ਮਿਲੀਮੀਟਰ ਹੁੰਦੀ ਸੀ, ਉਹ ਤਕਰੀਬਨ 450 500 ਮਿਲੀਮੀਟਰ ਹੈਗੀ ਸਾਲ ਦੀ। ਤਾਂ ਬਾਰਿਸ਼ ਘਟ ਗਈ। ਦੂਜਾ, ਪਾਣੀ ਜਿਹੜਾ ਟੋਭਿਆਂ ਰਾਹੀਂ ਅੰਦਰ ਜਾਂਦਾ ਸੀ, ਟੋਭਿਆਂ ਦੀ ਗਿਣਤੀ ਅੱਧੀ ਰਹਿ ਗਈ, ਉਹਨਾਂ ਦੀ ਲੰਬਾਈ ਚੌੜਾਈ ਅੱਧੀ ਰਹਿ ਗਈ, ਤੇ ਟੋਭੇ ਪੂਰ ਕਰ ਕਰਕੇ ਅਸੀਂ ਹੋਰ ਹੀ ਕੁਝ ਬਣਾ ਲਿਆ। ਸੋ ਇਸ ਕਰਕੇ ਉਹ ਪਾਣੀ ਧਰਤੀ ਜਾਣਾ ਵੀ ਬੰਦ ਹੋ ਗਿਆ। ਨਹਿਰਾਂ ਅਸੀਂ ਪੱਕੀਆਂ ਕਰਤੀਆਂ। ਨਹਿਰਾਂ ਪੱਕੀਆਂ ਕਰਨ ਨਾਲ ਜਿਹੜਾ ਸਿਮ ਕੇ ਪਾਣੀ ਨਹਿਰਾਂ ਦਾ ਜਾਂਦਾ ਸੀ ਨੀਚੇ, ਉਹ ਵੀ ਅਸੀਂ ਖਤਮ ਕਰਤਾ। ਸੋ ਪਾਣੀ ਦਾ ਸਾਡਾ ਪਾਣੀ ਪਲੀਚ ਵੀ ਹੋ ਗਿਆ, ਪਾਣੀ ਸਾਡਾ ਜਿਹੜਾ ਹੈ ਉਹ ਘਟ ਵੀ ਗਿਆ। ਹਵਾ ਦੇ ਵਿੱਚ ਜਿੰਨੀਆਂ ਇੰਡਸਟਰੀਆਂ ਕਹਿੰਦੇ ਗ੍ਰੀਨ ਯੈਲੋ ਫਲਾਣਾ ਜੀ ਔਰੇਂਜ, ਇਹ ਉਹਨਾਂ ਇੰਡਸਟਰੀ ਨੂੰ ਹਵਾ ਜਿਹੜੀ ਪੋਲਿਊਸ਼ਨ ਹੈ ਉਹਦੇ ਉੱਤੇ ਕੰਟਰੋਲ ਤੇ ਸਾਇੰਸ ਐਂਡ ਟੈਕਨੋਲੋਜੀ ਬਣੀ ਹੋਈ ਆ, ਕਾਫੀ ਕੁਝ ਕਰਦੇ ਨੇ, ਪਰ ਉਹਦੇ ਤੇ ਜੋ ਕਰਨਾ ਚਾਹੀਦਾ ਉਹ ਨਹੀਂ ਹੋ ਰਿਹਾ। ਇਸੇ ਤਰ੍ਹਾਂ ਇੰਡਸਟਰੀ ਚੋਂ ਪੋਲਿਊਟੈਂਟ ਨਿਕਲਦੇ। ਅਸੀਂ ਲੁਧਿਆਣੇ ਜਾ ਕੇ ਤਾਜਪੁਰ ਰੋਡ ਤੇ ਇਹਨਾਂ ਦਾ ਐਸਟੀਪੀ ਜਿਹਨੂੰ ਕਹਿੰਦੇ ਨੇ ਸੀਵਰੇਜ ਟ੍ਰੀਟਮੈਂਟ ਪਲਾਂਟ, ਅਸੀਂ ਖੁਦ ਵਿਜ਼ਿਟ ਕਰਕੇ ਦੇਖਿਆ। ਉਹਦੇ ਵਿੱਚ ਆਪਣੇ ਗਿਆਨੀ ਕੇਵਲ ਸਿੰਘ ਜੀ, ਮੈਂ, ਉਹ ਜਿਹੜੇ ਭਾਈ ਕਨਈਆ ਸੋਸਾਇਟੀ ਵਾਲੇ ਸੀ, ਕਾਫੀ ਬੰਦੇ ਸੀਗੇ। ਦਰਿਆ ਦੇ ਉੱਤੇ ਜਾ ਕੇ ਥਾਂ ਦੇਖੋ, ਸਵੇਰ ਦੇ ਗਏ ਰਾਤ ਤੱਕ ਅਸੀਂ ਘੁੰਮਦੇ ਰਹੇ ਉੱਥੇ ਸਾਰਾ। ਐਸਟੀਪੀ ਦੀ ਬਸ ਮਸ਼ੀਨ ਚੱਲ ਰਹੀ ਹੈ ਵੀ ਉਹਦੇ ਵਿੱਚੋਂ ਦੀ ਕੱਢੀ ਜਾ ਰਹੇ ਨੇ, ਸਾਫ਼ ਨਹੀਂ ਹੋ ਰਿਹਾ। ਉਹ ਪਾਣੀ ਸੁੱਟਿਆ ਜਾ ਰਿਹਾ, ਜਿਹੜਾ ਨੌਲਾ ਏਡਾ ਲੰਬਾ ਸਤਲੁਜ ਪੈ ਰਿਹਾ, ਜਾ ਕੇ ਉੱਥੋਂ ਬੋ ਮਾਰਦੀ ਹੈ, ਉਹ ਕਹਿੰਦੇ ਤਾਂ ਪਾਣੀ ਸਾਫ਼ ਹੈ। 2 ਧਾਰਾਂ ਵੱਖਰੀਆਂ ਜਾਂਦੀਆਂ ਦਿਖਦੀਆਂ ਨੇ, ਆ ਇੱਧਰੋਂ ਜਾ ਰਹੀ ਹੈ, ਇੱਧਰੋਂ ਜਾ ਰਹੀ ਹੈ, ਉੱਤੇ ਜਾ ਕੇ ਮਿਲ ਰਿਹਾ। ਸੋ ਅਸੀਂ ਜਿੰਨਾ ਚਿਰ ਪਾਣੀ ਨੂੰ, ਹਵਾ ਨੂੰ, ਮਿੱਟੀ ਨੂੰ, ਆਪਦੀ ਨੂੰ ਇਸ ਪਾਸੇ ਬਚਾਉਂਦੇ ਨਹੀਂ, ਸਭ ਤੋਂ ਪਹਿਲਾਂ ਕੰਮ ਪਾਣੀ ਬਚਾਉਣਾ ਹੈ। ਜੇ ਅਸੀਂ ਪਾਣੀ ਆਪਦਾ ਠੀਕ ਬਚਾ ਗਏ ਨਾ, ਫਿਰ ਕਈ ਗੱਲਾਂ ਹੋਰ ਉਹਦੇ ਨਾਲ ਬਚ ਜਾਣਗੀਆਂ। ਪੌਦਿਆਂ ਨੂੰ ਸਾਫ਼ ਪਾਣੀ ਜਾਏਗਾ, ਬੰਦਿਆਂ ਨੂੰ ਸਾਫ਼ ਪਾਣੀ ਮਿਲੇਗਾ, ਪਸ਼ੂਆਂ ਨੂੰ ਸਾਫ਼ ਪਾਣੀ ਮਿਲੇਗਾ। ਸਾਡੀ ਪਾਣੀ ਦੀ ਵੱਡੀ ਸਮੱਸਿਆ ਹੈ, ਉਹਦੇ ਉੱਤੇ ਸੀਚੇਵਾਲ ਸਾਹਿਬ ਨੇ ਬਹੁਤ ਜ਼ੋਰ ਲਾ ਰਹੇ ਨੇ। ਗੱਲ ਚੰਗੀ ਹੈ, ਹੋਣਾ ਚਾਹੀਦਾ, ਪਰ ਮੈਂ ਜੋ ਸਟੱਡੀ ਕਰਦਾ, ਜੋ ਦੇਖਦਾ, ਏਡੇ ਕਹਿੰਦੇ ਜਿਉਂ ਦਵਾ ਕੀ ਤਿਉਂ ਤੋਂ ਮਰਜ਼ ਵੱਧਦਾ ਗਿਆ। ਇਹਨਾਂ ਨੇ ਜਿੰਨੇ ਕੋਈ ਕਾਨੂੰਨ ਬਣਾਏ ਨੇ, ਉਹ ਸਿਰਫ ਡੁੱਟ ਦੇ ਬਣਾਏ ਨੇ ਵੀ ਪੈਸੇ ਪੂਸੇ ਦੇ ਕੇ ਆਪਦਾ ਕੰਮ ਕਰਾ ਲਓ। ਉਹਦੇ ਵਿੱਚ ਪੈ ਗਿਆ ਸੀ, ਬਿਆਸ ਦੇ ਵਿੱਚ ਸੀਰਾ ਪੈ ਗਿਆ ਸੀ। ਤੁਹਾਨੂੰ ਪਤਾ ਹੀ, ਉਹ ਤੁਸੀਂ ਤਾਂ ਪੱਤਰਕਾਰ ਜ਼ਿਆਦਾ ਤਿੱਖੇ ਹੁੰਦੇ ਹੋ, ਹੈ, ਤੇ ਉਹ ਸੀਰਾ ਪੈ ਗਿਆ ਸੀ। ਉਹਨੂੰ ਕੀ ਕਿਹਾ? ਕੁਝ ਨਹੀਂ ਕਿਹਾ ਕਿਸੇ ਨੇ। ਜਿਹੜਾ ਮਰਜ਼ੀ ਤੁਸੀਂ ਦੇਖ ਇੱਥੇ ਵੀ ਪਾਣੀ ਜਿੱਥੇ ਖਰਾਬ ਕਰਿਆ ਜਾ ਰਿਹਾ। ਫਿਰ ਆ ਇੰਡਸਟਰੀ ਦੇ ਉੱਤੇ, ਹਾਂ, ਮੱਛੀ ਮਰ ਗਈ ਸੀ। ਇੰਡਸਟਰੀ ਦੇ ਉੱਤੇ ਬੈਨ ਹੈ ਕਿ ਤੁਸੀਂ ਜਿਹੜਾ ਐਫਲੂਐਂਟ ਨਿਕਲੇ, ਉਹਨੂੰ ਐਫਲੂਐਂਟ ਕਹਿੰਦੇ, ਜਿਹਨੂੰ ਆਪਾਂ ਕਹਿੰਦੇ ਪਾਣੀ ਨਿਕਲਦਾ, ਨਿਕਾਸ ਆ ਜਿਹੜਾ, ਉਹਨੂੰ ਸਾਫ਼ ਕਰਕੇ ਧਰਤੀ 'ਚ ਨਹੀਂ ਪਾਉਣਾ। ਜੇ ਪਾਉਣਾ ਬੋਰ, ਉਹਦਾ ਸਾਰਾ ਕੰਮ ਖਰਾਬ ਹੈ। ਪਾਣੀ ਮੀਂਹ ਦਾ ਆਉਂਦਾ ਹੈ ਪੱਕੇ ਕਰਕੇ, ਕਿਉਂਕਿ ਤੁਸੀਂ ਬੋਰ ਕਰਕੇ, ਵੱਡੀਆਂ ਸੰਸਥਾਵਾਂ ਨੇ ਜਿਹੜੀਆਂ, ਉਹ 'ਚ ਮੀਂਹ ਦਾ ਪਾਣੀ ਸਾਫ਼ ਹੁੰਦਾ, ਸਭ ਤੋਂ ਜ਼ਿਆਦਾ ਸਾਫ਼ ਹੁੰਦਾ ਜੀ, ਤੇ ਉਹ ਸਿੱਧਾ ਉਹਦੇ 'ਚ ਤੁਸੀਂ ਧਰਤੀ ਸੁੱਟ ਸਕਦੇ ਹੋ। ਉਹ ਵੀ ਨਹੀਂ ਤੁਸੀਂ ਕਰ ਰਹੇ। ਸੋ ਤੁਸੀਂ ਤਾਂ ਸਿਰਫ ਕਾਨੂੰਨੀ ਵੀ ਬਿਲਡਿੰਗ ਪਾਸ ਨਹੀਂ ਕਰਨੀ ਤੇਰੀ ਜੀ, ਪੈਸੇ ਦੇ ਤੇ ਫਿਰ ਪਾਸ ਕਰ ਦੇਣੀ ਹੈ। ਜਦ ਸਾਰੇ ਪਾਸੇ ਭ੍ਰਿਸ਼ਟਾਚਾਰ ਹੈ। ਸੋ ਇਸ ਵਾਸਤੇ, ਇਹਨਾਂ ਚੀਜ਼ਾਂ ਵਾਸਤੇ ਵੀ ਸੰਤ ਸੀਚੇਵਾਲ ਕੋਸ਼ਿਸ਼ ਕਰ ਰਹੇ ਨੇ, ਬਹੁਤ ਚੰਗੇ। ਉਹ ਸੰਤ ਉੱਧਰਲੇ ਤਰਨਤਾਰਨ ਦੇ ਵਿੱਚ ਵੀ ਨੇ, ਉਹ ਦਰਖਤ ਲਗਾ ਰਹੇ ਨੇ ਬਹੁਤ ਜ਼ਿਆਦਾ। ਜੰਗਲਾਤ ਤੁਸੀਂ ਜਿਵੇਂ ਕਿਹਾ 4% ਰਹੇਗਾ, ਚਾਹੀਦਾ 20% ਹੈ, ਤੇ ਇਹ ਆਪ ਘਟਾ ਰਹੇ ਨੇ। ਆ ਜਿਹੜੀ ਹੁਣ ਹਾਈਵੇ ਬਣਾਇਆ ਰੋਪੜ ਤੋਂ ਲੈ ਕੇ ਆਪਾਂ ਕਹਿ ਲਓ ਫਗਵਾੜੇ ਤੱਕ, ਉਹ ਤਾਂ ਅੱਡੇ ਦਰਖਤ ਸਾਰੇ ਕੱਟਤੇ, ਨਵਾਂ ਕੋਈ ਲਾਇਆ ਨਹੀਂ। ਤੁਸੀਂ ਨਾਲ ਪੈਰਲਲ ਲਾਓ, ਉਹਦੇ 'ਚ ਰੂਲ ਹੈ ਕਿ ਜਿੰਨੇ ਤੁਸੀਂ ਕੱਟਦੇ ਹੋ ਉਹਨੇ ਲਾਉਣੇ ਨੇ, ਉਹ ਲਾਏ ਤਾਂ ਹੈ ਨਹੀਂ। ਸੋ ਇਸ ਕਰਕੇ ਠੀਕ ਹੈ ਤੁਹਾਡੀ ਗੱਲ, ਮੈਂ ਇਹ ਐਗਰੀ ਕਰਦਾ। ਜੇ ਪੰਜਾਬ ਦੇ ਪਰਿਆਵਰਨ ਨੂੰ ਵੀ ਬਚਾਲੀਏ, ਸਾਡੀ ਬੁੱਧੀ ਵੀ ਸਾਫ਼ ਰਹੇਗੀ, ਸਾਡਾ ਕਰਮ ਵੀ ਸਾਫ਼ ਰਹੇਗਾ, ਸਾਡਾ ਧਰਮ ਵੀ ਸਾਫ਼ ਰਹੇਗਾ, ਸਾਡਾ ਬਚਨ ਵੀ ਸਾਫ਼ ਰਹੇਗਾ, ਤੇ ਅਸੀਂ ਸ਼ਾਇਦ ਕਾਫੀ ਹੱਦ ਤੱਕ ਮਲੀਨ ਹੋਣੋਂ ਬਚ ਜਾਈਏ। ਬਿਲਕੁਲ ਡਾਕਟਰ ਸਾਹਿਬ, ਦੇਖੋ ਇਹਦੇ ਸਾਰੇ ਜ਼ਿੰਮੇਵਾਰ ਹੈ, ਇਹਦੇ ਵਿੱਚ ਸਿਆਸਤਦਾਨ ਵੀ, ਇਹਦੇ 'ਚ ਲੋਕ ਵੀ ਜ਼ਿੰਮੇਵਾਰ ਨੇ। ਜਿਹੜੇ ਆਪਾਂ ਸਟਿੰਗ ਦਾ ਪਹਿਲਾਂ ਗੱਲ ਕਰ ਰਹੇ ਸੀਗੇ, ਉਹਦੇ ਵਿੱਚ ਵੀ ਇਸ ਚੀਜ਼ ਦਾ ਜ਼ਿਕਰ ਹੋਇਆ। ਉਹ ਕਹਿੰਦੇ ਵੀ ਉੱਥੇ ਰੁੱਖਾਂ ਦੀ ਪਰਵਾਹ ਨਹੀਂ ਕੀਤੀ ਗਈ, ਜਿਹੜੇ ਰੁੱਖ ਲੱਗੇ ਸੀ ਉਹ ਪੱਟ ਦਿੱਤੇ ਇਹਨਾਂ ਨੇ। ਉਹ ਕਹਿੰਦੇ ਕਿ ਅੱਗੇ ਆਪਾਂ ਵੇਖ ਲਾਂਗੇ, ਉੱਥੇ ਪਾਸੇ ਜਿਹੜਾ ਇਹਨਾਂ ਨੂੰ ਲਾ ਦਿਆਂਗੇ। ਹੁਣ ਲਾਉਣੇ ਕਿੰਨੇ ਆ, ਕਿੰਨੇ ਨਹੀਂ ਲਾਉਣੇ ਗਏ, ਇਹ ਤਾਂ ਬਾਅਦ ਦੀ ਗੱਲ ਹੈ। ਪਰ ਗੱਲ ਇਹ ਹੈ ਵੀ ਜਦੋਂ ਆਮ ਵਿਅਕਤੀ ਦੇ ਉੱਤੇ ਇੱਕ ਰੁੱਖ ਉਹ ਪੱਟੇ,
ਉਹਦੇ ਉੱਤੇ ਪਰਚੇ ਦਰਜ ਹੋ ਜਾਂਦੇ ਆ, ਮਾਮਲੇ ਜਿਹੜਾ ਉਹਦੇ ਉੱਤੇ ਸੰਗੀਨ ਠੋਕ ਦਿੱਤਾ ਜਾਂਦਾ, ਮੋਟਾ ਜੁਰਮਾਨਾ ਕਰ ਦਿੱਤਾ ਜਾਂਦਾ, ਔਰ ਜੇ ਫਿਰ ਵੀ ਨਾ ਕੰਮ ਬਣੇ ਤੇ ਸਜ਼ਾ ਵੀ ਹੋ ਸਕਦੀ ਹੈ ਉਹਨੂੰ। ਤੇ ਫਿਰ ਅਜਿਹੇ ਲੋਕਾਂ ਨੂੰ ਜੇਕਰ ਛੱਡ ਦਿੱਤਾ ਜਾਂਦਾ ਹੈ ਤਾਂ ਆਪੇ ਫਿਰ ਆਮ ਜਿਹੜੇ ਲੋਕ ਨੇ, ਜਾਂ ਆਪਾਂ ਕਹਿ ਲਈਏ ਕਿ ਸਾਰੇ, ਹੁਣ ਹਵਾ ਦੀ ਤਾਂ ਹਰੇਕ ਨੂੰ ਲੋੜ ਹੈ, ਪਾਣੀ ਦੀ ਵੀ ਹਰੇਕ ਨੂੰ ਲੋੜ ਹੈ, ਹੋਰ ਜਿਹੜੀਆਂ ਚੀਜ਼ਾਂ ਨੇ ਇਹ ਮੁੱਢਲੀਆਂ ਤੁਸੀਂ ਖਾਨਣ ਜਿਹੜਾ ਚੰਨੀ ਸਾਹਿਬ ਵਾਲਾ ਰੌਲਾ ਹੈ, ਇਹ ਜੰਗਲਾਤ 'ਚ ਖਾਨਣ ਕਰਨਾ ਸ਼ੁਰੂ ਕਰਤਾ। ਜੰਗਲਾਤ 'ਚ ਤਾਂ ਬੈਨ ਹੈ। ਬਿਲਕੁਲ ਉਹੀ ਗੱਲ ਹੈ ਨਾ ਜੀ ਵੱਡੀ, ਕਿ ਇਹਨਾਂ ਲੋਕਾਂ ਨੂੰ ਜਿਹੜਾ ਕੋਈ ਨਹੀਂ ਰੋਕ ਪਾਉਂਦਾ ਗਾ, ਇਹ ਆਪਦੀ ਮਰਜ਼ੀ ਦੇ ਨਾਲ ਸਾਰਾ ਕੁਝ ਕਰ ਸਕਦੇ ਆ, ਤੇ ਫਿਰ ਆਪੇ ਹੀ ਜਿਹੜਾ ਵਾਤਾਵਰਨ ਨੇ ਪਲੀਤ ਹੋਣਾ ਹੀ ਹੈ, ਔਰ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਜਾਂ ਜੀਵਨ ਦੇ ਨਾਲ ਖਿਲਵਾੜ ਸਿੱਧੇ ਤੌਰ ਤੇ। ਠੀਕ ਹੈ, ਬਿਲਕੁਲ ਡਾਕਟਰ ਸਾਹਿਬ। ਇਹਦੇ ਵਾਸਤੇ ਮੂਵਮੈਂਟ, ਇਹਦੇ ਵਾਸਤੇ ਇੱਕੋ ਗੱਲ ਮੇਰੀ ਤਾਂ ਬੇਨਤੀ ਆ, ਉਹ ਇਹ ਹੈ, ਆਪਾਂ ਆਪਣੇ ਗੁਰੂ ਸਾਹਿਬ ਦਾ ਸ਼ਬਦ ਯਾਦ ਰੱਖੀਏ, ਕੌਣ ਗੁਰੂ, ਪਾਣੀ, ਪਿਤਾ, ਮਾਤਾ, ਧਰਤ, ਮਾਤੇ, ਤਿੰਨਾਂ ਨੂੰ ਆਪਾਂ ਬਚਾ ਕੇ ਰੱਖਣਾ ਹੈ। ਉਹਦੇ ਵਾਸਤੇ ਮੂਵਮੈਂਟ ਹੀ ਲਾਂਚ ਕਰ ਲਈਏ, ਸੰਤ ਜੀ ਨੇ ਲਾਂਚ ਕਰੀ ਹੋਈ ਹੈ, ਮੈਂ ਵੀ ਉਹਨਾਂ ਨਾਲ ਕਦੀ ਕਦੀ ਐਸੋਸੀਏਟ ਰਹਿਣਾ ਉਸ ਮੂਵਮੈਂਟ ਨਾਲ। ਤੇ ਉਸ ਮੂਵਮੈਂਟ ਨੂੰ ਅਜੇ ਤੱਕ ਅਸੀਂ ਲੋਕ ਲਹਿਰ ਨਹੀਂ ਬਣਾ ਸਕੇ। ਪਿਛਲੀ ਵਾਰੀ ਵੀ ਐਫੀਡੇਵਿਟ ਵੀ ਭਰਾਈ ਸੀ, ਉਹ ਐਫੀਡੇਵਿਟ ਭਰ ਦਿੰਦੇ ਨੇ ਪੋਲੀਟੀਸ਼ੀਅਨ, ਕਰਨਾ ਤਾਂ ਉੱਥੇ ਕਿਉਂਕਿ ਬਿਊਰੋਕਰੇਟ ਹੋਰ ਕਈ ਤਰ੍ਹਾਂ ਦਾ ਸਰਕਾਰ 'ਚ ਤੰਤਰ ਹੁੰਦਾ ਹੈ। ਅਸਲ ਜਿਹੜਾ ਬਾਹਰਲਾ ਉਹ ਤੰਤਰ ਨੂੰ ਤਾਂ ਸਮਝਦਾ ਨਹੀਂ, ਉਹ ਤੰਤਰ ਉਹਨੂੰ ਘੁਮਾ ਦਿੰਦਾ, ਨਹੀਂ ਜੀ ਤੁਹਾਨੂੰ ਪਤਾ ਨਹੀਂ ਜੀ, ਕਾਨੂੰਨ ਆਏ ਆ ਜੀ, ਕਾਨੂੰਨ ਆਏ ਆ ਜੀ। ਜਿੱਦਾਂ ਉਹਨਾਂ ਨੇ ਕਰਨਾ, ਮੋਮ ਦਾ ਨਾਕਾ ਕਾਨੂੰਨ ਦਾ। ਮੈਂ ਜਿਹੜਾ ਵੀ ਕੰਮ ਕਦੀ ਕਰਨਾ ਚਾਹਿਆ ਜੀਵਨ 'ਚ, ਮੈਨੂੰ ਕਦੇ ਕਾਨੂੰਨ ਨੇ ਰੋਕਿਆ ਨਹੀਂ ਹੈ, ਔਰ ਨਾ ਹੀ ਕਦੇ ਉਹ ਹਾਈ ਕੋਰਟ, ਸੁਪਰੀਮ ਕੋਰਟ ਜਾ ਕੇ ਸੈਟੀਸਫਾਈਡ ਹੋਇਆ। ਐਂ ਤਾਂ ਨਹੀਂ ਵੀ ਸਾਡੇ ਤੇ ਮੁਕੱਦਮੇ ਨਹੀਂ ਹੁੰਦੇ ਸੀ ਵੀ ਇਹਨਾਂ ਨੇ ਆਹ ਗਲਤ ਕਰਤਾ ਜੀ, ਐਂ ਕਰਤਾ ਜੀ, ਅਸੀਂ ਜਿੱਤ ਕੇ ਆਉਂਦੇ ਸੀ, ਕਿਉਂਕਿ ਸਾਨੂੰ ਪਤਾ ਵੀ ਅਸੀਂ ਕਾਨੂੰਨ ਦੇ ਦਾਇਰੇ 'ਚ ਹੀ ਕਰਨਾ, ਬਾਹਰ ਨਹੀਂ ਕਰਨਾ। ਕੋਈ ਨਹੀਂ, ਫਿਰ ਵੀ ਮੈਨੂੰ ਉਮੀਦ ਹੈ ਵੀ ਆਹ ਚੋਣਾਂ ਦੇ ਵਿੱਚ ਲੋਕ ਸਵਾਲ ਕਰਨਗੇ। ਇਹੀ ਇੱਕ ਪੋਜ਼ੀਟਿਵ ਗੱਲ ਹੈ ਪੰਜਾਬ ਵਾਸਤੇ, ਤੇ ਲੋਕ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ, ਇਹ ਅਸੀਂ ਉਹਨਾਂ ਨੂੰ ਕੁਛ ਨਾ ਕੁਛ ਕਹਾਂਗੇ, ਸੁਣੋ ਤੇ ਕੁਛ ਕਹੋ। ਬਿਲਕੁਲ ਡਾਕਟਰ ਸਾਹਿਬ, ਬਹੁਤ ਸਾਰੇ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਹੈ। ਵਾਤਾਵਰਨ ਕਿਉਂਕਿ ਬਹੁਤ ਜ਼ਰੂਰੀ ਆ, ਉਸ ਮੁੱਦੇ ਦੇ ਉੱਤੇ ਗੱਲਬਾਤ ਜ਼ਰੂਰੀ ਵੀ ਸੀ। ਔਰ ਜਿਹੜੀ ਗੱਲ ਸੰਤ ਬਲਬੀਰ ਸਿੰਘ ਸੀਚੇਵਾਲ ਕਹਿੰਦੇ ਆ, ਉਹ ਗ੍ਰੀਨ ਮੈਨੀਫੈਸਟੋ ਇਹਨਾਂ ਸਿਆਸਤਦਾਨਾਂ ਦੇ ਵੱਲੋਂ, ਇਹਨਾਂ ਪਾਰਟੀਆਂ ਦੇ ਵੱਲੋਂ ਜਾਰੀ ਕੀਤਾ ਵੀ ਜਾਣਾ ਚਾਹੀਦਾ ਹੈ, ਔਰ ਉਹਦੇ ਉੱਤੇ ਫਿਰ ਕੰਮ ਵੀ ਹੋਣਾ ਚਾਹੀਦਾ ਹੈ, ਕਿਉਂਕਿ ਇਹ ਨਹੀਂ ਕਿ ਸਿਰਫ ਆਮ ਲੋਕਾਂ ਦੇ ਲਈ ਇਹ ਚੀਜ਼ ਹੈਗੀ ਹੈ, ਇਹ ਸਿਆਸਤਦਾਨਾਂ ਲਈ ਵੀ ਹੈ, ਕਿਉਂਕਿ ਉਹਨਾਂ ਨੇ ਵੀ ਵਾਤਾਵਰਨ ਦੀ ਜ਼ਿਕਰ ਸੰਭਾਲ ਹੋਈ। ਕਰੋਨਾ 'ਚ ਹੋਇਆ ਨਹੀਂ, ਕਰੋਨਾ 'ਚ ਸਾਰੇ ਭਰੇ ਨੇ। ਹਾਂ ਬਿਲਕੁਲ, ਕਰੋਨਾ ਵਾਤਾਵਰਨ ਦੀ ਪ੍ਰੋਡਕਸ਼ਨ ਹੀ ਹੈ। ਜੀ ਜੀ ਬਿਲਕੁਲ ਸਹੀ ਗੱਲ ਆ। ਬਿਲਕੁਲ ਡਾਕਟਰ ਸਾਹਿਬ, ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ, ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ। ਫਿਰ ਮਿਲਾਂਗੇ ਜੀ, ਫਿਰ ਗੱਲਾਂ ਬਾਤਾਂ ਹੋਣਗੀਆਂ, ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ। ਇਹ ਸਨ ਡਾਕਟਰ ਪਿਆਰੇ ਲਾਲ ਗਰਗ। ਬਹੁਤ ਸਾਰੇ ਮੁੱਦਿਆਂ ਦੇ ਉੱਤੇ ਗੱਲਬਾਤ ਹੋਈ ਹੈ। ਸਿਆਸਤਦਾਨ ਕੀ ਕੁਝ ਕਰ ਰਹੇ ਨੇ ਆਪਣੇ ਆਪ ਨੂੰ ਜਿਤਾਉਣ ਦੇ ਲਈ, ਲੋਕਾਂ ਨੂੰ ਲੁਭਾਉਣ ਦੇ ਲਈ, ਔਰ ਲੋਕ ਕੀ ਕੁਝ ਸੋਚਦੇ ਨੇ, ਕਿਹੜੀ ਸਿਆਸੀ ਪਾਰਟੀ ਦੇ ਨਾਲ ਕਿੰਨਾ ਵੋਟ ਬੈਂਕ ਖੜਾ ਆ, ਔਰ ਨਾਲ ਦੀ ਨਾਲ ਇਸ ਮੁੱਦੇ ਦੇ ਉੱਤੇ ਗੱਲਬਾਤ ਵੀ ਹੋਈ ਕਿ ਵਾਤਾਵਰਨ ਨੂੰ ਬਚਾਉਣਾ ਚਾਹੀਦਾ। ਠੀਕ ਹੈ, ਵੋਟਾਂ 5 ਸਾਲ ਦੇ ਬਾਅਦ ਆਉਂਦੀਆਂ ਆ, ਫਿਰ ਸਾਰੀਆਂ ਸਿਆਸੀ ਪਾਰਟੀਆਂ ਤੁਹਾਡੇ ਘਰਾਂ ਤੱਕ ਪਹੁੰਚਦੀਆਂ, ਸਿਆਸੀ ਲੋਕ ਘਰਾਂ ਤੱਕ ਪਹੁੰਚਦੇ ਆ, ਪਰ ਜਿਹੜਾ ਇਹ ਮੁੱਦਾ ਆ ਇਹ ਸਭ ਤੋਂ ਅਹਿਮ ਹੈ, ਕਿਉਂਕਿ ਵਾਤਾਵਰਨ ਦੀ ਲੋੜ ਹਰ ਵੇਲੇ ਹੈ, ਹਰ ਸੈਕਿੰਡ ਹੈ, ਹਰ ਪਲ ਹੈ, ਔਰ ਜੇਕਰ ਇਸ ਨੂੰ ਨਾ ਸੰਭਾਲਿਆ ਤਾਂ ਫਿਰ ਆ ਜਿਹੜੀਆਂ ਬਾਕੀ ਚੀਜ਼ਾਂ ਨੇ ਉਹ ਵੀ ਸ਼ਾਇਦ ਤੁਹਾਡੇ ਲਈ ਉਹ ਸੰਭਵ ਨਹੀਂ ਹੋਣਗੀਆਂ, ਉਹ ਵੀ ਸ਼ਾਇਦ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਆਪਣੀ ਸ਼ਮੂਲੀਅਤ ਨਹੀਂ ਕਰ ਪਾਉਣਗੇ, ਕਿਉਂਕਿ ਸਭ ਤੋਂ ਪਹਿਲਾਂ ਜ਼ਿੰਦਗੀ ਜ਼ਰੂਰੀ ਹੈ। ਜੇ ਜ਼ਿੰਦਗੀ ਹੋਵੇਗੀ ਤਾਂ ਫਿਰ ਇਹ ਸਾਰੇ ਕੰਮਕਾਰ ਜਿਹੜੇ ਆ ਉਹ ਕੀਤੇ ਜਾ ਸਕਣਗੇ। ਇਸ ਕਰਕੇ ਅਸੀਂ ਵੀ ਅਪੀਲ ਕਰਦੇ ਹਾਂ ਕਿ ਵਾਤਾਵਰਨ ਨੂੰ ਜ਼ਰੂਰ ਬਚਾਇਆ ਜਾਏ, ਰੁੱਖ ਲਗਾਏ ਜਾਣ, ਪਾਣੀ ਪਲੀਤ ਹੋਣ ਤੋਂ ਬਚਾਏ ਜਾਣ, ਪਾਣੀ ਖਤਮ ਹੋਣ ਤੋਂ ਬਚਾਏ ਜਾਣ। ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਫਿਰ ਹਾਜ਼ਰ ਹੋਵਾਂਗੇ, ਹੋਰ ਗੱਲਬਾਤ ਕਰਾਂਗੇ, ਹੋਰ ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ। ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ। Please subscribe our channel and press the bell icon ताकि कोई भी नवी अपडेट तुझे बिल्कुल भी मिस ना करो।